रेडियो इंडिया KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਦਾ ਸੰਡੇ ਸ਼ੋਅ ਵਿਦ ਲਵਲੀਨ ਗਿੱਲ ਦੇ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਡੇ ਨਾਲ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ www.radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਜੇਕਰ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ, ਕੋਈ ਜਾਣਕਾਰੀ ਜਾਂ ਕੋਈ ਤਜਰਬਾ ਸਾਂਝਾ ਕਰਨਾ ਚਾਹੋ ਤਾਂ 604 592 9191 604 592 9191 ਸਾਡਾ ਸਟੂਡੀਓ ਦਾ ਨੰਬਰ ਹੈ। ਇਹ ਨੰਬਰ ਡਾਇਲ ਕਰਕੇ ਕਿਸੇ ਵੀ ਵਕਤ ਚੱਲਦੇ ਪ੍ਰੋਗਰਾਮ ਵਿੱਚ ਸ਼ਰੀਕ ਹੋ ਸਕਦੇ ਹੋ। ਦਾ ਸੰਡੇ ਸ਼ੋਅ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਸਰਦਾਰ ਲਵਲੀਨ ਸਿੰਘ ਜੀ ਗਿੱਲ। ਸਭ ਤੋਂ ਪਹਿਲਾਂ ਗਿੱਲ ਸਾਹਿਬ ਦਾ ਸਵਾਗਤ ਕਰ ਲਈਏ, ਫਿਰ ਅਸੀਂ ਸਵਾਲ ਦਰ ਸਵਾਲ ਅੱਗੇ ਵਧਾਂਗੇ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸੰਡੇ ਸ਼ੋਅ ਵਿੱਚ। ਸ਼ੁਕਰੀਆ ਭੰਮ ਸਾਹਿਬ ਜੀ। ਸੋ ਜਿਸ ਤਰ੍ਹਾਂ ਕਿ ਗਿੱਲ ਸਾਹਿਬ ਔਰ ਮੈਂ ਸਾਡੇ ਸਰੋਤਿਆਂ ਨੂੰ ਵੀ ਦੱਸ ਦਿਆਂ ਕਿ ਅਸੀਂ ਇੱਕ ਲੜੀ ਸ਼ੁਰੂ ਕੀਤੀ ਹੋਈ ਸੀ ਕਿ ਭਾਰਤ ਗੁਲਾਮ ਕਿਵੇਂ ਹੋਇਆ ਤੇ ਆਜ਼ਾਦ ਕਿਵੇਂ ਹੋਇਆ। ਸੋ ਉਸ ਲੜੀ ਦਾ ਅੱਜ ਆਖਰੀ ਪੜਾਅ ਜਿਹੜਾ ਅਸੀਂ ਸਰ ਕਰਨ ਜਾ ਰਹੇ ਹਾਂ। ਇਸ ਪੜਾਅ ਦੇ ਵਿੱਚ ਅਸੀਂ ਗਿੱਲ ਸਾਹਿਬ ਤੋਂ ਜਾਣਾਂਗੇ ਕਿ ਸਾਡੇ ਜਿਹੜੇ ਵੱਡ ਵਡੇਰਿਆਂ ਨੇ, ਸਾਡੀ ਲੀਡਰਸ਼ਿਪ ਨੇ, ਇਸ ਅਸੀਂ ਪੂਰੇ ਜਿਹੜਾ ਗੁਲਾਮੀ ਦੀਆਂ ਜੰਜੀਰਾਂ ਨੂੰ ਕਿਵੇਂ ਕੱਟਿਆ ਔਰ ਅਸੀਂ ਆਜ਼ਾਦੀ ਦੇ ਝੰਡਾ ਲਹਿਰਾਉਣ ਤੱਕ, ਤਿਰੰਗਾ ਲਹਿਰਾਉਣ ਤੱਕ ਕਿਵੇਂ ਪਹੁੰਚੇ। ਸੋ ਗਿੱਲ ਸਾਹਿਬ ਜੀ ਭੰਮ ਸਾਹਿਬ, ਸੋ ਆਪਣਾ ਇਹ ਜਿਹੜਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਜੋ ਅਸੀਂ ਮਨਾ ਰਹੇ ਹਾਂ ਜੀ, ਉਸ ਦਾ ਜਿਹੜਾ ਹੁਣ ਸਫ਼ਰ ਹੈ ਉਹ ਅੱਜ ਆਖਰੀ ਆਪਣੀ ਕਿਸ਼ਤ ਤੱਕ ਪਹੁੰਚ ਗਿਆ ਹੈ। ਸੋ ਅੱਜ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਸਾਡੇ ਆਜ਼ਾਦੀ ਘੁਲਾਟੀਆਂ ਨੇ, ਆਜ਼ਾਦੀ ਦੇ ਪਰਵਾਨਿਆਂ ਨੇ ਸਾਡੇ ਮੁਲਕ ਨੂੰ ਆਜ਼ਾਦ ਕਰਵਾਇਆ। ਜਿਵੇਂ ਬਿਲਕੁਲ ਹੀ ਸ਼ੁਰੂਆਤ ਦੇ ਵਿੱਚ ਦੇਖੋ ਅਸੀਂ ਗੱਲ ਕੀਤੀ ਸੀ ਕਿ ਗੁਲਾਮ ਹੋਣ ਦੇ ਕਾਰਨ ਕੀ ਸੀ, ਗੁਲਾਮੀ ਦਾ ਬਾਇਸ ਕੀ ਬਣਿਆ, ਉਹ ਕੀ ਕਾਰਨ ਸੀ ਕਿ ਭਾਰਤ ਜਿਹੜਾ ਬਾਰ-ਬਾਰ ਗੁਲਾਮ ਹੁੰਦਾ ਰਿਹਾ। ਸੋ ਅੱਜ ਦੀ ਜਿਹੜੀ ਗੱਲਬਾਤ ਹੈ ਉਸ ਦੀ ਸ਼ੁਰੂਆਤ ਅਸੀਂ ਇਸ ਗੱਲ ਤੋਂ ਕਰਾਂਗੇ ਕਿ ਜਿਹੜੀ ਆਜ਼ਾਦੀ ਦੀ ਚਿਣਗ ਹੈ, ਦੇਸ਼ ਨੂੰ ਸਾਮਰਾਜਵਾਦੀ ਹਕੂਮਤ ਤੋਂ ਆਜ਼ਾਦ ਕਰਾਉਣ ਦੀ, ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਵਾਉਣ ਦੀ ਜਿਹੜੀ ਚਿਣਗ ਹੈ ਉਹ ਕਿਸ ਤਰ੍ਹਾਂ ਲੱਗੀ। ਇਹਦੇ ਵਿੱਚ ਭੰਮ ਸਾਹਿਬ ਜਿਹੜਾ ਇੱਕ ਕਥਨ ਹੈ, ਇੱਕ ਇੰਗਲਿਸ਼ ਆਫੀਸਰ ਜਿਹੜਾ ਚਾਰਲਸ ਈ ਟਰੈਵਲਿਨ ਸੀ, ਉਹ ਤਿੰਨ ਤਿੰਨ ਮੈਂਬਰੀ ਕਮੇਟੀ ਸੀ, ਉਸ ਦਾ ਮੈਂਬਰ ਸੀ ਜਿਸ ਨੇ ਇੰਗਲਿਸ਼ ਐਜੂਕੇਸ਼ਨ ਇੰਟਰੋਡਿਊਸ ਕੀਤੀ ਸੀ ਇੰਡੀਆ ਦੇ ਵਿੱਚ। ਜੀ, ਜਿਸ ਦੇ ਹੋਰ ਮੈਂਬਰ ਸੀਗੇ ਚਾਰਲਸ ਈ ਟਰੈਵਲਿਨ, TV ਮੈਕੌਲੇ ਤੇ ਲਾਰਡ ਵਿਲੀਅਮ ਬੈਂਟਿਕ, ਜਿਹੜੇ ਗਵਰਨਰ ਜਨਰਲ ਵੀ ਸੀਗੇ ਜੀ, ਜਿਨ੍ਹਾਂ ਨੇ ਸਤੀ ਪ੍ਰਥਾ ਬੰਦ ਕੀਤੀ ਸੀ ਜੀ। ਮੈਕੌਲੇ ਦੀ ਅਸੀਂ ਗੱਲ ਕਰ ਚੁੱਕੇ ਹਾਂ। ਸੋ ਇਸ ਤੀਸਰੇ ਸ਼ਖਸ ਨੇ ਜਿਹੜਾ ਹਿੰਦੁਸਤਾਨ ਦੀ ਆਜ਼ਾਦੀ ਬਾਰੇ 1835 ਦੇ ਵਿੱਚ ਜਿਹੜਾ ਕਥਨ ਕਿਹਾ ਸੀ, ਉਹ ਅਖੀਰ ਦੇ ਵਿੱਚ ਜਿਹੜਾ ਉਹ ਸੱਚ ਹੋ ਨਿਬੜਿਆ ਜੀ। ਸਾਨੂੰ ਇਹ ਤੋਂ ਵੀ ਇਹ ਸਿੱਖਣਾ ਚਾਹੀਦਾ ਹੈ ਕਿ ਜਿਹੜੇ ਅੰਗਰੇਜ਼ ਜਿਹੜੇ ਵਿਦਵਾਨ ਸੀ ਜਾਂ ਜਿਹੜੇ ਐਡਮਿਨਿਸਟ੍ਰੇਟਰ ਸੀ, ਉਹਨਾਂ ਦੀ ਸੋਚ ਕਿੰਨੀ ਦੂਰਗਾਮੀ ਸੀ, ਜਿਹੜੀ ਦੂਰਦਰਸ਼ੀ ਸੀ ਜੀ। ਬਿਲਕੁਲ, ਕਿਸ ਤਰ੍ਹਾਂ ਉਹ ਆਪਣੀ ਜਿਹੜੀ ਪਾਲਿਸੀ ਹੈ ਉਹ 100 ਸਾਲ ਅੱਗੇ ਸੋਚ ਕੇ ਬਣਾਉਂਦੇ ਸੀ। ਉਹ ਅਸੀਂ ਕਹਿ ਦਿੰਦੇ ਹਾਂ, ਪਰ ਉਹਦੇ ਪ੍ਰਤੱਖ ਸਬੂਤ ਹੈ ਵੀ ਇਹ ਜੋ ਉਹਨਾਂ ਨੇ ਗੱਲਾਂ ਕਹੀਆਂ ਉਹ ਬਾਅਦ ਦੇ ਵਿੱਚ ਉਹਨਾਂ ਨੇ ਇਨ ਬਿਨ ਜਿਹੜੀਆਂ ਉਹ ਲਾਗੂ ਕੀਤੀਆਂ ਜੀ। ਲਾਰਡ ਮੈਕੌਲੇ ਵੀ ਹੁਣ ਅੱਜ ਕੱਲ੍ਹ ਬੜੀ ਕੰਟਰੋਵਰਸੀ ਦੇ ਵਿੱਚ ਹੈ ਇਹ ਨਾਮ ਭੰਮ ਸਾਹਿਬ, ਕਿਉਂਕਿ ਜਿਹੜਾ ਲਾਰਡ ਮੈਕੌਲੇ ਵੱਲੋਂ ਬਣਾਇਆ ਗਿਆ ਲਾਅ ਹੈ ਸਾਰਾ, ਇੰਡੀਅਨ ਪੀਨਲ ਕੋਡ 1860, ਜਿਹੜਾ ਕਿ ਫੌਜਦਾਰੀ ਕਾਨੂੰਨ ਇੰਨੇ ਲੰਬੇ ਸਮੇਂ ਤੋਂ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਸੀ, ਉਸ ਨੂੰ ਪਿਛਲੇ ਦਿਨੀ ਰੱਦ ਕਰ ਦਿੱਤਾ ਗਿਆ ਜੀ। ਰਿਪੀਲ ਕਰਨ ਦੀ ਜਿਹੜੀ ਪ੍ਰੋਸੈਸ ਹੈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਿਹੜਾ ਨਵਾਂ ਫੌਜਦਾਰੀ ਕਾਨੂੰਨ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਆ ਰਹੀ ਹੈ ਸਾਰਾ ਜੀ। 302 ਹੁਣ 302 ਨਹੀਂ ਰਹੂਗੀ, 420 ਨਹੀਂ ਰਹੂਗੀ ਜੀ। ਸੋ ਇਹ ਗੱਲਾਂ ਚਲੋ ਅਗਲੇ ਹਫ਼ਤੇ ਫੇਰ ਕਰਾਂਗੇ। ਬਿਲਕੁਲ। ਸੋ ਇਸ ਅੰਗਰੇਜ਼ ਅਫਸਰ ਨੇ, ਐਡਮਿਨਿਸਟ੍ਰੇਟਰ ਨੇ ਇਹ ਗੱਲ ਕਹੀ ਸੀ ਹਾਊਸ ਆਫ ਲਾਰਡਸ ਦੀ ਇੰਡੀਆ ਕਮੇਟੀ ਨੂੰ, ਦ ਬ੍ਰਿਟਿਸ਼ ਰਾਜ ਇਨ ਇੰਡੀਆ ਕੁਡ ਨਾਟ ਲਾਸਟ ਫੋਰ ਐਵਰ। ਉਹ ਕਹਿੰਦਾ ਜਿਹੜਾ ਅੰਗਰੇਜ਼ ਦਾ ਰਾਜ ਹੈ ਹਿੰਦੁਸਤਾਨ ਦੇ ਵਿੱਚ
ਉਹ ਹਮੇਸ਼ਾ ਨਹੀਂ ਰਹਿਣਾ। ਹੂੰ It was bound to die one day, ਹੂੰ either at the hands of those Indians who subscribed to indigenous model of political change, or at the hands of those who had been educated in English and subscribed to the next British model of political change, new British model of political change। ਜੀ ਉਹ ਕਹਿੰਦਾ ਜਿਹੜਾ ਸਾਡਾ ਰਾਜ ਹੈ ਉਹਦਾ ਮਰਨਾ ਤੈਅ ਹੈ, ਉਹਦਾ ਅੰਤ ਤੈਅ ਹੈ। ਹੂੰ ਜਾਂ ਤਾਂ ਉਸ ਦਾ ਅੰਤ ਹਿੰਦੁਸਤਾਨੀ ਜਿਹੜੇ ਪਰੰਪਰਾ ਦੇ ਨਾਲ ਲੋਕ ਜੁੜੇ ਹੈ ਪੋਲੀਟੀਕਲ ਜੀ ਉਹਨਾਂ ਦੇ ਹੱਥੋਂ ਹੋਊਗਾ, ਹੂੰ ਜਾਂ ਉਹਨਾਂ ਦੇ ਹੱਥੋਂ ਹੋਊਗਾ ਜਿਨ੍ਹਾਂ ਨੇ ਇੰਗਲਿਸ਼ ਐਜੂਕੇਸ਼ਨ ਹਾਸਲ ਕੀਤੀ ਹੈ ਤੇ ਜਿਹੜਾ ਬ੍ਰਿਟੇਨ ਦਾ ਮਾਡਲ ਹੈ ਜਿਹੜਾ ਕਿ ਅਸੀਂ ਅੱਜ ਫੋਲੋ ਕਰ ਰਹੇ ਹਾਂ, ਰਿਸਪੌਂਸਿਬਲ ਗਵਰਨਮੈਂਟ ਜਿਹੜੀ ਬਾਈ ਕੈਮਰਲ ਜਿਹੜਾ ਹੈ ਪਾਰਲੀਮੈਂਟਰੀ ਸਿਸਟਮ ਸਾਰਾ, ਜਾਂ ਉਹਨਾਂ ਦੇ ਹੱਥੋਂ ਹੋਊਗਾ। ਉਹ ਕਹਿੰਦਾ if it was to die at the hands of the latter, it would take a long time and the severance of the British connection with India would neither be violent nor harmful to Britain, for cultural and commercial bonds would continue। ਜੀ 1835 ਦਾ ਉਹਦਾ ਕਥਨ ਹੈ। ਕਹਿੰਦਾ ਜੀ ਤਾਂ ਸਾਡੇ ਪੜ੍ਹੇ ਲਿਖੇ ਲੋਕ ਸਾਡੇ ਰਾਜ ਦਾ ਅੰਤ ਕਰਦੇ ਆ, ਜਿਹੜੇ ਸਾਡੇ ਪੜ੍ਹਾਏ ਹੋਏ, ਜਿਨ੍ਹਾਂ ਨੂੰ ਸਾਡੀ ਤਰਬੀਅਤ ਮਿਲੀ ਹੈ ਸਾਡੇ ਵੱਲੋਂ, ਜੀ ਤਾਂ ਜਿਹੜਾ ਇਹ ਅੰਤ ਹੈ ਇਹ ਬ੍ਰਿਟੇਨ ਦੇ ਹਿੱਤਾਂ ਦੇ ਵਿੱਚ ਹੋਊਗਾ, ਇਹ ਵਾਇਲੈਂਟ ਨਹੀਂ ਹੋਊਗਾ ਤੇ ਪੇਨਫੁਲ ਨਹੀਂ ਹੋਊਗਾ, ਤੇ ਬਾਅਦ ਦੇ ਵਿੱਚ ਵੀ ਸਾਡੇ ਜਿਹੜੇ ਵਪਾਰਕ ਹਿੱਤ ਹੈ ਉਹ ਚੱਲਦੇ ਰਹਿਣਗੇ, ਪੂਰੇ ਜਾਂਦੇ ਰਹਿਣਗੇ। ਹਾਂਜੀ। ਸੋ ਹੁਣ ਤੁਸੀਂ ਦੇਖ ਲਓ ਵੀ ਇਹ 1835 ਦੇ ਵਿੱਚ ਇਹ ਗੱਲ ਉਹ ਅੰਗਰੇਜ਼ ਸ਼ਾਸਕ ਕਹਿ ਰਿਹਾ, ਤੇ ਉਹ ਫਿਰ ਇਨ ਬਿਨ ਉਹੀ ਗੱਲ ਲਾਗੂ ਹੋਈ। ਜਿਹੜਾ ਹੁਣ ਇਹਦਾ ਕਾਰਨ ਜਿਹੜਾ ਹੈ ਆਜ਼ਾਦੀ ਦੀਆਂ ਉਮੰਗ ਪੈਦਾ ਹੋਣ ਦੇ ਵਿੱਚ ਜਿਹੜਾ ਇੰਗਲਿਸ਼ ਐਜੂਕੇਸ਼ਨ ਹੈ ਉਹਦਾ ਬੜਾ ਵੱਡਾ ਹੱਥ ਸੀ ਜੀ। ਕਿਉਂਕਿ ਦੇਖੋ 1857 ਦੇ ਵਿੱਚ ਤਾਂ ਜਦੋਂ ਉਹ ਆਪਣੀ ਆਜ਼ਾਦੀ ਡਿਕਲੇਅਰ ਕਰਦੇ ਆ ਜਿਹੜੇ ਗਦਰੀ ਆ 1857 ਦੇ, ਉਹ ਦਿੱਲੀ ਦੇ ਤਖਤ ਉੱਤੇ ਬਹਾਦਰ ਸ਼ਾਹ ਜ਼ਫਰ ਨੂੰ ਬਿਠਾ ਦਿੰਦੇ ਆ, ਮੁਗਲ ਬਾਦਸ਼ਾਹ ਨੂੰ, ਤੇ ਉਹਨੂੰ ਹਿੰਦੁਸਤਾਨ ਦਾ ਜਿਹੜਾ ਬਾਦਸ਼ਾਹ ਡਿਕਲੇਅਰ ਕਰ ਦਿੰਦੇ ਆ। ਉਹ ਸਾਡਾ ਸਿਸਟਮ ਸੀ ਜੀ, ਪੋਲੀਟੀਕਲ ਸਿਸਟਮ ਬਾਦਸ਼ਾਹਤ ਦਾ ਜੀ। ਪਰ ਜਦ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਹੈ, ਉਸ ਤੋਂ ਪਹਿਲਾਂ ਹੀ 46 ਦੇ ਵਿੱਚ ਹੀ ਕੌਂਸਟੀਟਿਊਐਂਟ ਅਸੈਂਬਲੀ ਬਣਾਈ ਜਾਂਦੀ ਹੈ, ਬਾਈ ਕੈਮਰਲ ਸਿਸਟਮ ਫਿਰ ਬਾਅਦ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ, ਰਿਸਪੌਂਸਿਬਲ ਗਵਰਨਮੈਂਟ, ਪ੍ਰਾਈਮ ਮਿਨਿਸਟਰ, ਕੈਬਨਿਟ, ਜਿਹੜਾ ਕਿ ਪੱਛਮੀ ਜਿਹੜਾ ਸਾਰਾ ਨਿਜ਼ਾਮ ਹੈ ਉਸ ਨੂੰ ਅਡਾਪਟ ਕੀਤਾ ਜਾਂਦਾ, ਜਿਸ ਦੀ ਅਸੀਂ ਪਿਛਲੀ ਕਿਸ਼ਤ ਵਿੱਚ ਵੀ ਗੱਲ ਕੀਤੀ ਸੀ, ਕਿਸ ਤਰ੍ਹਾਂ ਜਿਹੜੇ ਸਾਡੇ ਖੁਦ ਦੇ ਇੰਸਟੀਟਿਊਸ਼ਨ ਹੈ, ਪੰਚਾਇਤ ਹੈ ਜੀ, ਹੋਰ ਹੈ, ਉਹ ਉਹਨਾਂ ਨੂੰ ਕਿਵੇਂ ਬਾਏ ਸਿਸਟਮ ਜਿਹੜਾ ਖਤਮ ਕੀਤਾ ਗਿਆ, ਤੇ ਜਿਹੜਾ ਜੁਡੀਸ਼ੀਅਲ ਸਿਸਟਮ ਫੋਰਨ ਹੈ ਉਹ ਵੀ ਸਾਡੇ ਤੇ ਲਾਗੂ ਕੀਤਾ ਗਿਆ ਜੀ ਜੀ। ਤੇ ਬਾਅਦ ਦੇ ਵਿੱਚ ਚਲੋ ਆਜ਼ਾਦ ਭਾਰਤ ਦੇ ਵਿੱਚ ਹੁਣ ਅਸੀਂ ਉਸ ਦੀ ਦੁਬਾਰਾ ਜਦੋਜਹਿਦ ਕਰ ਰਹੇ ਹਾਂ, ਜਿਹੜਾ ਪੰਚਾਇਤੀ ਸਿਸਟਮ ਹੈ ਆਪਣਾ ਉਸ ਨੂੰ ਮਜ਼ਬੂਤ ਕਰਨ ਦੀ ਜੀ। ਸੋ ਭਾਮ ਸਾਹਿਬ ਕਾਰਨ ਇਹ ਬਣੇ ਕਿ ਜਿਹੜੀ ਇੰਗਲਿਸ਼ ਐਜੂਕੇਸ਼ਨ ਹੈ ਉਸ ਦੇ ਵਿੱਚ ਜਿਹੜੇ ਵੈਸਟਰਨ ਆਈਡੀਆਜ਼ ਹੈ, ਲਿਬਰਟੀ, ਇਕੁਆਲਿਟੀ, ਫਰੈਟਰਨਿਟੀ, ਫ੍ਰੈਂਚ ਰੈਵੋਲੂਸ਼ਨ ਦੇ ਆਈਡੀਆਜ਼ ਜੀ, ਇਕੁਆਲਿਟੀ ਬਿਫੋਰ ਲਾਅ, ਕਾਨੂੰਨ ਦੇ ਸਾਹਮਣੇ ਬਰਾਬਰੀ, ਅਜਿਹੇ ਆਈਡੀਆਜ਼ ਆ ਜਿਹੜੇ ਉਹ ਪੜ੍ਹੇ ਲਿਖੇ ਭਾਰਤੀ ਲੋਕਾਂ ਤੱਕ ਉਹ ਪਹੁੰਚੇ, ਤੇ ਉਹਨਾਂ ਦੇ ਮਨ ਦੇ ਵਿੱਚ ਵੀ ਫਿਰ ਮੰਗ ਉੱਠੀ, ਜੇ ਦੇਖੋ ਵੀ ਇਕੁਆਲਿਟੀ ਬਿਫੋਰ ਲਾਅ ਹੈ, ਇਕੁਐਲਿਟੀ ਹੈ, ਫਰੈਟਰਨਿਟੀ ਹੈ, ਜਸਟਿਸ ਹੈ, ਤੇ ਉਹ ਸਾਡੇ ਵਾਸਤੇ ਕਿਉਂ ਨਹੀਂ ਫਿਰ ਜੀ। ਤੇ ਉਹਨਾਂ ਨੇ ਇਹ ਸਵਾਲ ਕਰਨੇ ਸ਼ੁਰੂ ਕੀਤੇ। ਫਿਰ ਇਹਦੇ ਵਿੱਚ ਜਿਹੜੀ ਕਲਚਰਲ ਰਿਨਾਇਸੈਂਸ ਬੰਗਾਲ ਦੇ ਵਿੱਚ ਹੋਈ, ਜਿਸ ਦੇ ਲੀਡਰ ਰਾਜਾ ਰਾਮ ਮੋਹਨ ਰਾਏ, ਈਸ਼ਵਰ ਚੰਦਰ ਵਿਦਿਆਸਾਗਰ ਵਰਗੇ ਜਿਹੜੇ ਲੋਕ ਹੈ ਜੀ ਜੀ, ਜਿਨ੍ਹਾਂ ਨੇ ਸਤੀ ਪ੍ਰਥਾ ਦੇ ਖਿਲਾਫ, ਜਿਨ੍ਹਾਂ ਨੇ ਵਿਧਵਾ ਦੀ ਦੁਆਰਾ ਜਿਹੜੀ ਵਿਡੋ ਰੀਮੈਰਿਜ ਵਾਸਤੇ ਈਸ਼ਵਰ ਚੰਦਰ ਵਿਦਿਆਸਾਗਰ, ਤੇ ਹੋਰ ਜਿਹੜੇ ਸਾਡੇ ਸਮਾਜ ਨੂੰ ਪਛੜੇਪਣ ਚੋਂ ਕੱਢਣ ਦੀ ਜਦੋਜਹਿਦ ਕੀਤੀ, ਕਲਚਰ ਜਿਹੜੀ ਰਿਨਾਇਸੈਂਸ ਆਈ ਜੀ, ਉਸ ਦੇ ਵਿੱਚ ਸਾਰੇ ਚਾਹੇ ਆਰਿਆ ਸਮਾਜ ਹੋਵੇ, ਚਾਹੇ ਉਹ ਬ੍ਰਹਮੋ ਸਮਾਜ ਹੋਵੇ, ਜਿਹੜੀਆਂ ਵੱਖ-ਵੱਖ ਲਹਿਰਾਂ ਜਿਹੜੀਆਂ ਉੱਠਦੀਆਂ ਰਹੀਆਂ, ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਬੜਾ ਆਪਣਾ ਯੋਗਦਾਨ ਪਾਇਆ ਜੀ। ਤੇ ਫਿਰ ਜਿਹੜੀ ਦੇਖੋ ਜਦੋਂ ਇੱਕ ਵਾਰ ਕੋਈ ਪਾਪੂਲੇਸ਼ਨ ਕੋਈ ਜਾਗਰੂਕ ਹੋ ਜਾਂਦਾ ਹੈ, ਕੋਈ ਗਰੁੱਪ, ਕੋਈ ਸਮਾਜ, ਫਿਰ ਉਹ ਅੱਗੇ ਵਧਣ ਦੀ ਜਿਹੜੀ ਆਪਣੀ ਕੋਸ਼ਿਸ਼ ਹੈ, ਅੱਗੇ ਵਧਣ ਦੀ ਜਿਹੜੀ ਤਾਂਘ ਹੈ, ਉਹ ਮਨਾਂ ਦੇ ਵਿੱਚ ਆ ਜਾਂਦੀ ਹੈ। ਹੋਰ ਹੋਇਆ ਕਿ ਬ੍ਰਿਟਿਸ਼ ਰੂਲ ਦੇ ਆਉਣ ਦੇ ਨਾਲ ਇੱਕ ਹਜ਼ਾਰਾਂ ਸਾਲ ਬਾਅਦ ਹਿੰਦੁਸਤਾਨ ਇੱਕੋ ਨਿਜ਼ਾਮ ਦੇ ਹੇਠਾਂ ਆਇਆ ਜੀ। ਜਦ ਮੁਗਲ ਸਾਮਰਾਜ ਆਪਣੇ ਸਿਖਰ ਤੇ ਸੀ, ਉਦੋਂ
ਇਹ ਗੱਲ ਹੁੰਦੀ ਸੀ, ਪਰ ਫਿਰ ਵੀ ਜਿਹੜੇ ਸੂਬੇਦਾਰ ਹੈ ਉਹ ਆਪਣੀ ਮਨਮਰਜ਼ੀ ਕਰਦੇ ਸੀ ਹਰੇਕ ਜਗ੍ਹਾ। ਇੱਕ ਯੂਨੀਫਾਰਮ ਸਿਸਟਮ ਨਹੀਂ ਸੀਗਾ। ਇਹ ਪਹਿਲੀ ਵਾਰ ਸੀ ਕਿ ਭਾਰਤ ਜਿਹੜਾ ਇੱਕੋ ਕਾਨੂੰਨ ਦੇ ਹੇਠਾਂ ਆਇਆ ਸੀ। ਮੀਨਸ ਆਫ ਟਰਾਂਸਪੋਰਟ ਜਿਹੜੇ ਡਿਵੈਲਪ ਹੋ ਗਏ ਸੀ, ਟ੍ਰੇਨ ਆ ਗਈ ਸੀ, ਤਾਰ ਆ ਗਈ ਸੀ, ਲੋਕਾਂ ਨੂੰ ਪਤਾ ਲੱਗਦੀ ਸੀ ਗੱਲ ਜੀ। ਇੱਕ ਜਗ੍ਹਾ ਤੇ ਜੇ ਕੁਝ ਹੁੰਦਾ ਸੀ ਤਾਂ ਦੂਸਰੀ ਜਗ੍ਹਾ ਤੇ ਉਹਦਾ ਅਸਰ ਹੈ ਜਿਹੜਾ ਉਹ ਮਹਿਸੂਸ ਹੁੰਦਾ ਸੀ ਜੀ। ਇਸ ਤਰ੍ਹਾਂ ਜਿਹੜੀ ਇੱਕ ਰਾਸ਼ਟਰ ਹੋਣ ਦੀ, ਇੱਕ ਦੇਸ਼ ਹੋਣ ਦੀ, ਲੋਕਾਂ ਨੂੰ ਇੱਕ ਸਮਾਜ ਹੋਣ ਦੀ ਜਿਹੜੀ ਅਹਿਸਾਸ ਹੈ, ਉਹ ਲੋਕ ਮਨਾਂ ਦੇ ਵਿੱਚ ਜਿਹੜਾ ਉਹ ਆਉਣ ਲੱਗਿਆ, ਡਿਵੈਲਪ ਹੋਣ ਲੱਗਿਆ। ਤੇ ਜਿਸ ਦੇ ਨਾਲ ਫਿਰ ਜਿਹੜੀ ਰਾਸ਼ਟਰਵਾਦੀ ਜਿਹੜੀ ਸੋਚ ਹੈ ਜੀ, ਜਿਹੜੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਜਾਂ ਆਪਣੇ ਮੁਲਕ ਨੂੰ ਬਿਹਤਰ ਬਣਾਉਣ ਦੀ ਜਾਂ ਆਪਣਾ ਜਿਹੜਾ ਵਕਾਰ ਹੈ ਜੀ, ਉਹ ਦੁਨੀਆ ਦੇ ਵਿੱਚ ਬਹਾਲ ਕਰਨ ਦੀ ਜਿਹੜੀ ਸੋਚ ਹੈ ਉਹ ਫਿਰ ਉੱਭਰਨ ਲੱਗੀ ਜੀ, ਜਿਸ ਦੇ ਵਿੱਚੋਂ ਫਿਰ ਜਿਹੜੀ ਜੰਗ-ਏ ਆਜ਼ਾਦੀ ਹੈ ਉਸਨੇ ਜਨਮ ਲਿਆ ਜੀ। ਗਿੱਲ ਸਾਹਿਬ, ਫਿਰ ਜਦੋਂ ਜਿਹੜੀ ਆਜ਼ਾਦੀ ਦੀ ਚਿਣਕ ਹੈ ਸਾਡੇ ਲੋਕਾਂ ਦੇ ਵਿੱਚ, ਉਹ ਕਦੋਂ ਤੇ ਕਿਵੇਂ ਪੈਦਾ ਹੁੰਦੀ ਹੈ ਜੀ? ਪੰਮ ਸਾਹਿਬ, ਅਸੀਂ ਕਾਰਨਾਂ ਦਾ ਜਿਹੜਾ ਜ਼ਿਕਰ ਹੈ ਉਹ ਪਹਿਲਾਂ ਕਰ ਲਿਆ, ਤੇ ਜਿਹੜੇ ਪਹਿਲੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਦੇਖੋ ਉਹ ਦਿਖਣ ਲੱਗ ਗਈਆਂ, ਕਿਉਂਕਿ ਜਦੋਂ ਹੌਲੀ ਹੌਲੀ ਜਿਹੜਾ ਸਾਮਰਾਜਵਾਦੀ ਹਕੂਮਤ ਹੈ, ਕਲੋਨੀਅਲ ਗਵਰਨਮੈਂਟ ਦਾ ਜਿਹੜਾ ਜ਼ਾਲਮ ਚਿਹਰਾ ਹੈ ਜਿਹੜਾ ਉਹ ਨੰਗਾ ਹੋਣ ਲੱਗਿਆ ਜੀ। ਜੇ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ ਵੀ ਕਿਸ ਤਰ੍ਹਾਂ ਦੀ ਇਨਸੈਂਸਿਟਿਵਿਟੀ ਉਹ ਭਾਰਤ ਦੇ ਲੋਕਾਂ ਦੇ ਪ੍ਰਤੀ ਅਪਣਾਉਂਦੇ ਸੀ ਜੀ। ਹੁਣ 1877 ਦੇ ਵਿੱਚ ਦਿੱਲੀ ਦਰਬਾਰ ਲਾਇਆ ਗਿਆ, ਬਹੁਤ ਵੱਡਾ ਦਰਬਾਰ ਜਿਹੜਾ ਲਾਰਡ ਲਿਟਨ ਵੱਲੋਂ। ਉਦੋਂ ਜਿਹੜਾ ਹਿੰਦੁਸਤਾਨ ਹੈ ਉਹ ਬਹੁਤ ਸੋਕੇ ਦੀ ਮਾਰ ਦੇ ਵਿੱਚ ਸੀ ਜੀ, ਲੋਕ ਮਰ ਰਹੇ ਸੀ। ਦੂਸਰੇ ਪਾਸੇ ਜਿਹੜਾ ਗਵਰਨਰ ਜਨਰਲ ਹੈ ਉਹ ਦਰਬਾਰ ਲਵਾ ਕੇ ਜਿਹੜਾ ਹੈ ਉੱਥੇ ਉਹ ਐਸ਼ ਕਰ ਰਿਹਾ ਸੀ ਜੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਲੋਕਾਂ ਦੇ ਮਨਾਂ ਦੇ ਚ ਆਉਣ ਲੱਗੀਆਂ, ਜਿਹੜੇ ਜਾਗਰੂਕ ਲੋਕ ਸੀ। ਹੁਣ ਜਿਹੜੀ ਇਹ ਆਜ਼ਾਦੀ ਦੀ ਲਹਿਰ ਹੈ ਭਾਮ ਸਾਹਿਬ, ਫਿਰ ਇਹਦੇ ਚ ਛੋਟੀਆਂ ਛੋਟੀਆਂ ਜਿਹੜੀਆਂ ਪੋਲੀਟੀਕਲ ਆਰਗੇਨਾਈਜੇਸ਼ਨਜ਼ ਹੈ ਉਹ ਉੱਭਰਨ ਲੱਗੀਆਂ ਜੀ, ਜਿਸ ਤਰ੍ਹਾਂ ਕਿ ਇੰਡੀਆ ਐਸੋਸੀਏਸ਼ਨ ਜਿਹਦੇ ਵਿੱਚ ਸੁਰਿੰਦਰਨਾਥ ਬੈਨਰਜੀ ਸੀ। ਇਸ ਤਰ੍ਹਾਂ ਦੀਆਂ ਹੋਰ ਬੰਗਾਲ ਬ੍ਰਿਟਿਸ਼ ਇੰਡੀਆ ਸੁਸਾਇਟੀ, ਲੈਂਡਲੋਰਡ ਸੁਸਾਇਟੀ ਆਫ ਕੈਲਕਟਾ, ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਆਰਗੇਨਾਈਜੇਸ਼ਨ ਦੇ ਰੂਪ ਦੇ ਵਿੱਚ ਜਿਹੜੇ ਭਾਰਤੀ ਲੋਕ ਹੈ ਉਹ ਆਪਣੇ ਆਪ ਨੂੰ ਆਰਗੇਨਾਈਜ਼ ਕਰਨ ਲੱਗੇ। ਬੰਗ ਭਾਸ਼ਾ ਜਿਹੜੀ ਸਭਾ, ਜ਼ਮੀਂਦਾਰੀ ਐਸੋਸੀਏਸ਼ਨ, ਹਾਲਾਂਕਿ ਇਹ ਜਿਹੜੀਆਂ ਸੀਗੀਆਂ ਤਾਂ ਇਹ ਜਿਹੜੇ ਲੈਂਡਲੋਰਡ ਬੰਦੇ ਆ ਜਾਂ ਜਿਹੜੇ ਪੜ੍ਹੇ ਲਿਖੇ ਐਫਲੂਐਂਟ ਹਾਈ ਕਲਾਸ ਹੈ ਜੀ, ਉਹਨਾਂ ਦੀਆਂ ਆਰਗੇਨਾਈਜੇਸ਼ਨ ਸੀਗੀਆਂ। ਇਸ ਸਮੇਂ ਤੱਕ ਜਿਹੜੇ ਮਾਸਸ ਹੈ ਉਹ ਪੋਲੀਟੀਕਲ ਐਜੀਟੇਸ਼ਨ ਦੇ ਵਿੱਚ ਨਹੀਂ ਆਏ ਸੀ, ਪਰ ਫਿਰ ਵੀ ਇਹ ਇੱਕ ਬਿਗਨਿੰਗ ਸੀਗੀਆਂ ਜਿਹਦੇ ਵਿੱਚ ਭਾਰਤੀ ਲੋਕ ਆਪਣੇ ਆਪ ਨੂੰ ਆਰਗੇਨਾਈਜ਼ ਕਰਨ ਲੱਗੇ ਸੀ। ਫਿਰ ਪੰਮ ਸਾਹਿਬ, ਜਿਹੜਾ ਇਹ ਆਜ਼ਾਦੀ ਦਾ ਸਾਰਾ ਸਟਰਗਲ ਹੈ ਇਹਨੂੰ 3 ਸਟੇਜਸ ਦੇ ਵਿੱਚ ਵੰਡਿਆ ਜਾ ਸਕਦਾ ਹੈ ਜੀ। ਜਿਹੜੀ ਪਹਿਲੀ ਸਟੇਜ ਹੈ ਉਹਨੂੰ ਮੋਡਰੇਟ ਪੋਲਿਟਿਕਸ ਜੀ, ਜਿਹੜੀ ਕਿ ਲਗਭਗ 1885 ਤੋਂ ਲੈ ਕੇ 1905। ਦੂਸਰੀ ਹੈ ਜਿਹੜੀ ਫਿਰ ਐਕਸਟ੍ਰੀਮਿਸਟ ਜਿਹੜੀ ਸਟੇਜ ਆਉਂਦੀ ਹੈ, ਉਹਦੇ ਵਿੱਚ 1905 ਤੋਂ ਲੈ ਕੇ 1919। 1919 ਤੋਂ ਬਾਅਦ ਫਿਰ ਪੰਮ ਸਾਹਿਬ ਜਿਹੜਾ ਦੌਰ ਚੱਲਦਾ ਹੈ ਉਹ ਉਸ ਮਨੁੱਖ ਦਾ, ਉਸ ਮਾਨਵ ਦੇ ਨਾਂ ਤੋਂ ਉਸਨੂੰ ਜਾਣਿਆ ਜਾਂਦਾ ਹੈ ਜੀ, ਜਿਹੜਾ ਕਿ ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਜੀ, ਜਿਸ ਨੂੰ ਕਿ ਖੁਦ ਐਲਬਰਟ ਆਇਨਸਟਾਈਨ ਨੇ ਇਹ ਗੱਲ ਕਹੀ ਸੀ ਕਿ ਜਿਹੜੀਆਂ ਆਉਣ ਵਾਲੀਆਂ ਨਸਲਾਂ ਹੈ ਉਹ ਇਹ ਗੱਲ ਤੇ ਯਕੀਨ ਨਹੀਂ ਕਰਿਆ ਕਰਨਗੀਆਂ ਕਿ ਇਸ ਤਰ੍ਹਾਂ ਦਾ ਮਨੁੱਖ ਕਦੇ ਧਰਤੀ ਦੀ ਸਰਫੇਸ ਦੇ ਉੱਤੇ ਖੁਦ ਤੁਰਿਆ ਕਰਦਾ ਸੀ, ਹੋਇਆ ਕਰਦਾ ਸੀ। ਉਹ ਤੀਸਰੀ ਸਟੇਜ ਹੈ ਗਾਂਧੀਅਨ ਸਟੇਜ, ਮਹਾਤਮਾ ਗਾਂਧੀ ਦਾ ਯੁੱਗ ਜੀ। ਮਹਾਤਮਾ ਗਾਂਧੀ ਨੇ ਜਿਹੜਾ ਇਕੱਲੇ ਭਾਰਤ ਦੇ ਨਹੀਂ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਜਿਹੜਾ ਚੈਪਟਰ ਹੈ ਐਜੀਟੇਸ਼ਨ ਦਾ, ਜਿਹੜੇ ਰੇਸ਼ੀਅਲਾਈਜ਼ਡ ਲੋਕ ਹੈ, ਜਿਹੜੇ ਕੋਲੋਨਾਈਜ਼ਡ ਲੋਕ ਹੈ, ਉਹਨਾਂ ਦੇ ਵਿੱਚ ਇੱਕ ਨਵੀਂ ਰੂਹ ਫੂਕਣ ਦਾ, ਨਵੀਂ ਐਜੀਟੇਸ਼ਨ ਦੇ ਤਰੀਕੇ, ਸ਼ਾਂਤਮਈ ਸੰਘਰਸ਼ ਦੇ, ਸੱਤਿਆਗ੍ਰਹਿ ਦੇ ਜਿਹੜੇ ਤਰੀਕੇ ਜੀ, ਉਹ ਜਿਹੜੇ ਐਕਸਪੈਰੀਮੈਂਟ ਉਹਨਾਂ ਨੇ ਸਾਊਥ ਅਫਰੀਕਾ ਦੇ ਵਿੱਚ ਕੀਤੇ ਸੀ, ਉਹ ਫਿਰ ਆ ਕੇ ਜਦੋਂ ਉਹਨਾਂ ਨੇ ਭਾਰਤ ਦੇ ਵਿੱਚ ਉਹ ਮਾਸ ਲੈਵਲ ਦੇ ਉੱਤੇ, ਅਸਲ ਦੇ ਵਿੱਚ ਜਿਹੜੇ ਮਾਸਸ ਹੈ ਉਹ ਗਾਂਧੀਅਨ ਪੋਲਿਟਿਕਸ ਦੇ ਨਾਲ ਫਿਰ ਜਿਹੜੇ ਮਾਸਸ ਹੈ ਉਹ ਐਜੀਟੇਸ਼ਨ ਦੇ ਵਿੱਚ ਆਉਂਦੇ ਆ ਜੀ। 1919 ਤੋਂ ਬਾਅਦ ਹੀ
ਅਜਿਹੀਆਂ ਵੱਡੀਆਂ ਜਿਹੜੀਆਂ ਤਨਜ਼ੀਮਾਂ ਚੱਲੀਆਂ ਜਿਸ ਦੇ ਵਿੱਚ ਕਿ ਲੋਕਾਂ ਨੇ, ਔਰਤਾਂ ਨੇ, ਕਿਸਾਨਾਂ ਨੇ, ਮਜ਼ਦੂਰਾਂ ਨੇ ਆਜ਼ਾਦੀ ਦੀ ਜੰਗ ਆਜ਼ਾਦੀ ਦੇ ਵਿੱਚ ਖੁੱਲ੍ਹੇ ਤੌਰ ਤੇ ਸ਼ਿਰਕਤ ਕੀਤੀ, ਚਾਹੇ ਉਹ ਨਾਨ ਕੋਆਪਰੇਸ਼ਨ ਮੂਵਮੈਂਟ ਸੀ, ਚਾਹੇ ਉਹ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀ, ਚਾਹੇ ਉਹ ਕੁਇਟ ਇੰਡੀਆ ਮੂਵਮੈਂਟ ਸੀ। ਜੀ ਗੱਲ ਕੀ ਕਿ ਮਹਾਤਮਾ ਗਾਂਧੀ ਦਾ ਕੱਦ ਬਹੁਤ ਐਡਾ ਉੱਚਾ ਸੀ ਕਿ ਉਹਨਾਂ ਦੇ ਇੱਕ ਸੱਦੇ ਦੇ ਉੱਤੇ ਕਾਂਗਰਸ ਪਾਰਟੀ ਦੇ ਜਿਹੜਾ ਸਾਰਾ ਦੇਸ਼ ਹੈ ਫਿਰ ਉਹ ਖੜਾ ਹੋ ਜਾਂਦਾ ਸੀ ਐਜੀਟੇਸ਼ਨ ਦੇ ਵਾਸਤੇ। ਉਹੀ ਐਜੀਟੇਸ਼ਨ ਦੀ ਜਿਹੜੀ ਪ੍ਰਥਾ ਹੈ ਉਹ ਅੱਜ ਤੱਕ ਸਾਡੇ ਦੇਸ਼ ਦੇ ਵਿੱਚ ਚੱਲੀ ਆ ਰਹੀ ਹੈ। ਦੁਨੀਆ ਨੂੰ ਨੈਲਸਨ ਮੰਡੇਲਾ ਨੇ ਉਹ ਅਡਾਪਟ ਕੀਤੀ ਸਾਊਥ ਅਫਰੀਕਾ ਦੇ ਵਿੱਚ ਅਪਾਰਥਾਈਡ ਦੇ ਖਿਲਾਫ। USA ਦੇ ਵਿੱਚ ਉਹ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਅਡਾਪਟ ਕੀਤੀ ਆਪਣੀ ਸਿਵਲ ਰਾਈਟਸ ਦੇ ਵਾਸਤੇ, ਬਲੈਕਸ ਦੇ ਵਾਸਤੇ। ਤੇ ਉਹਨਾਂ ਨੇ ਗਾਂਧੀ ਨੂੰ ਆਪਣਾ ਗੁਰੂ ਮੰਨਿਆ, ਚਾਹੇ ਉਹ ਮੰਡੇਲਾ ਹੈ ਤੇ ਚਾਹੇ ਉਹ ਮਾਰਟਿਨ ਲੂਥਰ ਕਿੰਗ ਜੂਨੀਅਰ ਹੈ। ਉਹ ਇਸ ਲਈ ਭੰਮ ਸਾਹਿਬ ਦੁਨੀਆ ਨੇ, ਵੈਸਟ ਨੇ, ਹੋਰਾਂ ਮੁਲਕਾਂ ਨੇ ਦੁਨੀਆ ਨੂੰ ਜਿਹੜੇ ਨਾਇਕ ਦਿੱਤੇ ਨੇ ਉਹ ਮੁਲਕਾਂ ਨੂੰ ਦੱਬਣ ਵਾਲੇ, ਜੰਗੋ ਜਦਲ ਕਰਨ ਵਾਲੇ, ਠੀਕ ਹੈ, ਆਪਣੇ ਜ਼ੋਰ ਦੇ ਤੌਰ ਤੇ ਫੌਜਾਂ ਦੇ ਨਾਲ ਦੁਨੀਆ ਨੂੰ ਆਪਣਾ ਲੋਹਾ ਮਨਾਉਣ ਵਾਲੇ। ਭਾਰਤ ਵਿਸ਼ਵ ਗੁਰੂ ਇਸ ਲਈ ਹੈ ਕਿ ਭਾਰਤ ਨੇ ਦੁਨੀਆ ਨੂੰ ਸ਼ਾਂਤੀ ਦਾ ਮਾਰਗ ਦਿੱਤਾ ਹੈ, ਭਾਰਤ ਨੇ ਦੁਨੀਆ ਨੂੰ ਬੁੱਧ ਦਿੱਤਾ ਹੈ, ਭਾਰਤ ਨੇ ਦੁਨੀਆ ਨੂੰ ਗਾਂਧੀ ਦਿੱਤਾ ਹੈ, ਜਿਨ੍ਹਾਂ ਨੇ ਸ਼ਾਂਤੀ ਦੇ ਨਾਲ, ਪ੍ਰੇਮ ਦੇ ਨਾਲ ਲੋਕਾਂ ਦੇ ਦਿਲ ਜਿੱਤ ਕੇ ਸਾਰੀ ਦੁਨੀਆ ਨੂੰ ਜਿੱਤਿਆ। ਉਹਨਾਂ ਨੇ ਇਹ ਵੀ ਦੱਸਿਆ, ਇਹ ਵੀ ਦਿਖਾਇਆ ਕਿ ਜਿਹੜਾ ਸ਼ਾਂਤੀ ਦਾ ਮਾਰਗ ਹੈ ਉਹ ਸਭ ਤੋਂ ਉੱਚਾ ਹੈ। ਜਿਹੜਾ ਬਦਲਾਅ ਹੈ ਦੁਨੀਆ ਦੇ ਵਿੱਚ ਉਹ ਸ਼ਾਂਤੀ, ਪ੍ਰੇਮ, ਅਹਿੰਸਾ ਦੇ ਨਾਲ ਲਿਆਂਦਾ ਜਾ ਸਕਦਾ ਹੈ ਤੇ ਉਹ ਬਦਲਾਅ ਹੀ ਸਥਾਈ ਹੁੰਦਾ ਹੈ ਜਿਹੜਾ ਪ੍ਰੇਮ ਦੇ ਨਾਲ ਲੋਕਾਂ ਦਾ ਹਿਰਦੇ ਪਰਿਵਰਤਨ ਕਰਕੇ ਜਿਹੜਾ ਲਿਆਂਦਾ ਜਾਵੇ। ਸੋ ਇਸ ਲਈ ਭੰਮ ਸਾਹਿਬ ਮੈਂ ਇਹ ਗੱਲ ਮੰਨਦਾ ਕਿ ਭਾਰਤ ਵਿਸ਼ਵ ਗੁਰੂ ਹੈ ਕਿਉਂਕਿ ਭਾਰਤ ਨੇ ਦੁਨੀਆ ਨੂੰ ਨਵੇਂ ਰਸਤੇ, ਨਵੀਆਂ ਸੇਧਾਂ ਦਿਖਾਈਆਂ ਨੇ। ਕਿਉਂਕਿ ਕੋਈ ਰਾਸ਼ਟਰ ਪੈਸੇ ਦੇ ਹੋਣ ਨਾਲ, ਹਥਿਆਰਾਂ ਦੇ ਹੋਣ ਨਾਲ, ਨਿਊਕਲੀਅਰ ਬੰਬ ਹੋਣ ਦੇ ਨਾਲ ਕੋਈ ਲੀਡਰ ਨਹੀਂ ਬਣਦਾ ਦੁਨੀਆ ਦੇ ਵਿੱਚ, ਗੁਰੂ ਨਹੀਂ ਬਣਦਾ। ਗੁਰੂ ਉਹੀ ਹੈ ਜਿਹੜਾ ਗਿਆਨ ਦੇਵੇ ਦੁਨੀਆ ਨੂੰ, ਗੁਰੂ ਉਹ ਹੈ ਜਿਹੜਾ ਮਾਰਗ ਦਿਖਾਵੇ, ਜਿਹੜਾ ਮਾਰਗ ਦਰਸ਼ਨ ਕਰੇ। ਗੁਰੂ ਉਹ ਹੈ ਜਿਹੜਾ ਦੁਨੀਆ ਨੂੰ ਇੱਕ ਬੈਟਰ ਪਲੇਸ ਬਣਾਵੇ ਹਿਊਮੈਨਿਟੀ ਦੇ ਲਈ। ਨਿਊਕਲੀਅਰ ਬੰਬ ਬਣਾਉਣ ਦੇ ਨਾਲ ਕੋਈ ਗੁਰੂ ਨਹੀਂ ਬਣਿਆ, 2 ਜਾਪਾਨ ਦੇ ਸ਼ਹਿਰਾਂ ਦੇ ਉੱਤੇ ਨਿਊਕਲੀਅਰ ਬੰਬ ਸਿੱਟ ਕੇ ਕੋਈ ਮਹਾਨ ਰਾਸ਼ਟਰ ਨਹੀਂ ਬਣਿਆ। ਚਾਹੇ ਸਾਡਾ ਰਾਸ਼ਟਰ ਉਦੋਂ ਗਰੀਬ ਸੀ, ਚਾਹੇ ਗੁਲਾਮ ਸੀ, ਚਾਹੇ ਲੋਕ ਜਿਹੜੇ ਹੈ ਉਹ 2 ਵਕਤ ਦੀ ਰੋਟੀ ਦੇ ਲਈ ਤਰਸਦੇ ਸੀ, ਪਰ ਫਿਰ ਵੀ ਜਿਹੜੀ ਭਾਰਤ ਦੀ ਮਹਾਨ ਆਤਮਾ ਹੈ, ਜਿਹੜੀ ਸੁੱਤੀ ਪਈ ਸੀ, ਜਿਹੜਾ ਹਜ਼ਾਰਾਂ ਸਾਲ ਦੀ ਸੱਭਿਅਤਾ ਹੈ, ਉਹ ਲੋਕਾਂ ਦੇ ਵਿੱਚ ਰੂਹ ਬਣ ਕੇ ਧੜਕਦੀ ਸੀ, ਜਿਹੜੀ ਬਾਰ-ਬਾਰ ਉੱਭਰ ਕੇ ਕਿਸੇ ਨਾ ਕਿਸੇ ਵਿਅਕਤੀ ਦਾ ਰੂਪ ਲੈ ਕੇ ਦੁਨੀਆ ਨੂੰ ਆਪਣੇ ਹੋਣ ਦਾ ਅਹਿਸਾਸ ਕਰਾਉਂਦੀ ਸੀ। ਦੁਨੀਆ ਨੂੰ ਇੱਕ ਸੇਧ ਦਿੰਦੀ ਸੀ, ਦੁਨੀਆ ਨੂੰ ਇਹ ਕਹਿੰਦੀ ਸੀ ਕਿ ਜੰਗ ਦਾ ਮਾਰਗ ਛੱਡੋ, ਜੰਗ ਦਾ ਮਾਰਗ ਹੈ ਜਿਹੜਾ ਉਹ ਮਨੁੱਖਤਾ ਦੇ ਲਈ ਨਹੀਂ, ਜਿਹੜਾ ਸ਼ਾਂਤੀ ਦਾ ਮਾਰਗ ਹੈ ਉਹ ਮਨੁੱਖਤਾ ਨੂੰ ਅਪਣਾਉਣਾ ਚਾਹੀਦਾ ਹੈ। ਤੇ ਸ਼ਾਂਤੀ ਦੇ ਨਾਲ ਜਿਹੜਾ ਹੈ ਦੁਨੀਆ ਨੂੰ ਬਦਲ ਕੇ ਬੁੱਧ ਨੇ, ਗਾਂਧੀ ਨੇ ਦਿਖਾ ਦਿੱਤਾ ਹੈ। ਤੇ ਉਹ ਦੁਨੀਆ ਅੱਜ ਵੀ ਜਿਹੜਾ ਹੈ ਉਹ ਸੱਤਿਆਗ੍ਰਹਿ ਦਾ ਲੋਹਾ ਮੰਨਦੀ ਹੈ, ਚਾਹੇ ਉਹ ਤੁਹਾਡੇ ਸਾਹਮਣੇ ਭੰਮ ਸਾਹਿਬ ਕਿਸਾਨ ਅੰਦੋਲਨ ਹੀ ਹੋਵੇ। ਹੁਣ ਇਹ ਗੱਲ ਮੈਂ ਕਹੀ ਸੀ ਪਹਿਲਾਂ, ਕਈਆਂ ਨੂੰ ਬਹੁਤ ਬੁਰੀ ਲੱਗੀ ਸੀ। ਉਹ ਜਿਹੜੀ ਗੱਲ ਮੈਂ ਤਰਕ ਦੇ ਨਾਲ ਕਰਨੀ ਹੈ, ਕਿਸੇ ਦੀਆਂ ਭਾਵਨਾਵਾਂ ਦੇ ਮੱਦੇ ਨਜ਼ਰ ਨਹੀਂ ਕਰਨੀ। ਉਹ ਆਪੋ ਆਪਣੀ ਭਾਵਨਾ ਜਿਹਦੀ ਹੋਵੇ ਉਹਦੇ ਨਾਲ ਸੱਚ ਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਮੈਥਡ ਅਪਣਾਏ ਗਏ ਉਹ ਗਾਂਧੀਅਨ ਮੈਥਡ ਅਪਣਾਏ ਗਏ। ਚਾਹੇ ਤਾਂ ਬਾਈਕਾਟ ਦਾ ਜਿਹੜੀ ਸੱਦਾ ਸੀਗਾ ਉਹ ਸਿਵਲ ਡਿਸਓਬੀਡੀਐਂਸ ਦੇ ਵਿੱਚ ਗਾਂਧੀ ਜੀ ਕਰ ਚੁੱਕੇ ਸੀ, ਨਾਨ ਕੋਆਪਰੇਸ਼ਨ ਦੇ ਵਿੱਚ, ਕਿ ਜਿਹੜੇ ਅੰਗਰੇਜ਼ੀ ਜਿਹੜੇ ਪ੍ਰੋਡਕਟਸ ਨੇ ਉਹਨਾਂ ਨਾਲ ਬਾਈਕਾਟ ਕਰੋ ਤੇ ਚਰਖੇ ਨਾਲ ਜਿਹੜਾ ਉਹ ਕੱਤੋ। ਤੇ ਚਰਖੇ ਨੇ ਜਿਹੜਾ ਫਿਰ ਜਿਹੜੇ ਕਹਿੰਦੇ ਨੇ ਚਰਖੇ ਨੇ ਕੀ ਕਰਤਾ, ਚਰਖੇ ਨੇ ਕੀ ਕਰਤਾ, ਦਰਅਸਲ ਇਹ ਅਨਪੜ੍ਹ ਕਿਸਮ ਦੇ ਜਿਹੜੇ ਨੀਮ ਖਾਂਦਾ ਲੋਕ ਭੰਮ ਸਾਹਿਬ, ਮੋਟੀ ਬੁੱਧੀ ਦੇ ਪ੍ਰਾਣੀ, ਉਹਨਾਂ ਨੂੰ ਕੋਈ ਅਗਰ ਉੱਲੂ ਕੋ ਦਿਨ ਮੇਂ ਦਿਖਤਾ ਨਹੀਂ ਤਾਂ ਕਿਆ ਕਰੇ ਸੂਰਜ ਦੇਵ। ਹੁਣ ਜੇ ਸੂਰਜ ਦਾ ਪ੍ਰਕਾਸ਼ ਜਿਹੜਾ ਹੈ ਉਹ ਉੱਲੂ ਨੂੰ ਨਹੀਂ ਦਿਖਦਾ ਤਾਂ ਇਹ 'ਚ ਹੁਣ ਸੂਰਜ ਦਾ ਤਾਂ ਕੋਈ ਕਸੂਰ ਨਹੀਂ। ਜੇ ਤੁਸੀਂ ਡਾਟਾ ਚੱਕ ਕੇ ਦੇਖੋ ਨਾਨ ਕੋਆਪਰੇਸ਼ਨ ਮੂਵਮੈਂਟ ਦਾ, ਜਿਹੜੀ ਬ੍ਰਿਟਿਸ਼ ਇੰਪੋਰਟ ਹੈ ਉਹ ਚਰਖੇ ਦੇ ਆਉਣ ਤੋਂ ਬਾਅਦ ਉਹ ਅੱਧੀ ਰਹਿ ਗਈ ਸੀ। ਉਹ ਦੁਹੱਥੜੇ ਮਾਰ ਕੇ ਪਿੱਟਦੇ ਸੀ। ਚਰਖੇ ਨੇ ਜਿਹੜੀ ਸੱਟ ਬ੍ਰਿਟਿਸ਼ ਹਕੂਮਤ ਨੂੰ ਮਾਰੀ ਸੀ ਉਹ ਵੱਡੇ ਵੱਡੇ ਨਿਊਕਲੀਅਰ ਬੰਬ ਨਹੀਂ ਮਾਰ ਸਕਦੇ। ਚਰਖਾ ਐਡਾ ਵੱਡਾ ਹਥਿਆਰ ਸੀ ਸੱਟ ਜਿਹੜੀ। ਹਾਂਜੀ, ਕਿਉਂਕਿ ਉਹ ਆਰਥਿਕ ਹਿੱਤਾਂ ਦੇ ਕਰਕੇ ਹੀ ਉਹਨਾਂ ਨੇ ਭਾਰਤ ਨੂੰ ਗੁਲਾਮ ਬਣਾਇਆ ਸੀ।
ਸੋ ਜਿਹੜੇ ਬ੍ਰਿਟਿਸ਼ ਗੁੱਡਸ ਹੈ ਉਹਨਾਂ ਦੀ ਇੰਪੋਰਟ ਅੱਧੀ ਰਹਿ ਗਈ ਸੀ ਨਾਨ ਕੋਆਪਰੇਸ਼ਨ ਮੂਵਮੈਂਟ ਦੇ ਦੌਰਾਨ ਜੀ। ਸੋ ਇਹ ਚਰਖੇ ਦੀ ਤਾਕਤ ਹੈ ਜੀ। ਗਿੱਲ ਸਾਹਿਬ, ਤੁਸੀਂ ਗੱਲ ਕੀਤੀ ਹੈ ਆਜ਼ਾਦੀ ਸੰਘਰਸ਼ ਦੇ 3 ਪੜਾਵਾਂ ਦੀ ਜੀ। ਸੋ ਕਿਹੜਾ ਪਹਿਲਾ ਪੜਾਅ ਕਿਹੜਾ ਸੀਗਾ ਜੀ? ਹਮ ਸਾਹਿਬ, ਜਿਹੜਾ ਪਹਿਲਾ ਪੜਾਅ ਸੀ, ਜਿਸ ਤਰ੍ਹਾਂ ਮੈਂ ਦੱਸਿਆ 1885 ਤੋਂ 1905 ਦੇ ਤੱਕ ਜੀ, ਉਹ ਉਸ ਨੂੰ ਜਿਹੜਾ ਮੋਡਰੇਟ ਦੌਰ ਜਾਂ ਜਿਹੜਾ ਪੀਰੀਅਡ ਆਫ ਮੋਡਰੇਟ ਪੋਲਿਟਿਕਸ ਕਿਹਾ ਜਾਂਦਾ ਹੈ, ਟੀ ਪਾਰਟੀ ਪੋਲਿਟਿਕਸ ਵੀ ਉਹਨੂੰ ਕਿਹਾ ਜਾਂਦਾ ਹੈ ਜੀ। ਉਹ ਵੀ ਮੈਂ ਦੱਸੂਗਾ ਕਿ ਕਿਉਂ। ਬਿਲਕੁਲ। ਇਸ ਸਮੇਂ ਦੇ ਜਿਹੜੇ ਲੀਡਰ ਸੀ ਉਹ ਦਾਦਾ ਭਾਈ ਨਾਰੋ ਜੀ, PM ਮਹਿਤਾ, D ਵਾਚਾ, WC ਬੈਨਰਜੀ, SN ਬੈਨਰਜੀ, ਜਿਹੜੇ ਉਸ ਸਮੇਂ ਦੀ ਜਿਹੜੀ ਰਾਜਨੀਤੀ ਹੈ, ਮੋਡਰੇਟ ਪੋਲਿਟਿਕਸ ਹੈ, ਉਹਨੂੰ ਜਿਹੜੇ 19th ਸੈਂਚੁਰੀ ਦੇ ਐਂਡ ਦੇ ਵਿੱਚ ਤੇ 20th ਸੈਂਚੁਰੀ ਦੀ ਸ਼ੁਰੂਆਤ ਤੱਕ, ਜਦ ਤੱਕ ਕਿ ਐਕਸਟ੍ਰੀਮਿਜ਼ਮ ਦਾ ਜਿਹੜਾ ਉਭਾਰ ਨਹੀਂ ਹੁੰਦਾ ਉਦੋਂ ਤੱਕ ਇਹ ਉਹਨੂੰ ਕੰਟਰੋਲ ਕਰਦੇ ਸੀਗੇ ਤੇ ਉਸ ਨੂੰ ਜਿਹੜੇ ਚਲਾਉਂਦੇ ਸੀ ਜੀ। ਇਹਦੇ ਵਿੱਚ ਭਾਮ ਸਾਹਿਬ ਇਸ ਸਟੇਜ ਦੇ ਉੱਤੇ ਜਿਹੜੀ ਬਹੁਤ ਮਹੱਤਵਪੂਰਨ ਜਿਹੜੀ ਘਟਨਾ ਹੈ ਉਹ ਹੈ ਕਾਂਗਰਸ ਦੀ ਫਾਰਮੇਸ਼ਨ। 1885 ਦੇ ਵਿੱਚ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਜੀ, ਜਿਸ ਨੇ ਕਿ ਬਹੁਤ ਮਹੱਤਵਪੂਰਨ ਰੋਲ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਨਿਭਾਇਆ। ਵੱਖ-ਵੱਖ ਲੀਡਰਾਂ ਦੇ, ਚਾਹੇ ਉਹ ਜਵਾਹਰ ਲਾਲ ਨਹਿਰੂ ਹੋਣ, ਚਾਹੇ ਉਹ ਸੁਭਾਸ਼ ਚੰਦਰ ਬੋਸ ਹੋਣ, ਚਾਹੇ ਉਹ ਸਰਦਾਰ ਪਟੇਲ ਹੋਣ, ਮਹਾਤਮਾ ਗਾਂਧੀ ਹੋਣ, ਖਾਨ ਅਬਦੁਲ ਗਫਾਰ ਖਾਨ ਹੋਣ, ਮੌਲਾਨਾ ਅਬੁਲ ਕਲਾਮ ਆਜ਼ਾਦ ਹੋਣ, ਚਾਹੇ ਉਹ ਬਾਲ ਗੰਗਾਧਰ ਤਿਲਕ ਹੋਣ, ਚਾਹੇ ਉਹ ਮੁਹੰਮਦ ਅਲੀ ਜਿਨਾਹ ਹੋਣ, ਉਹ ਵੀ ਇੱਕ ਵੇਲੇ ਕਾਂਗਰਸ ਦੇ ਵਿੱਚ ਰਹਿ ਚੁੱਕੇ ਹੈ। ਸੋ ਜਿੰਨੇ ਬਾਅਦ ਦੇ ਵਿੱਚ ਵੀ ਜਿੰਨੇ ਪੋਲੀਟੀਕਲ ਪਾਰਟੀਜ਼ ਉੱਠੀਆਂ ਜਾਂ ਹੋਰ ਬੰਦੇ ਉੱਠੇ ਵੱਖ-ਵੱਖ ਵਿਚਾਰਧਾਰਾ ਦੇ, ਉਹ ਸਾਰੇ ਕਿਸੇ ਨਾ ਕਿਸੇ ਵੇਲੇ ਉਹ ਜੁੜੇ ਹੋਏ ਕਾਂਗਰਸ ਦੇ ਨਾਲ ਸੀ, ਚਾਹੇ ਜੋ ਵੀ ਉਹਨਾਂ ਦੀ ਆਈਡੀਓਲੋਜੀ ਸੀ, ਚਾਹੇ ਉਹ ਲੈਫਟ ਸੀ ਚਾਹੇ ਰਾਈਟ ਸੀ। ਕਾਂਗਰਸ ਇੱਕ ਛਤਰੀ ਦੀ ਤਰ੍ਹਾਂ ਸੀ ਜੀ, ਜਿਸ ਦੇ ਹੇਠਾਂ ਸਾਰਾ ਲੈਫਟ ਰਾਈਟ ਸੈਂਟਰ ਸਭ ਆ ਜਾਂਦਾ ਸੀ। ਤੇ ਕਾਂਗਰਸ ਦੇ ਵਿੱਚ ਜਿਹੜੀ ਇੰਟਰਨਲ ਇੰਨੀ ਕੁ ਫਰੀडम ਸੀਗੀ ਕਿ ਉਹ ਕੋਈ ਇੱਕ ਦੂਜੇ ਨੂੰ ਇਹ ਨਹੀਂ ਸੀ ਕਹਿੰਦਾ ਕਿ ਨਹੀਂ ਅਸੀਂ ਤੈਨੂੰ ਝੱਲਣਾ ਨਹੀਂ, ਬਰਦਾਸ਼ਤ ਨਹੀਂ ਕਰਨਾ, ਤੂੰ ਰਾਈਟ ਆ ਤੂੰ ਲੈਫਟ ਹੈ। ਸੋ ਉੱਥੇ ਮਦਨ ਮੋਹਨ ਮਾਲਵੀਆ, ਜਿਹੜੇ ਕਿ ਹਿੰਦੂ ਰਾਸ਼ਟਰਵਾਦ ਦੇ ਨਾਲ ਜੁੜੇ ਹੋਏ ਸੀ, ਜਿਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਬਣਾਈ, ਤੇ ਉਸ ਦਾ ਉਦਘਾਟਨ ਜਿਹੜਾ ਹੈ ਉਹ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਤੋਂ ਕਰਵਾਇਆ, ਉਹ ਵੀ ਸੀ। ਤੇ ਦੂਸਰੇ ਪਾਸੇ ਸੁਭਾਸ਼ ਚੰਦਰ ਬੋਸ ਵਰਗੇ ਜਿਹੜੇ ਲੈਫਟ ਲੀਨਿੰਗ ਲੋਕ ਹੈ, ਉਹ ਵੀ ਕਾਂਗਰਸ ਦੇ ਵਿੱਚ ਰਹਿ ਚੁੱਕੇ, ਚਾਹੇ ਉਹ ਜਵਾਹਰ ਲਾਲ ਨਹਿਰੂ, ਉਹਨਾਂ ਦੀ ਸੋਸ਼ਲਿਜ਼ਮ ਵੱਲ ਉਹਨਾਂ ਦਾ ਝੁਕਾਅ ਸੀ, ਅਸੀਂ ਜਾਣਦੇ ਹਾਂ ਜੀ। ਸੋ ਉਹ 1885 ਤੋਂ ਭਾਮ ਸਾਹਿਬ ਉਹ ਸ਼ੁਰੂ ਹੁੰਦੀ ਹੈ, ਜਿਹੜਾ ਏਓ ਹਿਊਮ, ਜਿਹੜਾ ਕਿ ਇੱਕ ਰਿਟਾਇਰਡ ਅੰਗਰੇਜ਼ ICS ਆਫਿਸਰ ਸੀ ਜੀ। ਹੁਣ ਇਸ ਗੱਲ ਤੋਂ ਲੈ ਕੇ ਇਹ ਲੋਕ ਇਹ ਥਿਊਰੀ ਵੀ ਦਿੰਦੇ ਆ ਪੋਲੀਟੀਕਲ ਸਾਇੰਟਿਸਟ ਕਿ ਜਿਹੜੇ ਕਾਂਗਰਸ ਦੀ ਫਾਰਮੇਸ਼ਨ ਹੈ ਉਹ ਜਿਹੜੀ ਹੈ ਪ੍ਰੈਸ਼ਰ ਵਾਲਵ ਥਿਊਰੀ ਦੇ ਤਹਿਤ ਅੰਗਰੇਜ਼ਾਂ ਨੇ ਖੁਦ ਹੀ ਕਰਵਾਈ ਜੀ। ਉਹ ਇਸ ਲਈ ਕਿ ਜਿਹੜਾ ਹੁਣ ਦੇਖੋ ਅਸੀਂ ਦੇਖਿਆ ਕਿ ਵੱਖ-ਵੱਖ ਜਥੇਬੰਦੀਆਂ ਉੱਠ ਰਹੀਆਂ ਸੀ, ਡਿਮਾਂਡਸ ਉੱਠ ਰਹੀਆਂ ਸੀ, ਮੀਡੀਆ ਉੱਠ ਰਿਹਾ ਸੀਗਾ, ਮੀਡੀਆ ਦਾ ਬੜਾ ਵੱਡਾ ਰੋਲ ਹੈ ਦੇਖੋ ਜੀ। ਮੀਡੀਆ ਵੀ ਉੱਠ ਰਿਹਾ ਸੀ ਬੰਗਾਲ ਦੇ ਵਿੱਚ, ਜਿਹੜਾ ਰਾਸ਼ਟਰਵਾਦੀ ਮੀਡੀਆ ਸੀਗਾ, ਭਾਰਤ ਦੀ ਗੱਲ ਕਰਦਾ ਸੀ। ਉਹਦੇ 'ਚ ਉਸ ਦੇ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਭਾਂਪਦੇ ਹੋਇਆ ਇੱਕ ਸਟੇਜ ਦੇ ਦਿੱਤੀ ਭਾਰਤੀ ਲੋਕਾਂ ਨੂੰ, ਤੇ ਜਿਹੜੀ ਉਹਨਾਂ ਦੇ ਕੰਟਰੋਲ ਦੇ ਵਿੱਚ ਹੋਵੇ, ਜਿਨ੍ਹਾਂ ਦੀਆਂ ਮੰਗਾਂ ਉਹਨਾਂ ਦੇ ਕੰਟਰੋਲ ਦੇ ਵਿੱਚ ਹੋਣ, ਜਿਸ ਦੀ ਲੀਡਰਸ਼ਿਪ ਉਹਨਾਂ ਦੇ ਕੰਟਰੋਲ ਦੇ ਵਿੱਚ ਹੋਵੇ, ਉਸ ਨੂੰ ਪ੍ਰੈਸ਼ਰ ਵਾਲਵ ਥਿਊਰੀ ਕਿਹਾ ਜੀ। ਕਿ ਜਿਹੜੀ ਕਾਂਗਰਸ ਹੈ ਉਹ ਇੱਕ ਪ੍ਰੈਸ਼ਰ ਵਾਲਵ ਦੀ ਤਰ੍ਹਾਂ ਹੈ ਕਿ ਸਿਸਟਮ ਦੇ ਵਿੱਚ ਪ੍ਰੈਸ਼ਰ ਵੱਧ ਰਿਹਾ ਹੈ, ਉਹ ਪ੍ਰੈਸ਼ਰ ਰਿਲੀਜ਼ ਕਰਨ ਦੇ ਵਾਸਤੇ ਕਾਂਗਰਸ ਬਣਾਈ, ਤਾਂ ਕਿ ਜਿਹੜਾ ਆਜ਼ਾਦੀ ਦਾ ਸੰਘਰਸ਼ ਹੈ ਉਹ ਉਹਨਾਂ ਲੀਹਾਂ ਤੇ ਨਾ ਚੱਲਿਆ ਜਾਵੇ ਜੋ ਅੰਗਰੇਜ਼ੀ ਹਕੂਮਤ ਦੇ ਹਿੱਤ ਦੇ ਵਿੱਚ ਨਹੀਂ। ਉਹ ਕੋਈ ਰੈਵੋਲੂਸ਼ਨਰੀ ਫਾਰਮ, ਕੋਈ ਇਨਕਲਾਬੀ ਜਿਹੜਾ ਰੂਪ ਹੈ ਉਹ ਇਖਤਿਆਰ ਨਾ ਕਰ ਜਾਵੇ। ਹੁਣ ਦੂਸਰੇ ਪਾਸੇ ਜਿਹੜੇ ਲੋਕ ਕਹਿੰਦੇ ਆ ਉਹ ਇਸ ਗੱਲ ਨੂੰ ਕਹਿੰਦੇ ਆ ਕਿ ਚਾਹੇ ਉਹਨਾਂ ਨੇ ਜਿਹੜਾ ਹੈ ਉਹ ਆਪਣਾ ਫਾਇਦਾ ਸੋਚ ਕੇ ਬਣਾਇਆ, ਪਰ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਸੀ ਉਹਨਾਂ ਨੇ ਬੜੀ ਸੂਝ-ਬੂਝ ਦੇ ਨਾਲ ਇਹਨੂੰ ਕਾਂਗਰਸ ਨੂੰ ਅੰਗਰੇਜ਼ਾਂ ਦੇ ਖਿਲਾਫ ਇਸਤੇਮਾਲ ਕੀਤਾ ਜੀ। ਹੁਣ ਜਿਹੜੇ ਮੁੱਢਲੇ ਦੌਰ ਦੇ ਵਿੱਚ ਪੰਮ ਸਾਹਿਬ ਜਿਹੜੀਆਂ ਇਹਨਾਂ ਦੀਆਂ ਮੰਗਾਂ ਸੀਗੀਆਂ ਮੋਡਰੇਟਸ ਦੀਆਂ, ਉਹ ਬੜੀਆਂ ਮੋਡਰੇਟ, ਉਸ ਦੇ ਵਿੱਚ ਇਹੀ ਸੀ ਕਿ ਉਹ ਬੇਸਿਕਲੀ ਜਿਹੜਾ ਅੰਗਰੇਜ਼ ਦਾ ਰਾਜ ਹੈ ਉਹਨੂੰ ਉਹ ਬੁਰਾ ਨਹੀਂ ਸੀ ਸਮਝਦੇ, ਕਿਉਂਕਿ ਉਹ ਖੁਦ ਦਾਦਾ ਭਾਈ ਨਾਰੋ ਜੀ ਤਾਂ ਇੰਗਲੈਂਡ ਦੇ ਵਿੱਚ ਵੀ MP ਸੀਗੇ ਜੀ। ਬਿਲਕੁਲ।
ਤੇ ਉਹ ਇਹ ਮੰਨਦੇ ਸੀ ਕਿ ਜਿਹੜੇ ਇੰਗਲਿਸ਼ ਲੋਕ ਹੈ ਬੜੇ ਜਸਟ ਹੈ, ਇੰਗਲਿਸ਼ ਰਾਜ ਬੜਾ ਜਸਟ ਹੈ, ਬੜਾ ਹਿਊਮੈਨਿਟੇਰੀਅਨ ਹੈ ਤੇ ਭਾਰਤ ਦਾ ਭਲਾ ਚਾਹੁੰਦਾ ਹੈ। ਕਿ ਪ੍ਰੋਬਲਮ ਕਿੱਥੇ ਹੈ? ਪ੍ਰੋਬਲਮ ਇੱਥੇ ਹੈ ਕਿ ਜਿਹੜੀ ਭਾਰਤੀ ਲੋਕਾਂ ਦੀ ਗੱਲ ਹੈ ਉਹ ਸਾਹਿਬ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ। ਜੀ ਬਿਲਕੁਲ। ਇਰਾਦਾ ਤਾਂ ਬਹੁਤ ਚੰਗਾ ਸੀ ਪਰ ਸਮਝਾ ਤਪੱਸਿਆ 'ਚ ਕਮੀ ਰਹਿ ਜਾਂਦੀ, ਤਪੱਸਿਆ 'ਚ ਕਮੀ ਰਹਿ ਜਾਂਦੀ ਹੈ। ਉਹ ਗੱਲ ਹੈ ਭਾਵੇਂ ਸਾਹਿਬ ਕਿ ਸਾਹਿਬ ਦੇ ਫਿਰ ਉਹਨਾਂ ਦਾ ਜਿਹੜਾ ਟੀਚਾ ਸੀ ਇਹੀ ਰਹਿੰਦਾ ਸੀ ਕਿ ਜਿਹੜੇ ਸਾਹਿਬ ਦੇ ਕੰਨਾਂ ਤੱਕ ਜਿਹੜੀ ਗੱਲ ਹੈ ਪਹੁੰਚਾਈ ਜਾਵੇ। ਪ੍ਰੇਅਰ ਐਂਡ ਪਟੀਸ਼ਨ ਉਹਦਾ ਤਰੀਕਾ ਕੀ ਹੁੰਦਾ ਹੈ? ਪ੍ਰੇਅਰ ਐਂਡ ਪਟੀਸ਼ਨ। ਹੁਣ ਤਾਂ ਸਾਹਿਬ ਜਿਹੜੇ ਜਾਣ ਕੇ ਵੀ ਨਹੀਂ ਸੁਣਨਾ ਚਾਹੁੰਦੇ। ਹਾਂਜੀ, ਹੁਣ ਤਪੱਸਿਆ 'ਚ ਫਿਰ ਤਾਂ ਹੀ ਕਮੀ ਰਹਿ ਜਾਂਦੀ, ਤਪੱਸਿਆ 'ਚ ਕਮੀ ਰਹਿ ਜਾਂਦੀ। ਉਹਦੇ 'ਚ ਪ੍ਰੇਅਰ ਐਂਡ ਪਟੀਸ਼ਨ ਦੀ ਜਿਹੜੀ ਤਰੀਕਾ ਹੈ ਉਹ ਅਪਣਾਉਂਦੇ ਸੀ। ਪ੍ਰੇਅਰ ਐਂਡ ਪਟੀਸ਼ਨ ਦਾ ਕੀ ਮਤਲਬ ਹੈ ਕਿ ਚਿੱਠੀਆਂ ਲਿਖਣੀਆਂ, ਰੈਪਰੈਜ਼ੈਂਟੇਸ਼ਨਸ ਦੇਣੀਆਂ। ਠੀਕ ਹੈ ਜੀ। ਉਹੀ ਉਹਨਾਂ ਦਾ ਉਦੋਂ ਅੱਗੇ ਉਹ ਕੋਈ ਐਜੀਟੇਸ਼ਨ ਵਾਲੇ ਬੰਦੇ ਨਹੀਂ ਸੀਗੇ ਕੋਈ। ਉਹ ਫਿਰ ਐਜੀਟੇਸ਼ਨ ਕਰ ਨਹੀਂ ਸਕਦੇ ਕਿਉਂਕਿ ਉਹ ਐਲੀਟ ਕਲਾਸ ਸੀ। ਫਿਰ ਉਹਨਾਂ ਨੂੰ ਜੇਲ੍ਹ ਜਾ ਕੇ ਡਾਈਟ ਕੋਕ ਦੀ ਲੋੜ ਪੈ ਜਾਣੀ ਸੀ। ਸਹੀ ਗੱਲ ਹੈ। ਸੋ ਇਸ ਲਈ ਉਹ ਐਜੀਟੇਸ਼ਨ ਦਾ ਜਿਹੜਾ ਰਾਹ ਹੈ ਉਹ ਕਦੇ ਇਖਤਿਆਰ ਨਾ ਉਹ ਕਰਨਾ ਚਾਹੁੰਦੇ ਸੀ ਤੇ ਨਾ ਉਹ ਸੰਬੰਧ ਵਿਗਾੜਨਾ ਚਾਹੁੰਦੇ ਸੀ ਸਰਕਾਰ ਦੇ ਨਾਲ ਜੀ। ਉਹ ਟੀ ਪਾਰਟੀ ਪੋਲਿਟਿਕਸ। ਹੁਣ ਭਾਮ ਸਾਹਿਬ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ 1886 ਦੇ ਵਿੱਚ ਤੇ 1887 ਦੇ ਵਿੱਚ ਜਿਹੜੀ ਕਾਂਗਰਸ ਦਾ ਜਦ ਸੈਸ਼ਨ ਹੋਇਆ ਤਾਂ ਜਿਹੜਾ ਗਵਰਨਰ ਜਨਰਲ ਹੁੰਦਾ ਸੀ ਉਹ ਜਿਹੜੇ ਸਾਰੇ ਕਾਂਗਰਸ ਲੀਡਰ ਸੀ ਉਹਨਾਂ ਨੂੰ ਇਨਵਾਈਟ ਕਰਕੇ ਟੀ ਪਾਰਟੀ ਕਰਦਾ ਹੁੰਦਾ ਸੀ। ਇਸ ਲਈ ਉਸ ਨੂੰ ਟੀ ਪਾਰਟੀ ਪੋਲਿਟਿਕਸ ਕਿਹਾ ਜਾਂਦਾ ਹੈ ਜੀ। 1887 ਦੇ ਵਿੱਚ ਜਦ ਕਲਕੱਤਾ ਸੈਸ਼ਨ ਹੋਇਆ ਤਾਂ ਜਿਹੜਾ ਵਾਇਸਰਾਏ ਸੀ ਉਸਨੇ ਜਿਹੜਾ ਗਵਰਨਰ ਆਫ ਬੰਗਾਲ ਸੀਗਾ 87 ਦੇ ਵਿੱਚ, ਮਦਰਾਸ ਦਾ ਗਵਰਨਰ ਉਸਨੇ ਜਿਹੜੀਆਂ ਸੁਵਿਧਾਵਾਂ ਜਿਹੜੀਆਂ ਉਹ 86 ਦੇ ਵਿੱਚ ਕਲਕੱਤਾ ਸੈਸ਼ਨ, ਮੈਂ ਆਪਦੇ ਆਪ ਨੂੰ ਕਰੈਕਟ ਕਰਦਾ, ਲਾਰਡ ਡਫਰਿਨ ਉਹਨੇ ਇੱਕ ਗਾਰਡਨ ਪਾਰਟੀ ਦਿੱਤੀ ਤੇ ਉਸਨੇ ਇਹ ਗੱਲ ਕਹੀ ਕਿ ਮੈਂ ਕਾਂਗਰਸ ਨੂੰ ਨਹੀਂ, ਜਿਹੜੇ ਏਡੇ ਪਤਵੰਤੇ ਸੱਜਣ ਕਲਕੱਤੇ ਦੇ ਵਿੱਚ ਆਏ ਨੇ ਮੈਂ ਉਹਨਾਂ ਦਾ ਤਾਂ ਇੱਜ਼ਤ ਮਾਣ ਕਰਨਾ ਹੀ ਹੈ। ਹੁਣ ਤੁਸੀਂ ਦੇਖੋ ਬਈ ਸਰਕਾਰ ਕਿਉਂ ਸੁਵਿਧਾ ਦੇ ਰਹੀ ਸੀ। 1885 ਤੇ 86 ਤੱਕ ਜਿਹੜਾ ਹੈ ਉਹ ਉਦੋਂ ਬਣਨ ਤੋਂ ਬਾਅਦ, ਕਿਉਂਕਿ ਸਰਕਾਰ ਦੇ ਆਸ਼ੀਰਵਾਦ ਦੇ ਨਾਲ ਹੀ ਬਣੀ ਸੀ। ਜਿਹੜੀਆਂ ਹੁਣ ਵੀ ਭੰਮ ਸਾਹਿਬ ਪਿੱਛੇ ਜੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਸਰਕਾਰੀ ਆਸ਼ੀਰਵਾਦ ਦੇ ਨਾਲ ਸੰਸਥਾਵਾਂ ਬਣੀਆਂ ਜਿਹੜੀ ਐਜੀਟੇਸ਼ਨ ਦੀ ਗੱਲ ਕਰਦੀਆਂ ਸੀ ਉਹਨਾਂ ਨੂੰ ਵੀ ਸਰਕਾਰ ਦਾ ਆਸ਼ੀਰਵਾਦ ਫਿਰ ਲਗਾਤਾਰ ਮਿਲਦਾ ਰਿਹਾ। ਸਭ ਨੂੰ ਪਤਾ ਵੀ ਹੋਟਲਾਂ ਦੇ ਬਿੱਲ ਕੌਣ ਭਰਦਾ ਰਿਹਾ ਜੀ। ਸੋ ਇਸ ਲਈ ਉਹੀ ਜਿਹੜੀ ਇਤਿਹਾਸ ਸਾਨੂੰ ਇਹ ਗੱਲ ਦੱਸਦਾ ਹੈ ਕਿ ਫਿਰ 87 ਦੇ ਵਿੱਚ ਆ ਕੇ ਜਦ ਉਹ ਇੱਕ ਥੋੜਾ ਸਰਕਾਰ ਦੇ ਖਿਲਾਫ ਜਿਹਨੂੰ ਕਹਿੰਦੇ ਆ ਦਬਵੇਂ ਸੁਰ 'ਚ ਜਦ ਬੋਲਣ ਲੱਗੇ ਜਿਹੜੇ ਮੋਡਰੇਟ ਸਿਆਸਤਦਾਨ ਹੈ, ਫਿਰ ਸਰਕਾਰ ਨੇ ਜਿਹੜੀ ਇਹ ਨਾਰਾਜ਼ਗੀ ਉਹਨਾਂ ਦੇ ਪ੍ਰਤੀ ਦਿਖਾਉਣੀ ਸ਼ੁਰੂ ਕੀਤੀ। ਜਦ ਉਹਨਾਂ ਨੇ ਕੁਝ ਭਾਰਤ ਪੱਖੀ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਫਿਰ ਉਹਨਾਂ ਨੇ ਕੀਤਾ ਕਿ ਜਿਹੜੇ ਹੋਰ ਐਲੀਮੈਂਟ ਹੈ ਜਿਹੜੇ ਫਿਰਕੂ ਜਿਹੜੇ ਐਲੀਮੈਂਟ ਹੈ ਉਹਨਾਂ ਨੂੰ ਸਰ ਸੈਯਦ ਅਹਿਮਦ ਖਾਨ ਵਰਗੇ, ਰਾਜਾ ਸ਼ਿਵ ਪ੍ਰਸਾਦ ਬਨਾਰਸ ਦਾ ਜਿਹੜਾ ਰਾਜਾ ਸੀ ਉਸ ਦੇ ਵਰਗਿਆਂ ਨੂੰ ਖੜਾ ਕੀਤਾ ਤੇ ਇੱਕ ਆਰਗੇਨਾਈਜੇਸ਼ਨ ਬਣਾਈ, ਯੂਨਾਈਟਿਡ ਇੰਡੀਅਨ ਪੈਟਰੀਓਟਿਕ ਆਰਗੇਨਾਈਜੇਸ਼ਨ, ਕਾਂਗਰਸ ਨੂੰ ਕਾਊਂਟਰ ਕਰਨ ਦੇ ਵਾਸਤੇ ਜੀ। ਹੁਣ ਦੇਖੋ ਭਾਮ ਸਾਹਿਬ ਅੱਜ ਵੀ ਅਸੀਂ ਕਾਂਗਰਸ ਮੁਕਤ ਭਾਰਤ ਦੀਆਂ ਗੱਲਾਂ ਸੁਣਦੇ ਹਾਂ, ਕਾਂਗਰਸ ਦਾ ਸਮਾਪਤ ਕਰਨ ਦੀਆਂ ਜਿਹੜੀਆਂ ਗੱਲਾਂ ਉਹ ਅਸੀਂ ਸੁਣਦੇ ਹਾਂ। ਹੁਣ ਇਹ ਕਾਂਗਰਸ ਮੁਕਤ ਭਾਰਤ ਦੀਆਂ ਗੱਲਾਂ ਇਹ ਹੁਣ 1890 ਤੋਂ ਚੱਲ ਰਹੀਆਂ ਨੇ ਜੀ। ਜਿਹੜੇ 1890 ਦੇ ਵਿੱਚ ਕਾਂਗਰਸ ਮੁਕਤ ਕਰਨ ਦੇ ਲਈ ਭਾਰਤ ਨੂੰ ਅੰਗਰੇਜ਼ੀ ਹਕੂਮਤ ਨੇ ਜਿਹੜੇ ਸਰਕਾਰੀ EMPLOYEE ਹੈ ਉਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਕੋਈ ਵੀ ਸਰਕਾਰੀ ਜਿਹੜਾ ਮੁਲਾਜ਼ਮ ਹੈ ਉਹ ਕਾਂਗਰਸ ਦਾ ਹਿੱਸਾ ਨਹੀਂ ਬਣ ਸਕਦਾ। ਉਹ 1890 ਤੱਕ ਇਹ ਗੱਲ ਭਾਂਪ ਚੁੱਕੇ ਸੀ ਕਿ ਹੁਣ ਜਿਹੜੀ ਕਾਂਗਰਸ ਹੈ ਉਹ ਸਾਡੇ ਹਿੱਤਾਂ ਦੇ ਵਿਰੁੱਧ ਜਾਣ ਲੱਗੀ ਹੈ ਜੀ, ਜਿਹੜੀ ਸਰਕਾਰੀ ਆਸ਼ੀਰਵਾਦ ਦੇ ਨਾਲ ਹੀ ਬਣੀ ਸੀ ਪਹਿਲਾਂ ਜੀ। ਹੁਣ ਲਾਰਡ ਕਰਜ਼ਨ ਹੈ ਜਿਹੜਾ 1905 ਦੇ ਵਿੱਚ ਗਵਰਨਰ ਜਨਰਲ ਸੀ, ਉਹਨੇ ਹੁਣ ਬੜਾ ਇੱਕ ਇੰਟਰਸਟਿੰਗ ਜਿਹੜਾ ਬਿਆਨ ਕਾਂਗਰਸ ਪਾਰਟੀ ਦੇ ਬਾਰੇ ਦਿੱਤਾ। ਉਹਨੇ ਇਹ ਸਹੁੰ ਖਾਧੀ ਸੀ ਕਿ ਮੈਂ ਜਾਣ ਤੋਂ ਪਹਿਲਾਂ ਕਾਂਗਰਸ ਮੁਕਤ ਕਰੂੰ ਭਾਰਤ ਨੂੰ। ਤੇ ਉਹ ਕੀ ਕਹਿੰਦਾ, ਲਾਰਡ ਕਰਜ਼ਨ ਵਾਜ਼ more categorical in his pronouncement when he said that the Congress
ਵਾਸ ਟੋਟਰਿੰਗ ਟੂ ਇਟਸ ਫਾਲ। ਉਹ ਕਹਿੰਦਾ ਕਾਂਗਰਸ ਲੜਖੜਾ ਕੇ ਆਪਣੇ ਅੰਤ ਵੱਲ ਜਾ ਰਹੀ ਹੈ। ਐਂਡ ਵਨ ਆਫ ਹਿਸ ਗ੍ਰੇਟੈਸਟ ਐਂਬਿਸ਼ਨਸ ਇਨ ਇੰਡੀਆ ਵਾਸ ਟੂ ਅਸਿਸਟ ਟੂ ਇਟਸ ਪੀਸਫੁਲ ਡਿਮਾਈਸ। ਜੀ, ਉਹ ਕਹਿੰਦਾ ਮੇਰਾ ਇਹ ਜਿਹੜਾ ਐਂਬੀਸ਼ਨ ਹੈ ਆਪਣਾ ਕਾਰਜਕਾਲ ਦੇ ਦੌਰਾਨ ਇਹ ਹੈ ਕਿ ਮੈਂ ਕਾਂਗਰਸ ਦਾ ਭੋਗ ਪਾ ਕੇ ਜਾਵਾਂ ਹਿੰਦੁਸਤਾਨ ਦੇ ਵਿੱਚੋਂ। ਇਹ 1905 ਦੀ ਗੱਲ ਹੈ ਭਾਮ ਸਾਹਿਬ ਜੀ। ਅੱਜ ਅਸੀਂ 2023 ਦੇ ਵਿੱਚ ਬੈਠੇ ਹਾਂ ਤੇ ਹਜੇ ਵੀ ਜਿਹੜਾ ਹੈ ਪਹਿਲਾਂ ਉਹੀ ਕਰਦੇ ਹਾਂ, ਕਾਂਗਰਸ ਮੁਕਤ ਨਹੀਂ ਹੋ ਸਕਿਆ। ਚਲੋ ਖੈਰ, ਹਰੇਕ ਦਾ ਆਪੋ ਆਪਣਾ ਜਿਹੜਾ ਉਹ ਸਿਆਸੀ ਏਜੰਡਾ ਹੈ। ਅਸੀਂ ਗੱਲ ਕਰਨੀ ਆਜ਼ਾਦੀ ਦੀ ਜੀ, ਦੇਸ਼ ਦੀ, ਪਾਰਟੀਬਾਜ਼ੀ ਦੀ ਇੱਕ ਪਾਸੇ ਛੱਡ ਕੇ ਜਿਹੜੀ ਦੇਸ਼ ਦੇ ਹਿੱਤ ਦੇ ਵਿੱਚ ਹੈ। ਜੀ ਗਿੱਲ ਸਾਹਿਬ, ਤੁਸੀਂ ਇਹ ਦੱਸਿਆ ਕਿ ਪਹਿਲੇ ਪੜਾਅ ਦੇ ਵਿੱਚ ਕਿਹੋ ਜਿਹੀ ਜਿਹੜੀ ਹੈ ਉਹ ਜਿਹੜੀ ਟੀ ਪੋਲਿਟਿਕਸ ਚੱਲਦੀ ਰਹੀ ਹੈ। ਦੂਸਰਾ ਪੜਾਅ ਦਾ ਕਿਹੜਾ ਸੀਗਾ ਜੀ ਫਿਰ ਜਿਹਦੇ ਵਿੱਚ? ਜੀ ਭਾਮ ਸਾਹਿਬ, ਦੇਖੋ ਜਿਹੜਾ ਇਤਿਹਾਸ ਦੇ ਵਿੱਚ ਹਰੇਕ ਦਾ ਆਪੋ ਆਪਣਾ ਇੱਕ ਰੋਲ ਹੁੰਦਾ ਹੈ, ਹਰੇਕ ਦੀ ਆਪੋ ਆਪਣੀ ਇੱਕ ਦੇਣ ਹੁੰਦੀ ਹੈ। ਬਿਲਕੁਲ। ਜਿਹੜੇ ਮੋਡਰੇਟ ਸੀਗੇ ਉਹ ਪੜ੍ਹੇ ਲਿਖੇ, ਬੜੇ ਅਗਾਂਹ-ਵਧੂ ਤੇ ਜਾਗਰੂਕ ਲੋਕ ਸੀ। ਚਾਹੇ ਉਹ ਟੀ ਪਾਰਟੀ ਪੋਲਿਟਿਕਸ ਕਰਦੇ ਸੀਗੇ, ਚਾਹੇ ਉਹ ਰੈਡੀਕਲ ਨਹੀਂ ਸੀਗੇ, ਪਰ ਜਿਹੜੀ ਉਹਨਾਂ ਦੀ ਦੇਣ ਹੈ ਦੇਸ਼ ਨੂੰ ਉਹ ਵੀ ਛੁਟਲਾਈ ਨਹੀਂ ਜਾ ਸਕਦੀ, ਮਨਫੀ ਨਹੀਂ ਕੀਤੀ ਜਾ ਸਕਦੀ ਉਸ 'ਚ, ਕਿਉਂਕਿ ਉਹਨਾਂ ਨੇ ਇੱਕ ਬੜਾ ਮਹੱਤਵਪੂਰਨ ਕੰਮ ਕੀਤਾ। ਉਹ ਕੰਮ ਸੀ ਕਿ ਜਿਹੜਾ ਇਕਨੋਮਿਕ ਐਕਸਪਲੋਇਟੇਸ਼ਨ ਹੈ ਕਲੋਨੀਅਲ ਗਵਰਨਮੈਂਟ ਵੱਲੋਂ, ਉਸ ਨੂੰ ਦੁਨੀਆ ਦੇ ਸਾਹਮਣੇ ਨੰਗਾ ਕਰਕੇ ਰੱਖਿਆ। ਉਸ ਦੇ ਉੱਤੇ ਕੰਮ ਕੀਤਾ, ਬਕਾਇਦਾ ਕਿਤਾਬਾਂ ਲਿਖੀਆਂ, ਜਿਸ ਦੇ ਵਿੱਚੋਂ ਕਿ ਸਭ ਤੋਂ ਮੋਹਰੀ ਜਿਹੜੇ ਹੈਗੇ ਦਾਦਾ ਭਾਈ ਨਾਰੋ ਜੀ, ਉਹਨਾਂ ਨੇ ਇੰਡੀਅਨ ਪਾਵਰਟੀ ਐਕਸਪਲੇਨ ਕੀਤੀ। ਉਹਨਾਂ ਨੇ ਜਿਹੜਾ ਇੰਡੀਆ ਹਿੰਦੁਸਤਾਨ ਦੇ ਵਿੱਚ ਗਰੀਬੀ ਦਾ ਇਹ ਕਾਰਨ ਡੇਟਾ ਦੇ ਨਾਲ ਦੱਸਿਆ ਕਿ ਪਹਿਲਾਂ ਕਿੰਨਾ GDP ਹੁੰਦਾ ਸੀ ਦੁਨੀਆ ਦੇ ਵਿੱਚ ਤੇ ਹੁਣ ਕਿੰਨਾ ਹੈ, ਕਿੰਨੀ ਐਕਸਪੋਰਟ ਹੈ ਤੇ ਹੁਣ ਕਿੰਨੀ ਹੈ। ਤੇ ਉਹ ਜਿਹੜੀ ਹਿੰਦੁਸਤਾਨ ਦੀ ਗਰੀਬੀ ਆ ਉਹ ਇਸ ਲਈ ਹੈ ਕਿਉਂਕਿ ਜਿਹੜੇ ਇੰਡੀਆ ਦੇ ਇਕਨੋਮਿਕ ਰਿਸੋਰਸ ਹੈ ਉਹਨਾਂ ਨੂੰ ਬ੍ਰਿਟਨ ਐਕਸਪਲੋਇਟ ਕਰ ਰਿਹਾ ਹੈ। ਇਹ ਗੱਲ ਪਹਿਲੀ ਵਾਰੀ ਮੋਡਰੇਟਸ ਨੇ ਲਿਆ ਕੇ ਤੱਥਾਂ ਦੇ ਨਾਲ ਸਾਹਮਣੇ ਰੱਖੀ ਕਿਤਾਬ ਦੇ ਰੂਪ ਦੇ ਵਿੱਚ। ਜਿਹੜੀ ਡਰੇਨ ਥਿਊਰੀ ਹੈ ਉਹ ਸਾਹਮਣੇ ਦਿੱਤੀ ਦੁਨੀਆ ਦੇ, ਜਿਸ ਦੇ ਨਾਲ ਕਿ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਗੰਗਾ ਦੇ ਕਿਨਾਰੇ ਤੋਂ ਸਾਰੀ ਜਿਹੜੀ ਖੁਸ਼ਹਾਲੀ ਹੈ ਉਹ ਡਰੇਨ ਕਰਕੇ ਥੇਮਸ ਦੇ ਕਿਨਾਰੇ ਤੇ ਲਿਜਾਈ ਜਾ ਰਹੀ ਹੈ। ਬਿਲਕੁਲ, ਇਹ ਬਹੁਤ ਵੱਡੀ ਦੇਣ ਜਿਹੜੀ ਮੋਡਰੇਟਸ ਦੀ ਸੀ। ਇਹ ਭਾਮ ਸਾਹਿਬ, ਇਹ ਸਾਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਨੇ, ਆਪਣੇ ਪਾਸਟ ਤੋਂ ਸਿੱਖਣੀਆਂ ਚਾਹੀਦੀਆਂ ਨੇ, ਕਿਉਂਕਿ ਇਹੋ ਜਿਹੀਆਂ ਗੱਲਾਂ ਹੀ ਜਾਗਰਤੀ ਪੈਦਾ ਕਰਦੀਆਂ ਨਾ ਅਗਲਿਆਂ ਵਾਸਤੇ। ਰਾਹ ਦਸੇਰਾ ਤਾਂ ਇਹੀ ਬਣਦੀਆਂ ਨੇ। ਹਰੇਕ ਬੰਦੇ ਦਾ ਆਪੋ ਆਪਣਾ ਇੱਕ ਰੋਲ ਹੁੰਦਾ ਹੈ, ਆਪੋ ਆਪਣਾ ਇੱਕ ਸਫ਼ਰ ਹੁੰਦਾ ਹੈ, ਜਿਹਨੂੰ ਸਫ਼ਰ ਕਰਕੇ ਜਿਹੜੀ ਉਹਨੇ ਬੇਟਨ ਹੈ, ਜਿਹੜਾ ਮਸ਼ਾਲ ਹੈ, ਉਹ ਅੱਗੇ ਫੜਾ ਦੇਣੀ ਹੈ। ਬਿਲਕੁਲ। ਜਿਹੜਾ ਤੁਹਾਡੀ ਗੱਲ ਦਾ ਵਿਰੋਧ ਕਰ ਰਿਹਾ ਨਾ, ਉਹਦਾ ਵਿਰੋਧ ਵੀ ਕਿਤੇ ਨਾ ਕਿਤੇ ਅਸਰਅੰਦਾਜ਼ ਹੁੰਦਾ ਹੈ। ਉਹ ਤੁਹਾਨੂੰ ਮਤਲਬ ਕਿ ਸੁਚੇਤ ਕਰਦਾ ਹੈ ਜਾਂ ਤੁਹਾਨੂੰ ਅਜਿਹਾ ਸੋਚ ਜਿਹੜੀ ਥੋੜੀ ਡਿਵੈਲਪ ਹੁੰਦੀ ਹੈ ਉਹਦੇ ਨਾਲ ਜਦੋਂ ਕੋਈ ਵਿਰੋਧ ਹੁੰਦਾ। ਉਹ ਹੁਣ ਜਿਹੜਾ ਦੌਰ ਆ ਚੁੱਕਾ ਹੈ ਭਾਮ ਸਾਹਿਬ, ਉਹ ਹੈ ਗੁਲਾਮੇ ਫੜਨ ਦਾ, ਗਦਾਰੀ ਦੇ, ਬਿਲਕੁਲ, ਸਰਟੀਫਿਕੇਟ ਵੰਡਣ ਦਾ। ਤੂੰ ਏਜੰਟ, ਤੂੰ ਗਦਾਰ, ਤੂੰ ਫਲਾਨਾ, ਤੂੰ ਧਮਕਾ। ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਜਿਹੜੀ ਕਮਾਈ ਕੀਤੀ ਹੁੰਦੀ ਹੈ, ਸਮਾਜ ਦੇ ਭਲੇ ਲਈ ਕੰਮ ਕੀਤਾ ਹੁੰਦਾ ਹੈ, ਉਹਦੀ ਕੋਈ ਇੱਕ ਗੱਲ ਫੜ ਕੇ ਛੋਟੀ ਜੀ ਉਹਦੇ ਖਿਲਾਫ ਕੈਂਪੇਨ ਚਲਾ ਦੇਣੀ, ਇਹ ਸੋਸ਼ਲ ਮੀਡੀਆ ਤੇ ਬਦਨਾਮ ਕਰਨਾ, ਗੁਲਾਮੇ ਫੜਨਾ, ਤੂੰ ਕੀਤਾ ਕੀ ਹੈ। ਇਹ ਜਿਹੜੀ ਸੋਚ ਹੈ ਭਾਮ ਸਾਹਿਬ, ਇਹ ਬੜੀ ਘਟੀਆ ਪੱਧਰ ਦੇ ਉੱਤੇ ਜਿਹੜੀ ਰਾਜਨੀਤੀ ਹੈ ਤੇ ਜਿਹੜਾ ਪੋਲੀਟੀਕਲ ਡਿਸਕੋਰਸ ਹੈ ਤੇ ਜਿਹੜਾ ਸੋਸ਼ਲ ਡਿਸਕੋਰਸ ਹੈ ਉਹ ਉਤਰਦਾ ਜਾ ਰਿਹਾ। ਵੱਡੇ ਜਿਹੜੇ ਲੀਡਰ ਹੈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਮਾਜ ਦੇ ਲਈ ਘਾਲੀ ਹੈ, ਠੀਕ ਹੈ, ਤੁਸੀਂ ਉਹਨਾਂ ਦਾ ਕ੍ਰਿਟਿਸਿਜ਼ਮ ਕਰੋ, ਪਰ ਉਹਨਾਂ ਦਾ ਜਿਹੜਾ ਕਿਰਦਾਰਕੁਸ਼ੀ ਕਰਨੀ, ਉਹਨਾਂ ਦੇ ਪਰਿਵਾਰਾਂ, ਨਿੱਜੀ ਜ਼ਿੰਦਗੀ ਤੇ ਪਰਸਨਲ ਜ਼ਿੰਦਗੀ ਤੇ, ਜਵਾਹਰ ਲਾਲ ਨਹਿਰੂ ਦੇ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ, ਮਹਾਤਮਾ ਗਾਂਧੀ ਦੇ ਬਾਰੇ, ਹਾਲਾਂਕਿ ਉਹ ਗੱਲਾਂ ਉਹਨਾਂ ਨੇ ਖੁਦ ਆਪਣੀ ਕਿਤਾਬ ਦੇ ਵਿੱਚ ਲਿਖੀਆਂ ਨੇ, ਮਾਈ ਐਕਸਪੈਰੀਮੈਂਟ ਵਿਦ ਟਰੂਥ ਦੇ ਵਿੱਚ। ਇਸੇ ਤਰ੍ਹਾਂ ਤੁਸੀਂ ਪੰਜਾਬ ਦੀ ਸਿਆਸਤ ਦੇ ਵਿੱਚ ਦੇਖ ਲਓ, ਪੰਥਕ ਸਿਆਸਤ ਦੇ ਵਿੱਚ ਦੇਖ ਲਓ, ਜਿਹੜੇ ਲੀਡਰ ਹੋਏ ਹੈ ਜਿਨ੍ਹਾਂ ਨੇ ਦੇਣ ਦਿੱਤੀ ਹੈ ਜੀ ਪੰਥ ਨੂੰ, ਪੰਜਾਬ ਨੂੰ, ਉਹਨਾਂ ਦੇ ਬਾਰੇ ਅੱਜ ਕੀ ਸੁਣ ਕੇ ਸ਼ਰਮ ਆਉਂਦੀ ਹੈ। ਜੋ ਬਕਵਾਸ ਸੋਸ਼ਲ ਮੀਡੀਆ ਤੇ ਕੀਤੀ ਜਾਂਦੀ ਹੈ, ਉਹ ਗਦਾਰ ਸੀ, ਉਹ ਸਰਕਾਰ ਦਾ ਏਜੰਟ ਸੀ, ਉਹ ਇਹ ਸੀ, ਉਹ ਸੀ। ਹੁਣ ਮੋਡਰੇਟਸ ਨੂੰ ਤਾਂ ਉਸ ਸਮੇਂ ਨਹੀਂ ਕਿਹਾ ਗਿਆ ਕਿ ਤੁਸੀਂ ਸਰਕਾਰ ਦੇ ਏਜੰਟ ਹੋ। ਉਦੋਂ ਜਿਹੜਾ ਅਗਲਾ ਦੌਰ ਹੈ ਉਹ ਐਕਸਟ੍ਰੀਮਿਸਟ ਦਾ ਆਇਆ। ਐਕਸਟ੍ਰੀਮਿਸਟ ਨੇ ਇਖਲਾਫਾਤ ਜਿਹੜੇ ਹੈ ਉਹ ਮੋਡਰੇਟਸ ਦੇ ਨਾਲ ਰੱਖੇ, ਪਰ ਕਿਸੇ ਨੇ ਉਹਨਾਂ ਦੇ ਕਿਰਦਾਰ ਦੇ ਉੱਤੇ ਉਂਗਲ ਨਹੀਂ ਚੱਕੀ। ਤਿਲਕ ਨੇ ਆ ਕੇ ਇਹ ਨਹੀਂ ਕਿਹਾ ਕਿ ਤੁਸੀਂ ਸਰਕਾਰੀ ਏਜੰਟ ਹੋ,
ਗੋਖਲੇ ਨੂੰ ਜਾਂ ਦਾਦਾ ਭਾਈ ਨਾਰੋ ਜੀ ਨੂੰ, ਉਹਨਾਂ ਨੂੰ ਫਿਰ ਵੀ ਰਿਸਪੈਕਟ ਮਿਲੀ, ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਾ ਗਿਆ। ਪਰ ਅੱਜ ਅਸੀਂ ਨੀਚਤਾ ਤੇ ਉਤਰੇ ਹੋਏ ਹਾਂ। ਮੈਨੂੰ ਭੰਮ ਸਾਹਿਬ ਇਹ ਬੜੇ ਅਫਸੋਸ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਜੀ, ਅੱਜ ਜਿਹੜਾ ਪੋਲੀਟੀਕਲ ਡਿਸਕੋਰਸ ਹੈ ਉਹ ਨੀਚਤਾ ਦੇ ਉੱਤੇ ਉਤਰਿਆ ਹੈ। ਦੇਖੋ IT ਸੈੱਲ ਬਣਾਏ ਹੋਏ ਨੇ ਲੋਕਾਂ ਨੂੰ ਬਦਨਾਮ ਕਰਨ ਨੂੰ, ਡਰਾਉਣ ਨੂੰ, ਧਮਕਾਉਣ ਨੂੰ, ਤੇ ਉਹ ਸਭ ਇਹ ਜਿਹੜਾ ਹੈ ਸਮਾਜ ਨੂੰ ਤੋੜਨ ਦਾ, ਬਖੇਰਨ ਦਾ ਕੰਮ ਜਿਹੜਾ ਹੈ ਇਹ ਕਰ ਰਹੇ ਹੈ ਜੀ, ਤੇ ਲੀਡਰਾਂ ਦੀ ਕਿਰਦਾਰਕੁਸ਼ੀ ਦਾ ਜੀ। ਹੁਣ ਜਿਹੜਾ ਦੂਜਾ ਫੇਜ਼ ਹੈ ਭੰਮ ਸਾਹਿਬ, ਫਿਰ ਉਹ 1905 ਤੋਂ ਲੈ ਕੇ 1919 ਤੱਕ ਜਿਹੜਾ ਦੌਰ ਹੈ ਉਹ ਐਕਸਟ੍ਰੀਮਿਜ਼ਮ ਦਾ ਦੌਰ ਹੈ। ਹੁਣ ਐਕਸਟ੍ਰੀਮਿਜ਼ਮ ਤੇ ਮੋਡਰੇਟ ਦੇ ਵਿੱਚ ਕੀ ਫਰਕ ਹੈ? ਉਹ ਬੁਨਿਆਦੀ ਫਰਕ ਹੈ ਜਿਹੜਾ ਹੈ ਉਹ ਮੰਗਾਂ ਨੂੰ ਲੈ ਕੇ ਤੇ ਐਜੀਟੇਸ਼ਨ ਦੇ ਤਰੀਕੇ ਨੂੰ ਲੈ ਕੇ। ਹੁਣ ਮੰਗਾਂ ਕੀ ਸੀਗੀਆਂ? ਉਹ ਸਿਰਫ ਛੋਟੇ ਮੋਟੇ ਰਿਫਾਰਮ ਮੰਗਦੇ ਸੀ ਜਿਹੜੇ ਮੋਡਰੇਟ ਸੀਗੇ, ਕਿ ਰੈਪਰੈਜ਼ੈਂਟੇਟਿਵ ਗਵਰਨਮੈਂਟ ਦਿੱਤੀ ਜਾਵੇ, ਸਾਨੂੰ ਵਾਇਸਰਾਏ ਦੇ ਕਾਉਂਸਲ ਦੇ ਵਿੱਚ ਜ਼ਿਆਦਾ ਇੰਡੀਅਨ ਬੰਦੇ ਹੋਣ, ਅਫਸਰਸ਼ਾਹੀ ਦੇ ਵਿੱਚ ਇੰਡੀਅਨ ਬੰਦੇ ਹੋਣ, ਤੇ ਹੋਰ ਛੋਟੀਆਂ ਮੋਟੀਆਂ ਮੰਗਾਂ। ਪਰ ਫਿਰ ਜਿਹੜੇ ਐਕਸਟ੍ਰੀਮਿਸਟ ਹੈ ਭੰਮ ਸਾਹਿਬ, ਉਹਨਾਂ ਨੇ ਸੈਲਫ ਗਵਰਨਮੈਂਟ ਦੀ ਗੱਲ ਕੀਤੀ। ਅੱਗੇ ਚੱਲ ਕੇ ਬਾਲ ਗੰਗਾਧਰ ਤਿਲਕ ਨੇ, ਜਿਹੜੇ ਐਕਸਟ੍ਰੀਮਿਸਟ ਦੇ ਮੋਢੀ ਲੀਡਰ ਸੀ ਜੀ, ਉਹਨਾਂ ਨੇ ਸਵਰਾਜ ਦੀ ਗੱਲ ਕੀਤੀ ਪਹਿਲੀ ਵਾਰੀ। ਉਹਨਾਂ ਨੇ ਇਹ ਗੱਲ ਆਖੀ ਕਿ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਜੀ, ਤੇ ਮੈਂ ਉਸ ਨੂੰ ਹਾਸਲ ਕਰਕੇ ਰਹੂੰਗਾ। ਬਿਲਕੁਲ ਹਾਸਲ ਕਰਕੇ ਰਹੂੰਗਾ। ਤੇ ਉਹਨਾਂ ਦੇ ਜਿਹੜੇ ਐਜੀਟੇਸ਼ਨ ਦੇ ਤਰੀਕੇ ਸੀ ਐਕਸਟ੍ਰੀਮਿਸਟ ਦੇ ਭੰਮ ਸਾਹਿਬ, ਉਹ ਜਿਹੜੇ ਸੀਗੇ ਉਹ ਵੀ ਮਾਸ ਐਜੀਟੇਸ਼ਨ ਵਾਲੇ ਸੀਗੇ। ਪੈਸਿਵ ਰੈਜ਼ਿਸਟੈਂਸ, ਧਰਨਾ ਪ੍ਰਦਰਸ਼ਨ, ਸਿੱਧੇ ਤੌਰ ਉੱਤੇ ਸਰਕਾਰ ਦੇ ਨਾਲ ਟੱਕਰ ਲੈਣ ਵਾਲੇ ਜੀ। ਇਸ ਲਈ ਉਹਨਾਂ ਨੂੰ ਜਿਹੜਾ ਹੈ ਉਹ ਗਰਮ ਖਿਆਲੀ ਕਿਹਾ ਗਿਆ। ਇਸੇ ਕਰਕੇ ਜਿਹੜਾ ਪਹਿਲਾਂ ਤਾਂ ਦੇਖੋ ਉਹਨਾਂ ਦੇ ਵਿੱਚ ਤਿਲਕ ਦੇ ਪੈਰ ਨਹੀਂ ਲੱਗਣ ਦਿੱਤੇ, ਕਿਉਂਕਿ ਮੋਡਰੇਟਸ ਦਾ ਕਬਜ਼ਾ ਸੀ ਕਾਂਗਰਸ ਦੇ ਉੱਤੇ ਜੀ। ਹੌਲੀ ਹੌਲੀ ਫਿਰ ਜਿਹੜਾ ਐਕਸਟ੍ਰੀਮਿਸਟ ਧੜਾ ਹੈ, ਜਿਹਦੇ ਵਿੱਚ ਬਾਲ ਗੰਗਾਧਰ ਤਿਲਕ, ਬਿਪਨ ਚੰਦਰ ਪਾਲ, ਲਾਲਾ ਲਾਜਪਤ ਰਾਏ, ਜਿਨ੍ਹਾਂ ਨੂੰ ਤਿਕੜੀ ਕਿਹਾ ਜਾਂਦਾ ਸੀ, ਲਾਲ ਬਾਲ ਪਾਲ ਜੀ, ਉਹਨਾਂ ਦਾ ਫਿਰ ਜਿਹੜਾ ਹੈ ਉਹ ਦਬਦਬਾ ਕਾਂਗਰਸ ਦੇ ਵਿੱਚ ਹੋਣ ਲੱਗਿਆ। ਤੇ ਕਾਂਗਰਸ ਦੇ ਵਿੱਚ ਤੇ ਭਾਰਤ ਦੀ ਰਾਜਨੀਤੀ ਦੇ ਵਿੱਚ ਐਕਸਟ੍ਰੀਮਿਜ਼ਮ ਦਾ ਜਿਹੜਾ ਉਭਾਰ ਹੈ ਉਹ ਹੋਣ ਲੱਗਿਆ। ਹੁਣ ਇਸ ਦੇ ਵਿੱਚ ਜਿਹੜੇ ਇਹ ਤਿੰਨ ਲੀਡਰ ਹੈ ਤੇ ਔਰਬਿੰਦੋ ਹੈ, ਉਹਨਾਂ ਨੇ ਬੜਾ ਵੱਡਾ ਰੋਲ ਨਿਭਾਇਆ। ਆਚਾਰਿਆ ਜਿਹੜੇ ਔਰਬਿੰਦੋ ਹੈ ਜੀ, ਇਸ ਦੇ ਵਿੱਚ ਭੰਮ ਸਾਹਿਬ ਜਿਹੜਾ ਖਿਆਲਾਂ ਦਾ ਉਹਨਾਂ ਨਾਲੋਂ ਵਖਰੇਵਾਂ ਸੀ। ਖਿਆਲਾਂ ਦਾ ਵਖਰੇਵਾਂ ਇਹ ਸੀ ਕਿ ਜਿਹੜੇ ਮੋਡਰੇਟਸ ਹੈ ਜੀ, ਉਹ ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਬੜੇ ਲਿਬਰਲ ਖਿਆਲਾਂ ਦੇ ਸੀ, ਤੇ ਬੜੇ ਉਹ ਇੰਗਲਿਸ਼ ਐਜੂਕੇਟਿਡ ਹੋਣ ਦੇ ਕਾਰਨ ਉਹਨਾਂ ਦਾ ਜਿਹੜਾ ਮੋਟੀਵੇਸ਼ਨ ਸੀ, ਜਿਹੜੀ ਉਹਨਾਂ ਦੀ ਇੰਸਪੀਰੇਸ਼ਨ ਸੀ, ਉਹ ਪੱਛਮੀ ਸੀ, ਪੱਛਮ ਦੇ ਲਿਟਰੇਚਰ ਦੇ ਵਿੱਚੋਂ, ਪੱਛਮੀ ਸੱਭਿਆਚਾਰ ਦੇ ਵਿੱਚੋਂ। ਪਰ ਜਿਹੜੇ ਐਕਸਟ੍ਰੀਮਿਸਟ ਸੀ, ਚਾਹੇ ਉਹ ਬਾਲ ਗੰਗਾਧਰ ਤਿਲਕ ਸੀ, ਜਿਨ੍ਹਾਂ ਨੇ ਕੀ ਇਹ ਗੱਲ ਕਹੀ ਸੀ ਕਿ ਗੈਟ ਆਊਟ ਆਫ ਦਾ ਵਰਲਡ ਆਫ ਦਾ ਇੰਡੀਅਨ ਪੀਨਲ ਕੋਡ ਐਂਡ ਐਂਟਰ ਇਨਟੂ ਦਾ ਡਿਵਾਈਨ ਵਰਲਡ ਆਫ ਭਗਵਦ ਗੀਤਾ, ਉਹ ਗੀਤਾ ਦੀ ਗੱਲ ਕਰਦੇ ਸੀ। ਉਹ ਜਿਹੜੇ ਭਾਰਤੀ ਜਿਹੜੀ ਸੰਸਕ੍ਰਿਤੀ ਦੇ ਵਿੱਚੋਂ ਜਿਹੜੀਆਂ ਪ੍ਰੇਰਨਾਵਾਂ ਮਿਲਦੀਆਂ ਸੀ, ਉਹਨਾਂ ਦੇ ਵਿੱਚੋਂ ਆਪਣੀ ਇੰਸਪੀਰੇਸ਼ਨ ਡਰਾ ਕਰਕੇ ਉਹ ਦੇਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਸੀ ਜੀ। ਚਾਹੇ ਉਹ ਲਾਲਾ ਲਾਜਪਤ ਰਾਏ ਸੀ, ਉਹ ਅਸੀਂ ਜਾਣਦੇ ਹਾਂ, ਉਹ ਸਵਾਮੀ ਦਿਆਨੰਦ ਸਰਸਵਤੀ ਦੇ ਜਿਹੜੇ ਉਹ ਚੇਲੇ ਸੀਗੇ। ਆਰਿਆ ਸਮਾਜ ਦੇ ਵਿੱਚ ਫਿਰ ਬਹੁਤ ਵੱਡਾ ਰੋਲ ਉਹਨਾਂ ਦਾ ਰਿਹਾ, ਦਿਆਨੰਦ ਐਂਗਲੋ ਵੈਦਿਕ ਬਣਾਉਣ ਦੇ ਵਿੱਚ ਜੀ, DAV ਬਣਾਉਣ ਦੇ ਵਿੱਚ, ਤੇ ਹੋਰ ਬਹੁਤ ਸਾਰੇ ਇੰਸਟੀਟਿਊਸ਼ਨ ਬਿਲਡਰ ਅਸੀਂ ਗੱਲ ਕੀਤੀ ਹੈ ਲਾਲਾ ਲਾਜਪਤ ਰਾਏ ਬਾਰੇ। ਉਹ ਇੱਕ ਜਿਹੜਾ ਭਾਰਤੀ ਬਦਲ ਹੈ ਭਾਰਤ ਦੇ ਲੋਕਾਂ ਨੂੰ ਉਹ ਦੇਣਾ ਚਾਹੁੰਦੇ ਸੀ ਜੀ, ਜਿਹੜਾ ਕਿ ਪੱਛਮੀ ਵਿਚਾਰਾਂ ਦੇ ਉੱਤੋਂ ਕੋਲੋਂ ਆਜ਼ਾਦ ਹੋਵੇ। ਉਸ ਦੇ ਕਰਕੇ ਉਹਨਾਂ ਨੇ ਪੱਛਮੀ ਇੰਸਟੀਟਿਊਸ਼ਨ ਦਾ ਬਦਲ ਬਣਾਇਆ ਭਾਰਤ ਦੇ ਵਿੱਚ ਜੀ। ਉਹ ਜਿਹੜਾ ਸਵਾਮੀ ਵਿਵੇਕਾਨੰਦ ਨੇ ਜੋ ਗੱਲ ਕੀਤੀ, ਉਦੋਂ ਪਹਿਲਾਂ ਉਹ ਚਿੰਤਕ ਆ ਚੁੱਕੇ ਸੀਗੇ ਜੀ, ਜਿਹੜੇ ਭਾਰਤ ਦੀ ਸੁੱਤੀ ਹੋਈ ਆਤਮਾ ਨੂੰ ਜਗਾਉਣ ਦਾ ਹੋਕਾ ਦਿੰਦੇ ਸੀ, ਭਾਰਤੀ ਧਰਮ, ਭਾਰਤੀ ਸੱਭਿਅਤਾ ਦੀ ਗੱਲ ਕਰਦੇ ਸੀ। ਉਸ ਦੇ ਵਿੱਚ ਕੀ ਤੁਸੀਂ ਆਪਣੀ ਹੋਂਦ ਦੇ ਵਿੱਚ ਮਾਣ ਮਹਿਸੂਸ ਕਰੋ। ਉਹ ਗੱਲ ਫਿਰ ਤਿਲਕ ਨੇ ਤੇ ਲਾਲਾ ਲਾਜਪਤ ਰਾਏ ਨੇ, ਬਿਪਨ ਚੰਦਰ ਪਾਲ ਹੋਣਾ ਨੇ ਇਹ ਗੱਲ ਕੀਤੀ। ਹੁਣ ਵੱਖ-ਵੱਖ ਸਮੇਂ ਦੇ ਉੱਤੇ ਪਹਿਲੀ ਵਾਰੀ ਭੰਮ ਸਾਹਿਬ ਜਿਹੜਾ ਸੈਡੀਸ਼ਨ ਲਾਅ ਹੈ
ਜਿਹੜਾ ਕਿ ਹੁਣ ਮੈਂ ਕਹਿਣਾ ਚਾਹੁੰਦਾ ਕਿ ਭਾਰਤ ਸਰਕਾਰ ਨੇ ਹੁਣ ਪਿੱਛੇ ਜੇ ਗ੍ਰਹਿ ਮੰਤਰੀ ਨੇ ਇੱਕ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਸੈਡੀਸ਼ਨ ਦਾ ਜਿਹੜਾ ਲਾਅ ਹੈ ਜੀ ਉਹਨੂੰ ਖਤਮ ਕਰਨ ਦੀ ਗੱਲ ਕੀਤੀ ਹੈ। ਜਿਸ ਸੈਡੀਸ਼ਨ ਲਾਅ ਦੇ ਵਿੱਚ ਬਾਲ ਗੰਗਾਧਰ ਤਿਲਕ ਤੇ ਮਹਾਤਮਾ ਗਾਂਧੀ ਜੇਲ੍ਹਾਂ ਕੱਟ ਚੁੱਕੇ ਹੈ, ਉਸੇ ਇੰਡੀਅਨ ਪੀਨਲ ਕੋਡ ਦਾ ਉਹੀ ਸੈਡੀਸ਼ਨ ਲਾਅ ਹੈ ਜਿਹੜਾ ਉਹ 2023 ਤੱਕ ਜਿਹੜਾ ਵਿਚਾਰਕ ਵਖਰੇਵਾਂ ਰੱਖਦੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਣ ਦੇ ਲਈ ਸਰਕਾਰਾਂ ਵੱਖ-ਵੱਖ ਸਮੇਂ ਤੇ ਵਰਤ ਰਹੀਆਂ ਸੀ, ਜਿਸ ਨੂੰ ਮਹਾਤਮਾ ਗਾਂਧੀ ਨੇ ਦ ਪ੍ਰਿੰਸ ਆਫ ਆਲ ਦਾ ਓਪਰੈਸਿਵ ਸੈਕਸ਼ਨਸ ਆਫ ਇੰਡੀਅਨ ਪੀਨਲ ਕੋਡ ਕਿਹਾ ਸੀ ਕਿ ਉਹ ਜ਼ਾਲਮ ਜਿਹੜੇ ਸੈਕਸ਼ਨ ਨੇ ਉਹਨਾਂ ਦਾ ਸ਼ਹਿਜ਼ਾਦਾ ਹੈ। ਸੈਡੀਸ਼ਨ ਦਾ ਜਿਹੜਾ ਕਾਨੂੰਨ ਹੈ ਦੇਸ਼ ਧਰੋਹ ਦਾ ਜੀ। ਸੋ ਪਹਿਲੀ ਵਾਰ ਤਿਲਕ ਜਿਹੜੇ ਹੈ ਉਹ ਦੇਖੋ ਪਹਿਲੇ ਏਡੇ ਕਦਾਵਰ ਆਗੂ ਹੈ ਜਿਹੜੇ ਜੇਲ੍ਹ ਗਏ, ਕਿਉਂਕਿ ਉਹ ਲਿਖਦੇ ਇਸ ਤਰ੍ਹਾਂ ਸੀ ਕਿ ਜਿਹੜਾ ਸਰਕਾਰ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ। ਉਹਦੇ ਵਿੱਚ ਮੀਡੀਆ ਦਾ ਰੋਲ ਵੀ ਆ ਜਾਂਦਾ ਹੈ। ਤਿਲਕ ਜਿਹੜੇ ਹੈ ਉਹ ਇਨਕਲਾਬੀ ਮੀਡੀਆ ਦੇ ਵੀ ਗੁਰੂ ਹੈ, ਪਿਤਾਮਾ ਹੈ ਜੀ। ਹੁਣ ਇਹ ਵੀ ਕਿਹਾ ਜਾਂਦਾ ਹੈ ਕਿ ਦੇਖੋ ਹੁਣ ਜਿਹੜਾ ਰੈਵੋਲੂਸ਼ਨਰੀ ਘਟਨਾਵਾਂ ਸ਼ੁਰੂ ਹੋਣ ਲੱਗੀਆਂ ਉਹਨਾਂ ਦੇ ਜਿਹੜੇ ਜਨਕ ਉਹ ਵੀ ਤਿਲਕ ਨੇ, ਕਿਉਂਕਿ ਤਿਲਕ ਦੀ ਪ੍ਰੇਰਨਾ ਦੇ ਨਾਲ ਹੀ ਜਿਹੜੇ ਚਾਪੇਕਰ ਬ੍ਰਦਰ ਸੀ ਮਹਾਰਾਸ਼ਟਰ ਦੇ ਵਿੱਚ 1897 ਦੇ ਆਸ-ਪਾਸ ਉਹਨਾਂ ਨੇ ਜਿਹੜਾ ਰੈਂਡ ਸੀ ਪਲੇਗ ਦਾ ਕਮਿਸ਼ਨਰ, ਕਿਉਂਕਿ ਜਦ ਪਲੇਗ ਫੈਲੀ ਤਾਂ ਅੰਗਰੇਜ਼ੀ ਹਕੂਮਤ ਨੇ ਬਹੁਤ ਜ਼ੁਲਮ ਲੋਕਾਂ ਦੇ ਉੱਤੇ ਕੀਤਾ ਪਲੇਗ ਨੂੰ ਰੋਕਣ ਦੇ ਨਾਮ ਤੇ। ਜੋ ਕੁਝ ਅਸੀਂ ਦੇਖਿਆ ਵੀ ਇੱਥੇ ਕੈਨੇਡਾ ਦੇ ਵਿੱਚ ਹੁਣ ਕੋਵਿਡ-19 ਦੇ ਦੌਰਾਨ ਜਿਸ ਤਰ੍ਹਾਂ ਟਰੂਡੋ ਦੀ ਸਰਕਾਰ ਨੇ ਬੇਲੋੜਾ ਜਿਹੜਾ ਐਮਰਜੈਂਸੀ ਐਕਟ ਲਗਾ ਕੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ, ਲੋਕਾਂ ਦੀਆਂ ਜਿਹੜੀਆਂ ਆਜ਼ਾਦੀਆਂ ਨੇ ਉਸ ਨੂੰ ਦਰੜਨ ਦਾ ਕੰਮ ਕੀਤਾ, ਕੁਝ ਅਜਿਹਾ ਹੀ ਕੰਮ ਉਦੋਂ ਹੋਇਆ ਸੀ, ਜਿਸ ਦੇ ਰਿਐਕਸ਼ਨ ਦੇ ਵਿੱਚ ਤਿਲਕ ਤੋਂ ਜਿਹੜੇ ਪ੍ਰਭਾਵਿਤ ਹੋ ਕੇ ਜਿਹੜੇ ਚਾਪੇਕਰ ਭਰਾ ਸੀ ਉਹਨਾਂ ਨੇ ਉਸ ਰੈਂਡ ਪਲੇਗ ਕਮਿਸ਼ਨਰ ਸੀ ਉਸ ਨੂੰ ਗੋਲੀ ਮਾਰਤੀ ਸੀ ਮਹਾਰਾਸ਼ਟਰ ਦੇ ਵਿੱਚ। ਉਹ ਇਹ ਪਹਿਲੀ ਜਿਹੜੀ ਰੈਵੋਲੂਸ਼ਨਰੀ ਜਿਸ ਨੂੰ ਟੈਰਰਿਜ਼ਮ ਕਿਹਾ ਜਾਂਦਾ ਹੈ, ਟੈਰਰਿਜ਼ਮ ਜਿਹੜਾ ਵਰਤ ਹੈ ਸ਼ਬਦ ਹੈ ਭਾਮ ਸਾਹਿਬ ਉਹਨੂੰ ਹੁਣ ਹੋਰ ਤਰ੍ਹਾਂ ਵਰਤਿਆ ਜਾਣ ਲੱਗਿਆ ਹੈ ਜੀ, ਪਰ ਉਸ ਸਮੇਂ ਉਸ ਨੂੰ ਰੈਵੋਲੂਸ਼ਨਰੀ ਜਿਹੜਾ ਟੈਰਰਿਜ਼ਮ ਹੈ ਜਿਹੜੇ ਪੋਲੀਟੀਕਲ ਸਾਇੰਟਿਸਟ ਉਸ ਨੂੰ ਕਹਿੰਦੇ, ਪਹਿਲੀ ਜਿਹੜੀ ਇਨਕਲਾਬੀ ਹਿੰਸਕ ਘਟਨਾ ਜਿਹੜੀ ਹੋਈ ਉਹ ਹੋਈ ਜੀ। ਜਿਸ ਤੋਂ ਬਾਅਦ ਦੇ ਵਿੱਚ ਕੀ ਫਿਰ ਜਿਹੜੀ ਉਹ ਲੜੀ ਜੁੜੀ ਹੈ, ਚਾਹੇ ਉਹ ਗਦਰ ਮੂਵਮੈਂਟ ਹੈ ਚਾਹੇ ਉਹ ਸਾਰੀ ਜੀ, ਫਿਰ ਜਿਹੜੇ ਭਗਤ ਸਿੰਘ ਹੋਰਾਂ ਦੀ ਜਿਹੜੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਉਹ ਸਾਰੀ ਬੰਗਾਲ ਦੇ ਵਿੱਚ ਵੀ ਇੱਕ ਇਨਕਲਾਬੀ ਜਿਹੜੀ ਲਹਿਰ, ਖੁਦੀਰਾਮ ਬੋਸ ਵਰਗਿਆਂ ਨੇ ਜਿਹੜੀ ਗਵਰਨਰ ਦੀ ਜਿਹੜੀ ਪਾਲਕੀ ਦੇ ਉੱਤੇ ਬੰਬ ਸਿੱਟਿਆ ਤੇ 17 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਏ, ਤੇ ਇਸ ਤਰ੍ਹਾਂ ਉਸ ਦਾ ਜਨਮ ਵੀ ਫਿਰ ਜਿਹੜੀ ਤਿਲਕ ਦੀ ਸੋਚ ਹੈ ਉੱਥੋਂ ਹੀ ਹੋਇਆ। ਪਹਿਲਾਂ ਸਭ ਤੋਂ ਪਹਿਲਾਂ ਚਲੋ ਕਿ ਸਭ ਦੀਆਂ ਆਪੋ ਆਪਣੀਆਂ ਜਿਹੜੀਆਂ ਇੰਸਪੀਰੇਸ਼ਨਸ ਨੇ, ਭਗਤ ਸਿੰਘ ਹੁਣਾਂ ਦੀ ਜਿਹੜੀ ਉਹ ਸੋਸ਼ਲਿਜ਼ਮ ਤੋਂ ਇੰਸਪਾਇਰ ਸੀਗੇ, ਉਹ ਕਮਿਊਨਿਜ਼ਮ ਤੋਂ, ਉਹ ਲੈਫਟ ਲੀਨਿੰਗ ਕੀ ਉਹ ਲੈਫਟ ਹੀ ਸੀਗੇ ਜੀ, ਉਹ ਰਸ਼ੀਅਨ ਰੈਵੋਲੂਸ਼ਨ ਤੋਂ ਪ੍ਰਭਾਵਿਤ ਸੀਗੇ, ਉਹਨਾਂ ਦੀ ਆਪਣੀ ਸੋਚ ਸੀਗੀ ਜੀ। ਸੋ ਐਕਸਟ੍ਰੀਮਿਸਟ ਨੇ ਭਾਮ ਸਾਹਿਬ ਇੱਕ ਤਾਂ ਜਿਹੜਾ ਅੰਗਰੇਜ਼ੀ ਹਕੂਮਤ ਹੈ ਉਸ ਦਾ ਅਸਲੀ ਚਿਹਰਾ ਉਹ ਹੋਰ ਜਿਹੜਾ ਹੈ ਉਹ ਨੰਗਾ ਕੀਤਾ। ਉਹ ਵੈਸਟਰਨ ਜਿਹੜੇ ਆਈਡੀਆਜ਼ ਹੈ, ਚਾਹੇ ਉਹ ਕ੍ਰਿਸਚੀਅਨ ਮਸ਼ੀਨਰੀ ਜਿਹੜੇ ਭਾਰਤੀ ਸਮਾਜ ਦੇ ਵਿੱਚ ਜਿਹੜਾ ਜਿਨ੍ਹਾਂ ਦਾ ਟੀਚਾ ਸੀ ਭਾਰਤੀ ਧਰਮ ਨੂੰ ਸਮਾਪਤ ਕਰਨ ਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਪਿਛਲੀ ਵਾਰ ਦੱਸਿਆ ਸੀ ਕਿ ਮੈਕੌਲੇ ਨੇ ਇਹ ਗੱਲ ਆਖੀ ਸੀ ਕਿ ਜੇ ਆਉਣ ਵਾਲੇ 15 ਸਾਲਾਂ ਦੇ ਵਿੱਚ ਵੀ ਮੈਂ ਇੱਕ ਵੀ ਜਿਹੜਾ ਪੱਥਰ ਪੂਜਕ ਹੈ ਬੰਗਾਲ ਦੇ ਵਿੱਚ ਨਹੀਂ ਰਹਿਣ ਦੇਵਾਂਗਾ, ਭਾਵ ਕਿ ਹਿੰਦੂ ਨਹੀਂ ਰਹਿਣ ਦੇਵਾਂਗਾ, ਕ੍ਰਿਸਚੀਅਨ ਬਣਾ ਦਊਂਗਾ। ਸੋ ਉਹ ਕਨਵਰਜਨ ਦਾ ਜਿਹੜਾ ਕੰਮ ਹੈ ਉਹ ਵੀ ਜੋਰਾਂ ਸ਼ੋਰਾਂ ਦੇ ਨਾਲ ਚਲਾਇਆ ਜਾ ਰਿਹਾ ਸੀ। ਉਸ ਨੂੰ ਵੀ ਜਿਹੜਾ ਠੱਲਣ ਦਾ ਕੰਮ ਹੈ ਜਿਹੜਾ ਉਹ ਐਕਸਟ੍ਰੀਮਿਸਟ ਨੇ ਕੀਤਾ ਕਿ ਉਹਨਾਂ ਨੇ ਭਾਰਤੀ ਜਿਹੜੇ ਇੰਸਟੀਟਿਊਸ਼ਨ ਹੈ ਉਸ ਦੇ ਜਵਾਬ ਦੇ ਵਿੱਚ ਉਹ ਡਿਵੈਲਪ ਕਰਨੇ ਸ਼ੁਰੂ ਕੀਤੇ ਜੀ। ਬਹੁਤ ਸਾਰੇ ਇੰਸਟੀਟਿਊਸ਼ਨ ਜਿਵੇਂ ਨੈਸ਼ਨਲ ਕਾਲਜ ਜਿਸ ਦੇ ਵਿੱਚ ਸ਼ਹੀਦ ਭਗਤ ਸਿੰਘ ਉਹਨਾਂ ਨੇ ਵਿੱਦਿਆ ਹਾਸਲ ਕੀਤੀ, ਪੰਜਾਬ ਨੈਸ਼ਨਲ ਬੈਂਕ, ਉਹ ਸਾਰਿਆਂ ਦੇ ਪਿੱਛੇ ਲਾਲਾ ਲਾਜਪਤ ਰਾਏ ਦੀ ਜਿਹੜੀ ਹੈ ਉਹ ਅਹਿਮ ਭੂਮਿਕਾ ਸੀਗੀ। ਐਕਸਟ੍ਰੀਮਿਜ਼ਮ ਦੇ ਉਭਰਨ ਦੇ ਇਹ ਵੀ ਕਾਰਨ ਸੀ ਕਿ ਜਿਹੜੇ ਐਕਸਟ੍ਰੀਮਿਸਟ ਸੀਗੇ ਉਹ ਜਿਹੜੀ ਕਾਂਗਰਸ ਦੀ ਜਿਹੜੀ ਕਾਰਗੁਜ਼ਾਰੀ ਹੈ, ਜਿਹੜੀਆਂ ਉਸ ਦੀਆਂ ਅਚੀਵਮੈਂਟਸ ਹੈ ਉਹਦੇ ਤੋਂ ਖੁਸ਼ ਨਹੀਂ ਸੀ, ਤੇ ਐਕਸਟ੍ਰੀਮਿਜ਼ਮ ਦੇ ਫਿਰ ਸਿਖਰ ਤੇ ਪਹੁੰਚਣ ਦਾ ਜਿਹੜਾ ਭਾਮ ਸਾਹਿਬ ਉਹ ਵੀ ਇੱਕ ਕਾਰਨ ਸੀ ਜਿਹੜਾ ਲਾਰਡ ਕਰਜ਼ਨ ਉਸ ਵੇਲੇ ਜੀ
ਉਹ ਬੜਾ ਰਿਐਕਸ਼ਨਰੀ ਸੀ, ਬੜਾ ਜ਼ਾਲਮ ਸੀ, ਧੱਕਾ ਕਰਦਾ ਸੀ। ਉਸਨੇ ਬੰਗਾਲ ਦੀ ਪਾਰਟੀਸ਼ਨ ਕੀਤੀ, ਜਿਸ ਦੇ ਵਿੱਚ ਕਿ ਪਹਿਲੀ ਵਾਰੀ ਫਿਰ ਇੱਕ ਮਾਸ ਮੂਵਮੈਂਟ ਜਿਸ ਨੂੰ ਐਕਸਟ੍ਰੀਮਿਸਟ ਨੇ ਲੀਡ ਕੀਤਾ ਜੀ, ਤੇ ਜਿਸ ਦੇ ਬਾਅਦ ਉਹਨਾਂ ਨੇ ਮਜਬੂਰ ਕੀਤਾ ਲਾਰਡ ਕਰਜ਼ਨ ਨੂੰ ਆਪਣਾ ਫੈਸਲਾ ਵਾਪਸ ਲੈਣ ਦੇ ਲਈ। ਬੰਗਾਲ ਨੂੰ ਹਿੰਦੂ ਮੁਸਲਮਾਨ ਹਿੱਸਿਆਂ ਦੇ ਵਿੱਚ ਵੰਡ ਕੇ ਭਾਰਤ ਦੀ ਜਿਹੜੀ ਵੰਡ ਹੈ ਉਸ ਦਾ ਬੀਜ ਲਾਰਡ ਕਰਜ਼ਨ ਨੇ ਬੀਜ ਦਿੱਤਾ ਸੀ। ਉਸ ਦਾ ਇੰਨਾ ਵਿਰੋਧ ਕੀਤਾ ਕਿ ਉਹ ਫੈਸਲਾ ਜਿਹੜਾ ਬੰਗਾਲ ਨੂੰ ਭੰਗ ਕਰਨ ਦਾ, ਭੰਗ ਜਿਸ ਨੂੰ ਕਿਹਾ ਗਿਆ, ਉਸ ਨੂੰ ਫਿਰ ਇਹ ਵਾਪਸ ਲੈਣਾ ਪਿਆ ਜੀ ਲਾਰਡ ਕਰਜ਼ਨ ਨੂੰ। ਤੇ ਜਿਹੜੇ ਐਕਸਟ੍ਰੀਮਿਸਟ ਹੈ ਉਹਨਾਂ ਦੀ ਜਿੱਤ ਹੋਈ। ਹੁਣ ਇਹਨਾਂ ਦੀ ਦੇਣ ਕੀ ਹੈ? ਭੰਮ ਸਾਹਿਬ ਜਿਹੜੇ ਐਕਸਟ੍ਰੀਮਿਸਟ ਹੈ ਉਹਨਾਂ ਨੇ ਜਿਹੜੀ ਟੀ ਪੋਲਿਟਿਕਸ ਦਾ ਜਿਹੜਾ ਸਮਾਂ ਹੈ ਉਹ ਸਮਾਪਤ ਕਰਕੇ ਸਵਰਾਜ ਦੀ ਗੱਲ ਜਿਹੜੀ ਹੈ ਉਹ ਦੁਨੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਰੱਖੀ। ਤੇ ਜਿਹੜਾ ਪੱਛਮੀ ਸੋਚ ਹੈ ਜੀ, ਦੇਖੋ ਜੇ ਕਿਸੇ ਨੂੰ ਗੁਲਾਮ ਕੀਤਾ ਜਾਂਦਾ, ਫੌਜਾਂ ਤਾਂ ਗੁਲਾਮ ਕਰਦੀਆਂ ਨੇ, ਪਰ ਜਿਹੜੀ ਸੋਚ ਆਈਡੀਓਲੋਜੀਕਲ ਜਿਹੜਾ ਹਮਲਾ ਹੈ ਤੁਹਾਡੀ ਸੋਚ ਤੇ, ਤੁਹਾਡੀ ਸਭਿਅਤਾ ਤੇ ਜੀ, ਅਸਲ ਜਿਹੜੀ ਗੁਲਾਮ ਹੈ ਉਹ ਸੋਚ ਬਣਾਉਂਦੀ ਹੈ। ਜਿਹੜੀ ਗੁਲਾਮ ਸੋਚ ਤੇ ਗੁਲਾਮ ਮਾਨਸਿਕਤਾ ਹੈ ਉਸ ਨੂੰ ਹਟਾਉਣ ਦਾ, ਉਸ ਨੂੰ ਘਟਾਉਣ ਦਾ ਕੰਮ ਲਾਲਾ ਲਾਜਪਤ ਰਾਏ ਨੇ, ਚਾਹੇ ਉਹ ਨੈਸ਼ਨਲ ਐਜੂਕੇਸ਼ਨ ਦਾ ਜਿਹੜਾ ਉਹਨਾਂ ਨੇ ਬੀੜਾ ਚੁੱਕਿਆ ਦਿਆਨੰਦ ਐਂਗਲੋ ਵੈਦਿਕ ਦੇ ਨਾਲ, ਤੇ ਤਿਲਕ ਨੇ ਜਿਹੜੀਆਂ ਗੱਲਾਂ ਕੀਤੀਆਂ ਉਸ ਦੇ ਨਾਲ ਉਹਨਾਂ ਨੇ ਜਿਹੜੀ ਮਾਨਸਿਕਤਾ ਹੈ ਉਹ ਆਜ਼ਾਦ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕਾਰਵਾਈ ਸ਼ੁਰੂ ਕੀਤੀ ਜੀ। ਜਿਸ ਤਰ੍ਹਾਂ ਫਿਰ ਇਕਬਾਲ ਦਾ ਵੀ ਸ਼ੇਰ ਆਉਂਦਾ ਹੈ ਜਿਸ ਦੇ ਵਿੱਚ ਆਲਮਾ ਇਕਬਾਲ ਕਹਿੰਦੇ ਆ ਕਿ ਮਨ ਕੀ ਦੁਨੀਆ ਮੇਂ ਨਾ ਮਿਲਾ ਫਿਰੰਗੀ ਕਾ ਰਾਜ, ਮਨ ਕੀ ਦੁਨੀਆ ਮੇਂ ਨਾ ਮਿਲੇ ਸ਼ੇਖੋ ਬ੍ਰਾਹਮਣ। ਇਕਬਾਲ ਕਹਿੰਦਾ ਹੈ ਵੀ ਜਿਹੜੀ ਦੁਨੀਆ ਹੈ, ਮੇਰਾ ਦੇਸ਼ ਚਾਹੇ ਗੁਲਾਮ ਹੋਵੇ ਫਿਰੰਗੀ ਦਾ, ਪਰ ਮੇਰੀ ਮਨ ਦੀ ਦੁਨੀਆ ਦੇ ਵਿੱਚ ਫਿਰੰਗੀ ਦਾ ਰਾਜ ਨਹੀਂ ਹੈ। ਮੈਂ ਮਾਨਸਿਕ ਤੌਰ ਤੇ ਆਜ਼ਾਦ ਹਾਂ, ਮੇਰੀ ਮਨ ਦੀ ਦੁਨੀਆ ਆਜ਼ਾਦ ਹੈ। ਬਿਲਕੁਲ। ਮਨ ਕੀ ਦੁਨੀਆ ਮੇਂ ਨਾ ਮਿਲੇ ਸ਼ੇਖੋ ਬ੍ਰਾਹਮਣ, ਮੇਰੀ ਮਨ ਦੀ ਦੁਨੀਆ ਦੇ ਵਿੱਚ ਜਿਹੜਾ ਮੁਸਲਿਮ ਜਿਹੜਾ ਕਲੈਰਿਕ ਸ਼ੇਖ ਜਿਸ ਨੂੰ ਕਿਹਾ ਜਾਂਦਾ ਹੈ, ਨਾ ਉਹਦਾ ਰਾਜ ਹੈ ਨਾ ਬ੍ਰਾਹਮਣ ਦਾ ਰਾਜ ਹੈ। ਮੈਂ ਉਹਨਾਂ ਦਾ ਜਿਹੜਾ ਪ੍ਰਚਾਰ ਹੈ, ਉਹਨਾਂ ਦਾ ਜਿਹੜਾ ਡੌਗਮਾ ਕ੍ਰੀਏਟ ਕੀਤਾ ਹੋਇਆ, ਮੇਰੀ ਸੋਚ ਉਸ ਤੋਂ ਵੀ ਆਜ਼ਾਦ ਹੈ। ਬਿਲਕੁਲ। ਮੈਂ ਸਾਰਿਆਂ ਤੋਂ ਆਜ਼ਾਦ ਹਾਂ, ਨਾ ਮੇਰੇ ਤੇ ਫਿਰੰਗੀ ਦਾ ਰਾਜ ਹੈ, ਨਾ ਸ਼ੇਖ ਦਾ, ਨਾ ਬ੍ਰਾਹਮਣ ਦਾ। ਸੋ ਇਸ ਤਰ੍ਹਾਂ ਦੀ ਜਿਹੜੀ ਸੋਚ ਹੈ ਉਹ ਫਿਰ ਡਿਵੈਲਪ ਕਰਨ ਦਾ ਜਿਹੜਾ ਬੀੜਾ ਹੈ ਉਹ ਐਕਸਟ੍ਰੀਮਿਸਟ ਨੇ ਚੱਕਿਆ। ਤੇ ਇਹ ਉਹਨਾਂ ਦੀ ਜਿਹੜੀ ਸਮਾਜ ਨੂੰ ਭੰਮ ਸਾਹਿਬ ਬੜੀ ਵੱਡੀ ਦੇਣ ਹੈ ਜਿਹੜੀ ਉਹ ਐਕਸਟ੍ਰੀਮਿਸਟ ਦੀ ਰਹੀ ਜੀ। ਪਰ ਹੁਣ ਜਿਹੜਾ ਇਹਨਾਂ ਦਾ ਕ੍ਰਿਟਿਸਿਜ਼ਮ ਕੀਤਾ ਜਾਂਦਾ ਹੈ, ਕ੍ਰਿਟਿਸਿਜ਼ਮ ਇਸ ਗੱਲ ਤੋਂ ਕੀਤਾ ਜਾਂਦਾ ਹੈ ਕਿ ਜਿਹੜੇ ਐਕਸਟ੍ਰੀਮਿਸਟ ਸੀਗੇ ਉਹ ਸਮਾਜਿਕ ਤੌਰ ਦੇ ਉੱਤੇ ਅਗਾਂਹ ਵਧੂ ਨਹੀਂ ਸੀਗੇ, ਰਿਐਕਸ਼ਨਰੀ ਸੀਗੇ ਜੀ। ਉਹਨਾਂ ਨੇ ਜਿਵੇਂ ਧਰਮ ਦੇ ਨਾਂ ਤੇ ਗਊ ਰਕਸ਼ਾ ਵਰਗੇ ਜਿਹੜੇ ਆ ਪਲਾਨ, ਗਊ ਰਕਸ਼ਾ ਵਰਗੇ ਜਿਹੜੇ ਕੰਮ ਹੈ, ਜਾਂ ਸ਼ੁੱਧੀਕਰਨ ਸਵਾਮੀ ਦਿਆਨੰਦ ਸਰਸਵਤੀ ਨੇ ਚਲਾਇਆ ਸੀ, ਕਨਵਰਟ ਬੈਕ ਕਰਨ ਦਾ ਹਿੰਦੂ ਧਰਮ ਦੇ ਵਿੱਚ ਜੀ, ਸ਼ੁੱਧੀਕਰਨ ਤੇ ਜਿਹੜੀ ਗਊ ਰਕਸ਼ਾ ਵਰਗੀਆਂ ਗੱਲਾਂ ਕੀਤੀਆਂ, ਜਿਸ ਦੇ ਨਾਲ ਜਿਹੜਾ ਮੁਲਕ ਦੇ ਵਿੱਚ ਕਮਿਊਨਲ ਸੋਚ ਹੈ ਜਿਹੜੀ ਜੀ, ਉਸ ਨੇ ਜਨਮ ਲਿਆ ਜੀ। ਗਿੱਲ ਸਾਹਿਬ, ਫਿਰ ਜਿਹੜਾ ਅਸੀਂ ਕਹਿ ਲਈਏ ਤੀਸਰਾ ਜਿਹੜਾ ਪੜਾਅ ਇਹਦਾ, ਜਿਹੜਾ ਜਿਹਦੇ ਤੋਂ ਅੰਗਰੇਜ਼ ਮਤਲਬ ਪੂਰੀ ਤਰ੍ਹਾਂ ਹਿੱਲ ਗਿਆ, ਉਹ ਕਿਹੜਾ ਪੜਾਅ ਜਿਹੜਾ ਤੀਸਰਾ, ਉਹਦੇ ਚ ਕੀ ਕੁਝ ਹੁੰਦਾ ਜੀ? ਭੰਮ ਸਾਹਿਬ ਤੀਜੇ ਪੜਾਅ ਦੇ ਵਿੱਚ ਜੀ ਜਿਹੜੀ ਐਂਟਰੀ ਹੁੰਦੀ ਹੈ ਉਹ ਫਿਰ ਮਹਾਪੁਰਸ਼ ਜਿਸ ਨੂੰ ਅਸੀਂ ਮਹਾਤਮਾ ਗਾਂਧੀ ਕਹਿੰਦੇ ਹਾਂ, ਜਿਸ ਨੂੰ ਦੁਨੀਆ ਸ਼ਾਂਤੀ ਦੇ ਪੁੰਜ ਦੇ ਰੂਪ ਦੇ ਵਿੱਚ ਜਾਣਦੀ ਹੈ ਜੀ। ਅੱਜ ਵੀ ਸੈਂਕੜੇ ਮੁਲਕਾਂ ਦੇ ਵਿੱਚ ਜਿਨ੍ਹਾਂ ਦੀ ਪ੍ਰਤਿਮਾਵਾਂ ਲਗਾ ਕੇ ਜਿਹੜਾ ਸਾਰਾ ਵਿਸ਼ਵ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੀ, ਉਹਨਾਂ ਦਾ ਦੌਰ ਸ਼ੁਰੂ ਹੋਇਆ। ਮਹਾਤਮਾ ਗਾਂਧੀ ਇੱਕ ਬੈਰਿਸਟਰ ਸੀ, ਉਹ ਸਾਊਥ ਅਫਰੀਕਾ ਦੇ ਵਿੱਚ ਪ੍ਰੈਕਟਿਸ ਕਰ ਰਹੇ ਸੀ ਇੰਗਲੈਂਡ ਤੋਂ ਐਜੂਕੇਸ਼ਨ ਹਾਸਲ ਕਰਨ ਦੇ ਬਾਅਦ। ਉਹ ਉੱਥੇ ਉਹਨਾਂ ਨੇ ਜਿਹੜਾ ਫਸਟ ਹੈਂਡ ਜਿਹੜਾ ਰੇਸਿਜ਼ਮ ਹੈ ਜਿਹੜਾ ਉਸ ਦਾ ਸਾਹਮਣਾ ਕੀਤਾ ਜੀ। ਜਦੋਂ ਉਹਨਾਂ ਨੂੰ ਟ੍ਰੇਨ ਦੇ ਵਿੱਚੋਂ, ਜਦੋਂ ਉਹਨਾਂ ਕੋਲ ਫਸਟ ਕਲਾਸ ਦੀ ਟਿਕਟ ਵੀ ਸੀ, ਚੱਕ ਕੇ ਬਾਹਰ ਸਿੱਟ ਦਿੱਤਾ ਗਿਆ, ਸਿਰਫ ਉਹਨਾਂ ਨਸਲ ਭੇਦ ਦੇ ਕਰਕੇ, ਉਹਨਾਂ ਦੇ ਚਮੜੀ ਦੇ ਰੰਗ ਦੇ ਕਰਕੇ।
ਸੋ ਗਾਂਧੀ ਨੇ ਇਹ ਚੀਜ਼ ਦਾ ਅਹਿਸਾਸ ਕੀਤਾ ਕਿ ਜਦੋਂ ਤੱਕ ਹਿੰਦੁਸਤਾਨ ਨੂੰ ਸੁਤੰਤਰ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਜਿਹੜੇ ਭਾਰਤੀ ਲੋਕ ਹੈ ਉਹ ਸਿਰ ਚੱਕ ਕੇ ਦੁਨੀਆ ਦੇ ਵਿੱਚ ਨਹੀਂ ਜਿਉ ਸਕਦੇ ਜੀ। ਉਹਨਾਂ ਨੇ ਟਾਲਸਟਾਏ ਆਸ਼ਰਮ ਉੱਥੇ ਵੀ ਬਣਾਇਆ। ਸਿਵਲ ਡਿਸਓਬੀਡੀਐਂਸ ਤੇ ਜਿਹੜਾ ਸਿਵਲ ਨਾਫਰਮਾਨੀ ਦੇ ਜਿਹੜੇ ਮੈਥਡ ਹੈ ਉਹਨਾਂ ਦਾ ਤਜਰਬਾ ਉੱਥੇ ਵੀ ਕੀਤਾ ਤੇ ਕਾਫੀ ਵੱਡੀਆਂ ਜਿੱਤਾਂ ਸਾਊਥ ਅਫਰੀਕਾ ਦੇ ਵਿੱਚ ਹਾਸਲ ਕੀਤੀਆਂ। ਸੋ ਸਾਊਥ ਅਫਰੀਕਾ ਤੋਂ ਇਹ ਤਜਰਬਾ ਲੈ ਕੇ ਗਾਂਧੀ ਭਾਰਤ ਆਏ। ਕਾਂਗਰਸ ਦੇ ਵਿੱਚ ਫਿਰ ਉਹ ਨੈਚੁਰਲ ਕਾਂਗਰਸ ਉਦੋਂ ਚੰਗੀ ਇੱਕ ਜਥੇਬੰਦੀ ਬਣ ਚੁੱਕੀ ਸੀ। ਕਾਂਗਰਸ ਦੇ ਵਿੱਚ ਉਹ ਐਕਟਿਵ ਹੋਏ ਜੀ। ਉਹਨਾਂ ਦੇ ਜਿਹੜੇ ਰਾਜਨੀਤਿਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਉਹਨਾਂ ਨੇ ਗਾਂਧੀ ਨੂੰ ਕਿਹਾ ਕਿ ਤੁਸੀਂ ਇੱਥੇ ਜਿਹੜੀ ਪੋਲਿਟਿਕਸ ਸ਼ੁਰੂ ਕਰਨ ਤੋਂ ਪਹਿਲਾਂ ਭਾਰਤ ਨੂੰ ਸਮਝੋ, ਭਾਰਤ ਦੇ ਦਰਸ਼ਨ ਕਰੋ। ਫਿਰ ਗਾਂਧੀ ਨੇ ਭਾਰਤ ਦੇ ਦਰਸ਼ਨ ਕੀਤੇ। ਭਾਮ ਸਾਹਿਬ ਸਾਰਾ ਭਾਰਤ ਘੁੰਮਿਆ, ਭਾਰਤ ਦੇ ਹਾਲਾਤਾਂ ਨੂੰ ਜਾਣਿਆ। ਉਹ ਸਾਰਾ ਜਾਣਨ ਤੋਂ ਬਾਅਦ ਭਾਰਤ ਦੀ ਜਿਹੜੀ ਆਤਮਾ ਹੈ ਉਸ ਦੇ ਦਰਸ਼ਨ ਕਰਨ ਤੋਂ ਬਾਅਦ, ਉਸ ਦੀ ਨਬਜ਼ ਸਮਝਣ ਤੋਂ ਬਾਅਦ ਗਾਂਧੀ ਨੇ ਕੋਟ ਪੈਂਟ ਲਾ ਦਿੱਤਾ। ਜਿਹੜਾ ਅੰਗਰੇਜ਼ ਦਾ ਪਵਾਇਆ ਹੋਇਆ ਕੋਟ ਪੈਂਟ ਸੀ ਉਹ ਲਾ ਕੇ ਧੋਤੀ ਪਾ ਲਈ। ਧੋਤੀ ਤੇ ਕੁੜਤਾ, ਤੇ ਕੁੜਤਾ ਵੀ ਜਿਹੜਾ ਉੱਤੇ ਸ਼ਾਲ ਹੁੰਦਾ ਸੀ, ਧੜ ਤਾਂ ਨੰਗਾ ਹੀ ਹੁੰਦਾ ਸੀ। ਉਹਨਾਂ ਦਾ ਕਹਿਣਾ ਸੀ ਵੀ ਜਦ ਤੱਕ ਮੇਰੇ ਸਾਰੇ ਦੇਸ਼ ਵਾਸੀਆਂ ਦੇ ਤਨ ਦੇ ਉੱਤੇ ਕੱਪੜਾ ਨਹੀਂ ਆ ਜਾਂਦਾ ਮੈਂ ਨਹੀਂ ਪਾ ਸਕਦਾ ਜਿਹੜੇ ਅੰਗਰੇਜ਼ੀ ਕੱਪੜੇ ਹੈ, ਕੋਟ ਪੈਂਟ ਹੈ। ਉਹ ਤਿਆਗ ਕੇ ਉਹਨਾਂ ਨੇ ਇੱਕ ਭਾਰਤੀ ਰੂਪ ਧਾਰਨ ਕਰ ਲਿਆ ਤਾਂ ਕਿ ਉਹਦੇ ਪਿੱਛੇ ਰਾਜਨੀਤਿਕ ਸੂਝ-ਬੂਝ ਵੀ ਸੀ। ਜਿਹੜਾ ਕੋਟ ਪੈਂਟ ਵਾਲਾ ਹੈ ਭੰਮ ਸਾਹਿਬ, ਉਹ ਤੇ ਅੱਜ ਵੀ ਭਾਰਤੀ ਲੋਕ ਯਕੀਨ ਨਹੀਂ ਕਰਦੇ। ਹੁਣ ਤਾਂ ਚਲੋ ਚਿੱਟਾ ਕੁੜਤਾ ਪਜਾਮਾ ਵੀ ਬਦਨਾਮ ਕਰ ਦਿੱਤਾ, ਖਾਦੀ ਵੀ ਬਾਅਦ ਦੇ ਵਿੱਚ ਜੀ ਕਰਪਟ ਪੋਲੀਟੀਸ਼ੀਅਨਸ ਨੇ ਬਦਨਾਮ ਕਰ ਦਿੱਤੀ। ਪਰ ਜਿਹੜਾ ਕੋਟ ਪੈਂਟ ਵਾਲਾ ਹੈ ਉਹ ਤੇ ਅੱਜ ਵੀ ਲੋਕ ਯਕੀਨ ਨਹੀਂ ਕਰਦੇ। ਬਿਲਕੁਲ। ਸੋ ਗਾਂਧੀ ਨੇ ਉਹ ਲਾ ਦਿੱਤਾ, ਬਾਅਦ ਦੇ ਵਿੱਚ ਨਹੀਂ ਪਾਇਆ। 1930-31 ਦੇ ਵਿੱਚ ਜਦ ਗਾਂਧੀ ਇਰਵਿਨ ਪੈਕਟ ਤੋਂ ਬਾਅਦ ਰਾਊਂਡ ਟੇਬਲ ਕਾਨਫਰੰਸ ਦੇ ਲਈ ਇੰਗਲੈਂਡ ਗਏ ਜੀ, ਤਾਂ ਜਿਹੜਾ ਚਰਚਿਲ ਸੀ ਬੜਾ ਰੇਸ਼ਿਸਟ, ਬੜਾ ਹੀ ਭਾਰਤੀਆਂ ਦੇ ਖਿਲਾਫ ਸੀ। ਉਹਨੇ ਗੱਲ ਕਹੀ ਕਿ ਆਈ ਵਿਲ ਨਾਟ ਮੀਟ ਦਿਸ ਹਾਫ ਨੇਕਡ ਸੈਡੀਸ਼ੀਅਸ ਫਕੀਰ, ਮੈਂ ਅੱਧ ਨੰਗੇ ਦੇਸ਼ ਦੇ ਰਾਜ ਧਰੋਹੀ ਫਕੀਰ ਨੂੰ ਨਹੀਂ ਮਿਲਣਾ, ਇਹਨੂੰ ਕੋਈ ਕੋਟ ਪੈਂਟ ਪਾਵੇ। ਗਾਂਧੀ ਨੇ ਜਵਾਬ ਦਿੱਤਾ ਜੀ। ਗਾਂਧੀ ਨੇ ਇਹ ਗੱਲ ਕਹੀ ਜਦ ਤੱਕ ਮੇਰੇ ਦੇਸ਼ ਵਾਸੀਆਂ ਦੇ ਤਨ ਦੇ ਉੱਤੇ ਕੱਪੜਾ ਨਹੀਂ ਆ ਸਕਦਾ ਮੇਰੇ ਲਈ ਕੋਟ ਪੈਂਟ ਪਾਉਣਾ ਤੁਹਾਡਾ ਹਰਾਮ ਹੈ। ਤਾਂ ਤੁਸੀਂ ਤਸਵੀਰਾਂ ਅੱਜ ਵੀ ਦੇਖੋ, ਇਹ ਹੁੰਦਾ ਡੀਕੋਲੋਨਾਈਜ਼ਡ ਮਾਈਂਡ ਜੀ, ਜਿਹੜਾ ਮਾਨਸਿਕ ਤੌਰ ਤੇ ਆਜ਼ਾਦ ਹੋ ਚੁੱਕਿਆ ਹੈ। ਉਹ ਆਪਦੀ ਜਿਹੜਾ ਪਹਿਰਾਵਾ ਹੈ, ਆਪਦੀ ਭਾਸ਼ਾ ਹੈ, ਆਪਦੀ ਸੱਭਿਅਤਾ ਹੈ, ਉਸ ਦੇ ਵਿੱਚ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਉਸਨੂੰ ਉਸਦੀ ਮਹਾਨਤਾ ਦਾ ਪਤਾ ਹੈ ਜੀ। ਬਿਲਕੁਲ। ਉਹ ਅੱਜ ਵੀ ਤੁਸੀਂ ਦੇਖੋ ਕਿ ਗਾਂਧੀ ਜਦ ਰਾਊਂਡ ਟੇਬਲ ਮੀਟਿੰਗ ਦੇ ਬਾਹਰ ਆ ਰਹੇ ਆ, ਸਾਰੇ ਇਰਦ ਗਿਰਦ ਕਾਲੇ ਕੋਟ ਪੈਂਟਾਂ ਵਾਲੇ ਅੰਗਰੇਜ਼ ਹੋਰ ਖੜੇ ਆ, ਵਿੱਚ ਇਕੱਲਾ ਹੀ ਮਹਾਤਮਾ ਗਾਂਧੀ ਜਿਹੜਾ ਹੈ ਉਹ ਚਿੱਟੀ ਧੋਤੀ ਪਾ ਕੇ ਤੇ ਆਪਣਾ ਸ਼ਾਲ ਪਾ ਕੇ ਚਿੱਟਾ ਬਿਲਕੁਲ ਬਾਹਰ ਤੁਰਿਆ ਆ ਰਿਹਾ ਉੱਥੋਂ। ਇਹ ਵੱਡਾ ਮੈਸੇਜ ਜਾਂਦਾ ਇੱਥੋਂ। ਇਹ ਡੀਕੋਲੋਨਾਈਜੇਸ਼ਨ ਹੁੰਦੀ ਆ ਮਾਈਂਡ ਦੀ, ਇਹ ਹੁੰਦੀ ਆ ਮਾਨਸਿਕ ਆਜ਼ਾਦੀ। ਬਿਲਕੁਲ। ਸੋ ਇਸ ਤਰ੍ਹਾਂ ਉਹਨਾਂ ਨੇ ਆਪਣੀ ਜਿਹੜੀ ਰਾਜਨੀਤਿਕ ਪਾਰੀ ਹੈ ਉਹ ਸ਼ੁਰੂ ਕੀਤੀ। ਰਾਜਨੀਤੀ ਦੇ ਵਿੱਚ ਜਿਹੜਾ ਉਹਨਾਂ ਦੀ ਪਹਿਲੀ ਹਾਜ਼ਰੀ, ਜਿਹੜੀ ਗਾਂਧੀ ਦਾ ਨਾਮ ਉਹ ਬਣਿਆ ਚੰਪਾਰਨ ਸੱਤਿਆਗ੍ਰਹਿ ਤੋਂ। ਚੰਪਾਰਨ ਦੇ ਵਿੱਚ ਜਿਹੜੀ ਅੰਗਰੇਜ਼ੀ ਸਰਕਾਰ ਹੈ ਉਹ ਕਿਸਾਨਾਂ ਦੇ ਨਾਲ ਬਿਹਾਰ ਦੇ ਵਿੱਚ ਚੰਪਾਰਨ ਬਹੁਤ ਧੱਕਾ ਕਰ ਰਹੀ ਸੀ। ਇੰਡੀਗੋ ਪਲਾਂਟੇਸ਼ਨ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਪਲਾਂਟੇਸ਼ਨ ਕਰਵਾ ਲਈ, ਬਾਅਦ ਦੇ ਵਿੱਚ ਬਾਜ਼ਾਰ ਦੇ ਵਿੱਚ ਕੀ ਸਿੰਥੈਟਿਕ ਇੰਡੀਗੋ ਆ ਗਈ ਤੇ ਉਹਨਾਂ ਦੀਆਂ ਫਸਲਾਂ ਖਰੀਦਣ ਤੋਂ ਮਨਾ ਕਰ ਦਿੱਤਾ। ਫਿਰ ਇੱਕ ਰਾਜਕੁਮਾਰ ਨਾਂ ਦਾ ਕਿਸਾਨ ਹੈ, ਉਹ ਕਾਫੀ ਮਹੀਨੇ, ਉਹ ਵੀ ਬੜਾ ਇਤਿਹਾਸ ਹੈ, ਉਹ ਗਾਂਧੀ ਜੀ ਦੇ ਮਗਰ ਫਿਰਦਾ ਰਿਹਾ ਵੀ ਤੁਸੀਂ ਆ ਕੇ ਚੰਪਾਰਨ ਦੇ ਹਾਲਾਤ ਦੇਖੋ ਕਿਸਾਨਾਂ ਦੇ। ਫਿਰ ਗਾਂਧੀ ਜਦ ਉੱਥੇ ਜਾਂਦੇ ਆ ਤੇ ਉਹਨਾਂ ਨੇ ਚੰਪਾਰਨ ਸੱਤਿਆਗ੍ਰਹਿ ਕੀਤਾ। ਇਸ ਤਰ੍ਹਾਂ ਦਾ ਉੱਥੇ ਮੋਮੈਂਟਮ ਬਣਾ ਦਿੱਤਾ ਕਿ ਜਿਹੜੀ ਅੰਗਰੇਜ਼ੀ ਸਰਕਾਰ ਹੈ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਸਮਝੌਤੇ ਲਈ ਮਜਬੂਰ ਹੋ ਗਏ ਜੀ। ਫਿਰ 30% ਜਿਹੜਾ ਹੈ ਉਹ ਮੁਆਵਜ਼ਾ ਮਹਾਤਮਾ ਗਾਂਧੀ ਨੇ ਕਿਸਾਨਾਂ ਨੂੰ ਦਵਾਇਆ। ਤੇ ਕਿਸੇ ਨੇ ਪੁੱਛਿਆ ਵੀ ਤੁਸੀਂ 30% ਤੇ ਕਿਉਂ ਐਗਰੀ ਕਰ ਗਏ? ਉਹ ਕਹਿੰਦੇ ਵੀ ਗੱਲ ਪਰਸੈਂਟੇਜ ਹੀ ਨਹੀਂ ਹੈ, ਗੱਲ ਇਹ ਹੈ ਕਿ ਜਿਹੜੀ ਲੋਕਾਂ ਦੇ ਤਾਕਤ ਦੇ ਅੱਗੇ ਜਿਹੜੀ ਇੱਕ ਤਾਨਾਸ਼ਾਹੀ ਅੰਗਰੇਜ਼ੀ ਸਰਕਾਰ ਹੈ, ਕਲੋਨੀਅਲ ਲੁੱਟ ਖਸੁੱਟ ਜਿਸ ਨੇ ਮਚਾਈ ਹੋਈ ਹੈ, ਜ਼ੁਲਮ ਦੀ ਇੰਤਹਾ ਕੀਤੀ ਹੋਈ ਹੈ, ਉਸ ਨੂੰ ਪਹਿਲੀ ਵਾਰ ਝੁਕਣ ਲਈ ਮਜਬੂਰ ਕੀਤਾ ਹੈ। ਬਿਲਕੁਲ। ਹਿੰਦੁਸਤਾਨ ਦੇ ਲੋਕਾਂ ਦੇ ਅੱਗੇ ਉਸ ਦੇ ਨਾਲ ਭਾਮ ਸਾਹਿਬ ਲੋਕਾਂ ਦੇ ਵਿੱਚ ਕੌਨਫੀਡੈਂਸ ਆਇਆ।
ਲੋਕਾਂ ਦੇ ਵਿੱਚ ਇੱਕ ਜਿਹੜਾ ਹੈ ਉਹ ਮਨੋਬਲ ਉਹਨਾਂ ਦਾ ਵਧਿਆ ਤੇ ਵੀ ਅਸੀਂ ਇਸ ਸਰਕਾਰ ਨੂੰ ਝੁਕਾ ਸਕਦੇ ਹਾਂ। ਆਸ ਵੱਜ ਗਈ ਉਸ ਤੋਂ ਬਾਅਦ ਵੀ ਹਾਂ ਕੁਝ ਹੋ ਸਕਦਾ। ਤੇ ਗਾਂਧੀ ਦਾ ਵੀ ਜਿਹੜਾ ਨਾਮ ਹੈ ਫਿਰ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਹੋ ਗਿਆ ਵੀ ਕੋਈ ਮਹਾਤਮਾ ਹੈ ਜਿਹੜਾ ਇਸ ਤਰ੍ਹਾਂ ਜਿਹੜਾ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਲਈ ਜੂਝ ਰਿਹਾ। ਫਿਰ ਚਾਹੇ ਉਹ ਅਹਿਮਦਾਬਾਦ ਮਿਲ ਵਰਕਰ ਸਟ੍ਰਾਈਕ ਹੋਵੇ, 2-3 ਜਿਹੜੇ ਉਹਨਾਂ ਨੇ ਕੰਮ ਕੀਤੇ। ਉਸ ਤੋਂ ਬਾਅਦ ਜਿਹੜੀ ਪਹਿਲੀ ਵੱਡੀ ਲਹਿਰ ਫਿਰ ਉਹਨਾਂ ਨੇ ਚਲਾਈ, ਪਹਿਲਾ ਵੱਡਾ ਅੰਦੋਲਨ ਜਿਹੜਾ ਉਹਨਾਂ ਨੇ ਚਲਾਇਆ ਉਹ ਸੀ ਨਾਨ ਕੋਆਪਰੇਸ਼ਨ ਮੂਵਮੈਂਟ, ਨਾ ਮਿਲਵਰਤਨ ਦੀ ਲਹਿਰ, ਜਿਹੜੀ 1920 ਤੋਂ 22 ਤੱਕ ਚੱਲੀ ਜੀ। ਜਿਹੜਾ ਕਿ ਜਦੋਂ 1920 ਦੇ ਵਿੱਚ ਜਿਹੜਾ ਖਲੀਫਾ ਹੁੰਦਾ ਸੀ, ਜਿਹੜਾ ਸਾਰਾ ਮੁਸਲਿਮ ਦੁਨੀਆ ਹੈ ਉਹ ਖਲੀਫਾ ਨੂੰ ਆਪਣਾ ਆਗੂ ਸਮਝਦੀ ਹੈ। ਜਿਹੜੀ ਖਿਲਾਫਤ ਹੈ ਤੁਰਕੀ ਦੇ ਵਿੱਚ ਉਸ ਨੂੰ ਅੰਗਰੇਜ਼ਾਂ ਨੇ ਸਮਾਪਤ ਕਰ ਦਿੱਤਾ ਸੀ ਤੇ ਖਲੀਫਾ ਨੂੰ ਗੱਦੀਓਂ ਚਾਹੇ ਤਾਂ ਲਾਇਆ ਤਾਂ ਦੇਖੋ ਉਹਨਾਂ ਨੇ ਜਿਹੜਾ ਅਤਾ ਤੁਰਕ ਜਿਹੜਾ ਤੁਰਕਾਂ ਦਾ ਲੀਡਰ ਹੀ ਸੀ ਉਹਨੇ ਲਾਇਆ ਸੀ ਜੀ। ਤੁਰਕੀ ਦੇ ਲੋਕ ਉਹਦੇ ਵਿੱਚ ਸ਼ਾਮਲ ਸੀ, ਪਰ ਜਿਹੜੇ ਸਾਰੀ ਦੁਨੀਆ ਦੇ ਮੁਸਲਮਾਨ ਸੀਗੇ ਉਹਨਾਂ ਦੇ ਵਿੱਚ ਬੜਾ ਵੱਡਾ ਰੋਹ ਪੈਦਾ ਹੋਇਆ, ਜਿਹਦੇ ਵਿੱਚ ਭਾਰਤੀ ਜਿਹੜੇ ਮੁਸਲਮਾਨ ਹੈ ਉਹਨਾਂ ਦੇ ਵਿੱਚ ਵੀ ਰੋਹ ਪੈਦਾ ਹੋਇਆ। ਸੋ ਗਾਂਧੀ ਜੀ ਨੇ ਇਹ ਜਿਹੜਾ ਹੈ ਇਹ ਮੌਕੇ ਦੀ ਜਿਹੜੀ ਸਮਝਦੇ ਹੋਏ ਉਸ ਨੂੰ ਰਾਜਨੀਤਿਕ ਉਸ ਨੂੰ ਮਹੱਤਵ ਸਮਝਦੇ ਹੋਏ ਜਿਹੜੀ ਆਪਣੀ ਨਾਨ ਕੋਆਪਰੇਸ਼ਨ ਮੂਵਮੈਂਟ ਸੀ ਉਸ ਨੂੰ ਖਿਲਾਫਤ ਦੇ ਨਾਲ ਮਿਲਾ ਦਿੱਤਾ ਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ 1857 ਤੋਂ ਬਾਅਦ ਪਹਿਲੀ ਵਾਰੀ ਇਕੱਠੇ ਕੀਤਾ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਕਰਨ ਦੇ ਲਈ। ਤੇ ਇੱਕ ਬਹੁਤ ਵੱਡੀ ਲਹਿਰ ਜਿਹਦੇ ਵਿੱਚ ਮੁਸਲਮਾਨ ਵੀ ਆ ਗਏ, ਅਲੀ ਬ੍ਰਦਰਸ ਤੇ ਕਾਂਗਰਸ ਪਾਰਟੀ ਦਾ ਸੀਗੀ। ਇਹ ਬ੍ਰਿਟਿਸ਼ ਗੁੱਡਸ ਦਾ ਸਾਰਿਆਂ ਦਾ ਬਾਈਕਾਟ ਕਰਵਾ ਦਿੱਤਾ ਤੇ ਚਰਖੇ ਦੇ ਨਾਲ ਜਿਹੜਾ ਹੈ ਉਹ ਕੱਤਣ ਦੇ ਕਿਹਾ ਕੱਪੜੇ, ਕਿਉਂਕਿ ਜਿਹੜੇ ਕਾਟਨ ਗੁੱਡ ਸੀਗੇ ਇਹੀ ਬਹੁਤ ਵੱਡੀ ਇੰਪੋਰਟ ਸੀ ਇੰਡੀਆ ਦੇ ਵਿੱਚ ਜੀ, ਜਿਸ ਦੇ ਰਾਹੀਂ ਜਿਹੜਾ ਭਾਰਤੀ ਪੈਸੇ ਦੀ ਜਿਹੜੀ ਲੁੱਟ ਹੋ ਰਹੀ ਸੀ। ਸੋ ਉਹ 2 ਸਾਲ ਇਹ ਮੂਵਮੈਂਟ ਚੱਲੀ, ਬੜੀ ਕਾਮਯਾਬੀ ਦੇ ਨਾਲ ਚੱਲੀ। ਬ੍ਰਿਟਿਸ਼ ਇੰਪੋਰਟਸ ਦੇ ਉੱਤੇ ਬਹੁਤ ਵੱਡੀ ਸੱਟ ਇਸ ਮੂਵਮੈਂਟ ਨੇ ਮਾਰੀ ਤੇ ਸਵਦੇਸ਼ੀ ਦੀ ਗੱਲ ਕੀਤੀ ਜੀ, ਸਵਦੇਸ਼ੀ ਅਪਣਾਉਣ ਦੀ ਗੱਲ ਕੀਤੀ, ਜੋ ਅੱਜ ਵੀ ਅਸੀਂ ਗੱਲ ਕਰ ਰਹੇ ਹਾਂ ਵੀ ਅਸੀਂ ਜਿਹੜਾ ਹੈ ਵਿਦੇਸ਼ੀ ਜਿਹੜੀਆਂ ਗੁੱਡਸ ਨੇ ਉਹਨਾਂ ਦੇ ਨਿਰਭਰਤਾ ਘਟਾ ਕੇ ਜਿਹੜੀ ਸਵਦੇਸ਼ੀ ਉਰੇ ਵੀ ਹੁਣ ਕਿਹਾ ਜਾਂਦਾ ਹੈ ਬਾਏ ਲੋਕਲ, ਵੀ ਲੋਕਲ ਜਿਹੜੇ ਬਿਜ਼ਨਸ ਹੈ ਉਹਨਾਂ ਨੂੰ ਸਪੋਰਟ ਕਰੋ। ਸੋ ਉਹੋ ਜਿਹੀ ਗੱਲ ਸੀ, ਪਰ ਉਹ ਇੱਕ ਵੱਡੀ ਗੱਲ ਸੀ। ਪਰ ਉਹਦੇ ਵਿੱਚ ਹੋਇਆ ਕਿ ਭੰਮ ਸਾਹਿਬ ਕਿ ਜਿਹੜਾ ਹੁਣ ਟਾਈਮ ਵੀ ਆਪਣੇ ਕੋਲ ਘੱਟ ਰਹਿੰਦਾ ਜਾਂਦਾ, ਬਿਲਕੁਲ ਉਹ ਆਪਾਂ ਰੈਪ ਅਪ ਵੀ ਸਾਰੀ ਗੱਲ ਕਰਨੀ ਹੈ। ਉਸ ਦੇ ਵਿੱਚ ਫਿਰ ਚੌਰੀ ਚੌਰਾ ਦਾ ਇੰਸੀਡੈਂਟ ਹੋਣ ਦੇ ਕਾਰਨ ਜਿਹੜਾ ਗਾਂਧੀ ਜੀ ਨੇ ਅੰਦੋਲਨ ਵਾਪਸ ਲੈ ਲਿਆ, ਕਿਉਂਕਿ ਉਹਨਾਂ ਨੇ ਆਖਿਆ ਕਿ ਜਿਹੜੀ ਹਿੰਸਾ ਹੈ ਉਹਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਕਿ ਹਜੇ ਜਿਹੜੇ ਮਾਸਸ ਹੈ ਉਹ ਆਜ਼ਾਦੀ ਦੇ ਲਈ ਤਿਆਰ ਨਹੀਂ। ਉਹਨਾਂ ਨੇ ਕੰਸਟਰਕਟਿਵ ਵਰਕ ਦਾ ਕੰਮ ਸ਼ੁਰੂ ਕਰ ਦਿੱਤਾ। ਕੁਝ ਕਾਂਗਰਸਮੈਨ ਹੈ ਜਿਵੇਂ ਮੋਤੀ ਲਾਲ ਨਹਿਰੂ ਤੇ CR ਦਾਸ ਉਹਨਾਂ ਦੇ ਨਾਲ ਨਾ ਐਗਰੀ ਹੋਏ ਤੇ ਉਹਨਾਂ ਨੇ ਚੋਣਾਂ ਲੜੀਆਂ ਤੇ ਕਾਉਂਸਲ ਐਂਟਰੀ ਜੀ, ਉਹ ਕਾਉਂਸਲ ਦੇ ਵਿੱਚ ਗਏ। ਜਿਹੜੀ ਅੱਗੇ ਵੱਡੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਫਿਰ ਭੰਮ ਸਾਹਿਬ 30 ਤੋਂ ਲੈ ਕੇ 34 ਦੇ ਤੱਕ ਚੱਲੀ। ਉਹਦੇ ਵਿੱਚ ਜਿਹੜਾ ਡਾਂਡੀ ਮਾਰਚ ਤੋਂ ਸ਼ੁਰੂ ਹੋਇਆ ਜੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਕੋਈ ਕਾਨੂੰਨ ਜਿਹੜਾ ਹੈ ਉਹ ਇਨਜਸਟਿਸ ਲੋਕਾਂ ਦੇ ਨਾਲ ਕਰਦਾ ਤੇ ਅਸੀਂ ਉਸ ਕਾਨੂੰਨ ਨੂੰ ਨਾ ਹੀ ਮੰਨਾਂਗੇ। ਚੁਣੌਤੀ ਦਿੱਤੀ ਸਿੱਧੀ, ਜਿਸ ਤਰ੍ਹਾਂ ਕਿਸਾਨਾਂ ਨੇ ਕਿਹਾ ਅਸੀਂ ਨਹੀਂ ਮੰਨਾਂਗੇ, ਲਾਗੂ ਨਹੀਂ ਹੋਣ ਦੇਵਾਂਗੇ ਖੇਤੀ ਕਾਨੂੰਨਾਂ ਨੂੰ। ਉਹ ਸਿਵਲ ਡਿਸਓਬੀਡੀਐਂਸ ਉਹ ਕਹਾਉਂਦੀ ਹੈ। ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ ਮਹਾਤਮਾ ਗਾਂਧੀ ਆਪਣੇ 78 ਫਾਲੋਅਰਸ ਦੇ ਨਾਲ ਡਾਂਡੀ ਆਪਣੇ ਸਾਬਰਮਤੀ ਆਸ਼ਰਮ ਤੋਂ ਡਾਂਡੀ ਤੱਕ ਉਹਨਾਂ ਨੇ ਮਾਰਚ ਕੀਤਾ ਤੇ ਜਿਹੜਾ ਨੂਨ ਦਾ ਜਿਹੜਾ ਕਾਨੂੰਨ ਹੈ ਉਸ ਨੂੰ ਤੋੜਿਆ, ਜੇਲ੍ਹ ਗਏ ਜੀ, ਕਿਉਂਕਿ ਨੂਨ ਦੇ ਉੱਤੇ ਟੈਕਸ ਲਗਾ ਦਿੱਤਾ ਸੀ। ਉਹ ਵੀ ਬੜੀ ਫਿਰ ਮੂਵਮੈਂਟ ਭਖੀ, ਬਹੁਤ ਸਾਰੇ ਜਿਹੜੇ ਕਾਂਗਰਸ ਪਾਰਟੀ ਨੂੰ ਇਲੀਗਲ ਜਿਹੜਾ ਹੈ ਉਹ ਕਰਾਰ ਦੇ ਦਿੱਤਾ ਅੰਗਰੇਜ਼ਾਂ ਨੇ ਤੇ ਉਹ ਮੂਵਮੈਂਟ ਚੱਲਦੀ ਰਹੀ। ਤੇ ਫਿਰ ਬਾਅਦ ਦੇ ਵਿੱਚ ਜਿਹੜੀ ਉਹ ਮੂਵਮੈਂਟ ਹੈ ਉਹ ਇੱਕ ਤਰ੍ਹਾਂ ਮੱਧਮ ਪੈ ਗਈ, ਠੰਡੀ ਪੈ ਗਈ। ਗਾਂਧੀ ਇਰਵਿਨ ਜਿਹੜਾ ਪੈਕਟ ਹੈ ਉਹ ਹੋਇਆ, ਕਾਂਗਰਸਮੈਨ ਨੂੰ ਰਿਹਾ ਕੀਤਾ ਗਿਆ। 1933 ਦੇ ਵਿੱਚ ਉਹਨਾਂ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਰਿਜ਼ਾਈਨ ਕੀਤਾ ਮਹਾਤਮਾ ਗਾਂਧੀ ਨੇ ਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਜਿਹੜੀ ਮੂਵਮੈਂਟ ਦਾ ਫੇਲੂਅਰ ਆ ਉਸ ਦੀ ਜ਼ਿੰਮੇਵਾਰੀ ਲਈ ਤੇ ਜਿਹੜਾ ਹਰੀਜਨ ਸਮਾਜ ਹੈ ਉਸ ਦੇ ਉਥਾਨ ਦੇ ਲਈ ਕੰਮ ਕਰਨਾ
ਸ਼ੁਰੂ ਕੀਤਾ। ਪਰ ਫਿਰ ਵੀ ਭੰਮ ਸਾਹਿਬ ਇਹਨੂੰ ਫੇਲੂਅਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਆ ਵੀ ਹਰੇਕ ਮੂਵਮੈਂਟ ਹੈ ਜਿਹੜੀ ਉਸ ਕੁਛ ਨਾ ਕੁਛ ਉਸਨੇ ਆਜ਼ਾਦੀ ਦੀ ਲੜਾਈ ਨੂੰ ਅੱਗੇ ਵਧਾਇਆ ਜੀ। ਫਿਰ ਭੰਮ ਸਾਹਿਬ ਫਸਟ ਵਰਲਡ ਵਾਰ ਦਾ ਜਿਹੜਾ ਉਹ ਜ਼ਮਾਨਾ ਆ ਗਿਆ, ਵਰਲਡ ਵਾਰ ਚੱਲ ਪਈ। ਵਰਲਡ ਵਾਰ ਦੇ ਨਾਲ ਨਾਲ ਜਿਹੜੀ ਕੌਂਸਟੀਟਿਊਸ਼ਨਲ ਡਿਵੈਲਪਮੈਂਟਸ ਹੋਣ ਲੱਗੀਆਂ। ਕੌਂਸਟੀਟਿਊਸ਼ਨ ਡਿਵੈਲਪਮੈਂਟਸ ਹੁੰਦੀਆਂ 1942 ਦੇ ਵਿੱਚ ਜਿਹੜਾ ਕੁਇਟ ਇੰਡੀਆ ਮੂਵਮੈਂਟ ਜਿਹੜੀ ਉਹ ਸ਼ੁਰੂ ਹੋ ਗਈ ਜੀ। ਕੁਇਟ ਇੰਡੀਆ ਮੂਵਮੈਂਟ ਦੇ ਨਾਲ ਫਿਰ ਵੱਖ-ਵੱਖ ਸਮੇਂ ਦੇ ਜਿਹੜੇ ਅੰਗਰੇਜ਼ਾਂ ਦੇ ਜਿਹੜੇ ਉਹ ਕਮੇਟੀਆਂ ਕਮਿਸ਼ਨ ਉਹ ਆਉਂਦੇ ਰਹੇ ਹਿੰਦੁਸਤਾਨ ਨੂੰ, ਕਿਉਂਕਿ ਹਾਲਾਤ ਇਹੋ ਜਿਹੇ ਬਣ ਚੁੱਕੇ ਸੀ ਕਿ ਜਿਹੜੇ ਅੰਗਰੇਜ਼ ਹੈ ਜੀ ਉਹ ਹੋਰ ਹੁਣ ਸਾਨੂੰ ਗੁਲਾਮ ਨਹੀਂ ਰੱਖ ਸਕਦੇ ਸੀ ਸੈਕੰਡ ਵਰਲਡ ਵਾਰ ਦੇ ਦੌਰਾਨ। ਫਿਰ ਕ੍ਰਿਪਸ ਜਿਹੜਾ ਮਿਸ਼ਨ ਕਦੇ ਆਇਆ, ਕਦੇ ਕੈਬਨਿਟ ਮਿਸ਼ਨ ਪਲਾਨ ਆਇਆ, ਜਿਸ ਦੀ ਅਸੀਂ ਗੱਲ ਪਹਿਲਾਂ ਵੀ ਕੀਤੀ ਹੈ। ਕੈਬਨਿਟ ਮਿਸ਼ਨ ਤੱਕ ਪਾਰਟੀਸ਼ਨ ਦੀ ਕੋਈ ਗੱਲ ਨਹੀਂ ਸੀ ਉਸ ਸਮੇਂ। ਜਿਹੜੇ ਮੌਲਾਨਾ ਅਬੁਲ ਕਲਾਮ ਆਜ਼ਾਦ ਹੈ ਉਹ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ, ਜਿਨ੍ਹਾਂ ਨੇ ਬੜਾ ਵੱਡਾ ਰੋਲ ਇਸ ਦੇ ਵਿੱਚ ਨਿਭਾਇਆ। ਫਿਰ ਕਰਦੇ ਕਰਦੇ 46 ਦੇ ਵਿੱਚ ਕੌਂਸਟੀਟਿਊਂਟ ਅਸੈਂਬਲੀ ਬਣੀ ਕੈਬਨਿਟ ਮਿਸ਼ਨ ਪਲਾਨ ਦੇ ਅਧੀਨ। 47 ਤੱਕ ਆਉਂਦੇ ਆਉਂਦੇ ਭੰਮ ਸਾਹਿਬ ਫਿਰ ਜਿਹੜਾ ਇੰਡੀਪੈਂਡੈਂਸ ਆਫ ਇੰਡੀਆ ਐਕਟ ਹੈ ਜਿਹੜਾ ਉਸ ਦੇ ਤਹਿਤ ਭਾਰਤ ਨੂੰ ਆਜ਼ਾਦੀ ਦੇ ਕੇ, ਇਹਦੇ ਵਿੱਚ ਅਸੀਂ ਜੇ ਸਾਰੀ ਗੱਲਬਾਤ ਦੇ ਵਿੱਚ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਉਹ ਸਾਥੀਆਂ ਉਹਨਾਂ ਦੇ ਵਾਸਤੇ ਮੈਂ ਯਾਦ ਨਾ ਕਰੀਏ ਜਿਹੜਾ ਆਖਰੀ ਸਮਾਂ ਹਾਂਜੀ ਉਹਨਾਂ ਵਾਸਤੇ ਬਚਾਇਆ, ਇਸ ਲਈ ਬਿਲਕੁਲ ਹਾਂ ਬਿਲਕੁਲ ਬਿਲਕੁਲ ਹਾਂਜੀ, ਕਿਉਂਕਿ ਸਾਡੇ ਰੋਲ ਮਾਡਲ ਤਾਂ ਫਿਰ ਉਹੀ ਹੈ ਨਾ ਜੀ ਮਹਾਤਮਾ ਗਾਂਧੀ ਨੂੰ ਜੋ ਮੰਨਦੇ ਆ ਤੇ ਫਿਰ ਅਸੀਂ ਉਹਨਾਂ ਨੂੰ ਵੀ ਉਹ ਵੀ ਸਾਡੇ ਰੋਲ ਮਾਡਲ ਸੀ, ਕਿਉਂਕਿ ਉਹਨਾਂ ਦਾ ਵੀ ਰੋਲ ਬਹੁਤ ਵੱਡਾ ਰਿਹਾ ਇਸ 'ਚ। ਬਿਲਕੁਲ ਭੰਮ ਸਾਹਿਬ, ਇਸੇ ਲਈ ਜਿਹੜਾ ਆਖਰੀ ਸਮਾਂ ਹੈ ਜਿਹੜਾ ਉਹ ਇਸ ਨੂੰ ਛੇਤੀ ਰੈਪ ਅਪ ਕਰਕੇ ਅਸੀਂ ਉਹਦੇ ਵਾਸਤੇ ਬਚਾਇਆ ਜੀ। ਸੋ ਗਿੱਲ ਸਾਹਿਬ ਹੁਣ ਅਸੀਂ ਸਮਾਪਤੀ ਵੱਲ ਨੂੰ ਵਧ ਰਹੇ ਹਾਂ ਤਾਂ ਫਿਰ ਜ਼ਰੂਰੀ ਹੈ ਵੀ ਅਸੀਂ ਉਸ ਅਹਿਮ ਪੜਾਅ ਦੀ ਗੱਲ ਕਰੀਏ, ਉਸ ਜਿਹਦੇ ਵਿੱਚ ਸਾਡੇ ਜਿਹੜੇ ਗਰਮ ਖਿਆਲੀ ਜਿਹੜੇ ਅਸੀਂ ਕਹਿ ਸਕਦੇ ਹਾਂ ਜਿਹੜੇ ਦੇਸ਼ ਭਗਤ ਹੈ ਉਹਨਾਂ ਨੂੰ ਵੀ ਯਾਦ ਕਰੀਏ ਜੀ। ਭੰਮ ਸਾਹਿਬ ਜਿਹੜੀ ਰੈਵੋਲੂਸ਼ਨਰੀ ਮੂਵਮੈਂਟ ਹੈ ਉਹ ਦੋ ਸੂਬਿਆਂ ਦੇ ਵਿੱਚ ਬੰਗਾਲ ਅਤੇ ਪੰਜਾਬ ਦੇ ਵਿੱਚ ਬੜੀ ਪ੍ਰਚੰਡ ਰਹੀ। ਸ਼ੁਰੂਆਤ ਬੰਗਾਲ ਦੇ ਵਿੱਚ ਜਿਸ ਤਰ੍ਹਾਂ ਬਹੁਤ ਸਾਰੀ ਜਿਹੜੀ ਰੈਵੋਲੂਸ਼ਨਰੀ ਮੂਵਮੈਂਟ ਉੱਤੇ ਹੋਈ 1908 ਦੇ ਵਿੱਚ ਖੁਦੀ ਰਾਮ ਬੋਸ ਹੁਣਾਂ ਨੇ ਅੰਗਰੇਜ਼ ਅਫਸਰ ਦੀ ਪਾਲਕੀ ਦੇ ਉੱਤੇ ਬੰਬ ਸੁੱਟਿਆ, ਜਿਸ ਦੇ ਵਿੱਚ ਫਿਰ 17 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਖੁਦੀ ਰਾਮ ਬੋਸ ਨੇ ਜਿਹੜਾ ਫਾਂਸੀ ਦਾ ਰੱਸਾ ਉਹ ਚੁੰਮਿਆ। ਰਾਸ ਬਿਹਾਰੀ ਘੋਸ਼ ਵਰਗੇ ਉੱਥੇ ਬਹੁਤ ਸਾਰੇ ਰੈਵੋਲੂਸ਼ਨਰੀ ਜਿਹੜੇ ਸੀਗੇ ਉਹ ਐਕਟਿਵ ਸੀ ਜੀ ਭੰਮ ਸਾਹਿਬ, ਜਿਨ੍ਹਾਂ ਦੇ ਸੰਪਰਕ ਦੇ ਵਿੱਚ ਫਿਰ ਪੰਜਾਬ ਦੇ ਰੈਵੋਲੂਸ਼ਨਰੀ ਭਗਤ ਸਿੰਘ ਹੋਰੀ ਵੀ ਸੀਗੇ ਜੀ। ਪੰਜਾਬ ਦੇ ਵਿੱਚ ਜਿਹੜੀ ਰੈਵੋਲੂਸ਼ਨਰੀ ਮੂਵਮੈਂਟ ਹੈ ਭੰਮ ਸਾਹਿਬ ਉਹ ਜਦ ਕਿਸਾਨ ਵਿਰੋਧੀ ਜਿਹੜੇ ਕਾਨੂੰਨ ਹੈ ਉਹ ਲਿਆਂਦੇ ਗਏ ਤੇ ਪੰਜਾਬ ਗਵਰਨਮੈਂਟ ਨੇ ਜਿਹੜਾ ਮੋਡੀਫਿਕੇਸ਼ਨ ਕੀਤਾ ਟੈਨਿਓਰਸ ਦੇ ਵਿੱਚ ਚਨਾਬ ਕਨਾਲ ਕਲੋਨੀ ਤੇ ਬਰੀ ਦੁਆਬ ਦੇ ਵਿੱਚ, ਉੱਥੇ ਵਿੱਚ ਫਿਰ ਬਹੁਤ ਜਿਹੜਾ ਗੁੱਸਾ ਲੋਕਾਂ ਦੇ ਵਿੱਚ ਫੈਲਿਆ, ਜਿਸ ਦੇ ਵਿੱਚ ਫਿਰ ਚਾਚਾ ਅਜੀਤ ਸਿੰਘ ਹੋਰੀ ਜਿਹੜੇ ਹੈ ਉਹ ਮੋਢੀ ਹੋ ਕੇ ਉਸ ਐਜੀਟੇਸ਼ਨ ਦੇ ਵਿੱਚ ਆਏ, ਜਿਸ ਦੇ ਵਿੱਚ ਉਹਨਾਂ ਨੇ ਕੈਦ ਵੀ ਕੱਟੀ ਜੀ। 1912 ਦੇ ਵਿੱਚ ਲਾਰਡ ਹਾਰਡਿੰਗ ਦੀ ਜਿਹੜਾ ਉੱਤੇ ਦਿੱਲੀ ਦੇ ਵਿੱਚ ਬੰਬ ਸੁੱਟਿਆ ਗਿਆ ਜੀ। ਹੁਣ ਇੱਥੇ ਭੰਮ ਸਾਹਿਬ ਜਿਹੜੇ ਗਦਰੀ ਬਾਬੇ ਆ ਸਾਡੇ ਉਹਨਾਂ ਨੂੰ ਵੀ ਭੁਲਾਇਆ ਜਾ ਸਕਦਾ ਜੀ, ਜਿਨ੍ਹਾਂ ਨੇ ਇੱਥੇ ਅਮਰੀਕਾ ਦੀ ਇਸ ਧਰਤੀ ਦੇ ਉੱਤੇ, ਕੈਨੇਡਾ ਦੀ ਧਰਤੀ ਤੇ ਜਿੱਥੇ ਅਸੀਂ ਬੈਠੇ ਹਾਂ, ਇੱਥੋਂ ਬੈਠ ਕੇ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਜਿਹੜੀ ਉਮੰਗ ਉਹਨਾਂ ਦੇ ਦਿਲ ਦੇ ਵਿੱਚ ਉੱਠੀ ਜੀ, ਇੱਥੋਂ ਆਪਣਾ ਸਭ ਕੁਝ ਤਿਆਗ ਕੇ ਜੀ ਸਰਦਾਰ ਕਰਤਾਰ ਸਿੰਘ ਸਰਾਭੇ ਵਰਗਿਆਂ ਨੇ ਆਪਣੀ ਕੈਮੀਕਲ ਇੰਜੀਨੀਅਰਿੰਗ ਵਰਗੀਆਂ ਪੜ੍ਹਾਈਆਂ ਉੱਚ ਵਿਦਿਆਵਾਂ ਛੱਡ ਕੇ ਉੱਥੇ ਦੇਸ਼ ਦੀ ਆਜ਼ਾਦੀ ਦੇ ਲਈ ਜਾ ਕੇ ਕੁਰਬਾਨੀਆਂ ਕੀਤੀਆਂ। ਮੇਰਾ ਸਲਾਮ ਹੈ ਅੱਜ ਗਦਰੀ ਬਾਬਿਆਂ ਨੂੰ ਜੀ। ਬਿਲਕੁਲ ਬਿਲਕੁਲ। ਸੋ ਭੰਮ ਸਾਹਿਬ ਜਿਹੜੀ ਫਿਰ ਸੈਕਿੰਡ ਜਿਹੜਾ ਫੇਜ਼ ਹੈ ਰੈਵੋਲੂਸ਼ਨਰੀ ਟੈਰਰਿਜ਼ਮ ਦਾ, ਟੈਰਰਿਜ਼ਮ ਉਹਨੂੰ ਕਿਤਾਬਾਂ ਲਿਖਦੀਆਂ ਨੇ, ਆਪਾਂ ਉਸ ਨੂੰ ਇਨਕਲਾਬ ਕਹਿੰਦੇ ਹਾਂ। ਉਸ ਦੇ ਵਿੱਚ ਜਿਹੜੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਹੈ, ਜਿਸ ਦੇ ਵਿੱਚ ਕਾਕੋਰੀ ਕਾਂਡ ਆ ਜਾਂਦਾ ਹੈ ਜਦੋਂ ਜਿਹੜੇ ਰਾਮ ਪ੍ਰਸਾਦ ਬਿਸਮਿਲ ਉਹਨਾਂ ਨੇ ਤੇ ਚੰਦਰ ਸ਼ੇਖਰ ਆਜ਼ਾਦ ਉਹਨਾਂ ਨੇ ਆਜ਼ਾਦੀ ਦੇ ਪਰਵਾਨਿਆਂ ਨੇ ਕਾਕੋਰੀ ਦੇ ਵਿੱਚ ਜਿਹੜੀ ਟ੍ਰੇਨ ਲੁੱਟੀ ਸੀ ਆਪਣੇ ਹਥਿਆਰ ਵਗੈਰਾ ਹਥਿਆਰਬੰਦ ਹੋਣ ਦੇ ਵਾਸਤੇ ਜੀ, ਉਸ ਦੇ ਵਿੱਚ ਚਾਹੇ ਫਿਰ ਸਾਰਾ ਜਿਹੜਾ ਉਹ ਗਰੁੱਪ ਸੀਗਾ ਉਸ ਨੂੰ ਕਾਕੋਰੀ ਕਾਂਡ ਦੇ ਵਿੱਚ ਫੜ ਲਿਆ ਗਿਆ ਸੀ ਰਾਮ ਪ੍ਰਸਾਦ ਬਿਸਮਿਲ ਉਹਨਾਂ ਨੂੰ, ਪਰ ਜਿਹੜੇ ਆਜ਼ਾਦ ਸੀਗੇ ਉਹ ਗ੍ਰਿਫਤ ਵਿੱਚ ਨਹੀਂ ਆਏ ਸੀ, ਕਿਉਂਕਿ ਆਜ਼ਾਦ ਨੇ ਸਹੁੰ ਖਾਧੀ ਸੀ ਕਿ ਅੱਜ ਵੀ ਇਲਾਹਾਬਾਦ ਦੇ ਵਿੱਚ ਉਹ
ਪਾਰਕ ਹੈ ਜਿਹੜਾ ਭੰਮ ਸਾਹਿਬ ਮੈਂ ਦੇਖ ਕੇ ਆਇਆ, ਜਿਸ ਦਰਖਤ ਦੇ ਪਿੱਛੇ ਆਜ਼ਾਦ ਨੇ ਇਕੱਲੇ ਨੇ ਅੰਗਰੇਜ਼ ਪੁਲਿਸ ਦਾ ਮੁਕਾਬਲਾ ਕੀਤਾ ਸੀ। ਉਹ ਇੱਕ ਗੋਲੀ ਆਪਣੇ ਵਾਸਤੇ ਹਮੇਸ਼ਾ ਰੱਖਦੇ ਸੀਗੇ। ਉਹਨਾਂ ਨੇ ਮੁਕਾਬਲਾ ਕਰਦੇ ਹੋਏ ਫਿਰ ਆਪਣੇ ਪ੍ਰਾਣ ਤਿਆਗਤੇ ਸੀ, ਕਿਉਂਕਿ ਉਹਨਾਂ ਦਾ ਪ੍ਰਣ ਸੀਗਾ ਕਿ ਮੈਂ ਜਿਉਂਦੇ ਜੀ ਹੱਥ ਨਹੀਂ ਆਉਣਾ ਅੰਗਰੇਜ਼ਾਂ ਦੇ। ਉਸੇ ਦੇ ਵਿੱਚ ਫਿਰ ਜਿਹੜਾ ਭੰਮ ਸਾਹਿਬ ਜਿਹੜੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੋਣੀ, ਉਹ ਜਦ ਅਸੈਂਬਲੀ ਦੇ ਵਿੱਚ ਬੰਬ ਸਿੱਟਦੇ ਆ, ਕਿਉਂਕਿ ਉਹ ਕਹਿੰਦੇ ਆ ਕਿ ਜਿਹੜੀ ਬੋਲੀ ਸਰਕਾਰ ਹੈ ਉਹ ਸੁਣਾਉਣ ਲਈ ਧਮਾਕੇ ਦੀ ਜ਼ਰੂਰਤ ਹੈ, ਉਹਦੇ ਵਿੱਚ ਉਹ ਅਰੈਸਟ ਹੁੰਦੇ ਆ ਬੱਟੂ ਕੇਸ਼ਵਰ ਦੱਤ ਦੇ ਨਾਲ। ਤੇ ਪਰ ਫਿਰ ਕਿਉਂਕਿ ਉਹਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਸੀ ਤਾਂ ਸਰਕਾਰ ਉਹਨਾਂ ਨੂੰ ਫਾਂਸੀ ਨਹੀਂ ਦੇ ਸਕਦੀ ਸੀ। ਫਿਰ ਜਿਹੜਾ ਲਾਹੌਰ ਕੰਸਪੀਰੇਸੀ ਕੇਸ ਹੈ, ਜਿਸ ਦੇ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਉਹਨਾਂ ਨੇ ਸਾਂਡਰਸ ਦਾ ਜਿਹੜਾ ਕਤਲ ਕੀਤਾ ਸੀਗਾ, ਕਿਉਂਕਿ ਐਡੇ ਵੱਡੇ ਲੀਡਰ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਸੀ, ਉਸ ਦਾ ਬਦਲਾ ਲੈਣ ਦੇ ਲਈ ਫਿਰ ਉਹਨਾਂ ਨੇ ਜਿਹੜਾ ਸਾਂਡਰਸ ਕਤਲकांड ਸੀ ਉਸ ਦੇ ਵਿੱਚ ਰਾਜਗੁਰੂ, ਭਗਤ ਸਿੰਘ ਤੇ ਸੁਖਦੇਵ ਹੋਰਾਂ ਨੂੰ ਫਾਂਸੀ ਤੇ ਝੁਲਾਇਆ ਗਿਆ। ਤੇ ਪਰ ਉਹਨਾਂ ਨੇ ਜਿਹੜਾ ਇਹ ਗੱਲ ਕਹੀ ਕਿ ਜਿਹੜਾ ਅਸਲੀ ਇਨਕਲਾਬ ਹੈ, ਅਸਲੀ ਆਜ਼ਾਦੀ ਉਦੋਂ ਤੱਕ ਨਹੀਂ ਆਊਗੀ ਜਦ ਮਨੁੱਖ ਦੁਆਰਾ, ਜਦੋਂ ਤੱਕ ਮਨੁੱਖ ਦੀ ਲੁੱਟ ਬੰਦ ਨਹੀਂ ਹੁੰਦੀ ਜੀ। ਇਹ ਉਹਨਾਂ ਦੀ ਆਜ਼ਾਦੀ ਦੇ ਜਿਹੜੇ ਹੈ ਉਹ ਮਾਇਨੇ ਸੀਗੇ, ਜਿਹਨੂੰ ਅੱਜ ਮਨ ਦੇ ਵਿੱਚ ਰੱਖਣ ਦੀ ਬਹੁਤ ਲੋੜ ਹੈ, ਜਦੋਂ ਕਿ ਅਮੀਰ ਤੇ ਗਰੀਬ ਦੇ ਵਿੱਚ ਪਾੜਾ ਇੰਨਾ ਵੱਧਦਾ ਜਾ ਰਿਹਾ ਹੈ ਤੇ ਜਿਹੜਾ ਇਨਸਾਫ ਹੈ ਉਹ ਗਰੀਬ ਤਬਕੇ ਨੂੰ, ਉਹ ਲੋੜਵੰਦਾਂ ਨੂੰ ਨਹੀਂ ਮਿਲ ਰਿਹਾ। ਅੱਜ ਸਾਨੂੰ ਜਿਹੜੇ ਉਹਨਾਂ ਦੀ ਜਿਹੜੀ ਇਹ ਸੋਚ ਹੈ, ਫਿਰ ਭੰਮ ਸਾਹਿਬ ਸੂਰਿਆ ਸੇਨ ਜਿਹੜੇ ਬੰਗਾਲ ਦੇ, ਉਹਨਾਂ ਨੂੰ ਨਹੀਂ ਭੁਲਾਇਆ ਜਾ ਸਕਦਾ, ਜਿਨ੍ਹਾਂ ਨੇ ਚਿਟਾਗੋਂਗ ਰੇਡ ਕੀਤੀ, ਆਰਮਰੀ ਲੁੱਟੀ 1930 ਦੇ ਵਿੱਚ ਇੱਕ ਯੰਗ ਯੂਥ ਦਾ ਗਰੁੱਪ ਬਣਾ ਕੇ ਬੰਗਾਲ ਦੇ ਵਿੱਚ, ਤੇ 1933 ਦੇ ਵਿੱਚ ਫਾਂਸੀ ਦਾ ਰੱਸਾ ਚੁੰਮਿਆ ਜੀ। ਸੋ ਇਹ ਸਾਡੇ ਜਿਹੜੇ ਮਹਾਨ ਸ਼ਹੀਦ ਹੈ, ਇਹਨਾਂ ਨੂੰ ਵੀ ਅਸੀਂ ਭੁੱਲ ਨਹੀਂ ਸਕਦੇ ਭੰਮ ਸਾਹਿਬ। जिस तरह कहा जाता है कि शहीदों की चिताओं पर लगेंगे हर बरस मेले जी, वतन पे मर मिटने वालों का यही बाकी निशान होगा। बिल्कुल। सो अज मैं भंम साहब इन्हां सारे शहीदां नूं, आज़ादी घुलाटियां नूं मैं जिहड़ा झुक के नमस्कार करदा जी। तो इन्हां दी बदौलत जिहड़े असीं अज आज़ादी दी फिज़ा दे विच साह लै रहे हैं जी। सो लोड़ है अज सानूं इन्हां दे जिहड़े आदर्श है जी, उन्हां नूं बचाउण दी ते उन्हां दे उत्ते होर अगे अपना ਚੱਲਣ ਦੀ ਤੇ ਹੋਰ ਬੁਲੰਦੀਆਂ ਤੇ ਪਹੁੰਚਣ। ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਗਿੱਲ ਸਾਹਿਬ, ਅੱਜ ਦੇ ਇਸ ਜਿਹੜਾ ਆਜ਼ਾਦੀ ਦਾ ਪੂਰਾ ਜਿਹੜਾ ਐਪੀਸੋਡ ਹੈ ਉਹਨੂੰ ਅੱਜ ਤੁਸੀਂ ਅੰਜਾਮ ਦਿੱਤਾ ਹੈ, ਉਹਨੂੰ ਸਿਖਰ ਤੱਕ ਲੈ ਕੇ ਗਏ ਹੋ। ਸੋ ਦੁਆ ਕਰਦੇ ਹਾਂ ਕਿ ਸਾਡੀ ਆਜ਼ਾਦੀ ਬਣੀ ਰਹੇ, ਹਰ ਸ਼ਖਸ ਦੀ ਆਜ਼ਾਦੀ ਬਣੀ ਰਹੇ, ਔਰ ਜਿਸ ਤਰ੍ਹਾਂ ਦੀਆਂ ਸਰਕਾਰਾਂ ਜਾਂ ਜਿਸ ਤਰ੍ਹਾਂ ਦੀ ਸੋਚ ਜਿਹੜੀ ਹੈ ਉਹ ਲੋਕਾਂ ਨੂੰ ਫਿਰ ਤੋਂ ਆਪਣਿਆਂ ਨੂੰ ਗੁਲਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਉਸ ਤੋਂ ਵੀ ਛੁਟਕਾਰਾ ਮਿਲੇ, ਔਰ ਅਸੀਂ ਸੱਚਮੁੱਚ ਆਜ਼ਾਦੀ ਦੇ ਨਾਲ ਅਸੀਂ ਜਿਹੜੀ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਸਕੀਏ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਸਮਾਪਤੀ ਦਾ ਸਮਾਂ ਹੋ ਗਿਆ। ਮੈਨੂੰ ਬਲਦੇਵ ਸਿੰਘ ਭੰਮ ਨੂੰ ਵੀ ਦਿਓ ਇਜਾਜ਼ਤ। ਅਗਲੇ ਐਤਵਾਰ ਫਿਰ ਕੋਈ ਹੋਰ ਨਵੇਂ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਦਾ ਸੰਡੇ ਸ਼ੋਅ ਵਿਦ ਲਵਲੀਨ ਗਿੱਲ ਦੇ ਵਿੱਚ ਹਾਜ਼ਰੀ ਭਰਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਾਸਤੇ ਰਹੋ ਜੀ।